ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ 835 ਅੰਕ ਤੋਂ ਗਿਆਨ ਸ਼ੁਰੂ ਕਰ ਰਹੇ ਹਾਂ ਜੀ। 835 36 ਬਿਲਾਵਲ ਰਾਗ ਦੇ ਵਿੱਚ ਚੌਥੀ ਪਾਤਸ਼ਾਹੀ ਦੀਆਂ ਜਿਹੜੀਆਂ ਹੈਗੀਆਂ ਇਹ ਅਸ਼ਟਪਦੀਆਂ, ਜਿਹੜੀਆਂ 6 ਅਸ਼ਟਪਦੀਆਂ, ਇੱਕ ਗੁਲਦਸਤਾ 6 ਅਸ਼ਟਪਦੀਆਂ ਦਾ, ਉਹਦੇ ਵਿੱਚੋਂ 5ਵੀਂ ਅਸ਼ਟਪਦੀ ਲੈ ਰਹੇ, 5ਵੀਂ ਔਰ 6ਵੀਂ। ਮਹਾਰਾਜ ਮਿਹਰ ਕਰਨ। ਬਿਲਾਵਲ ਮਹੱਲਾ ਚੌਥਾ। ਅੰਤਰ ਪਿਆਸ ਉਠੀ ਪ੍ਰਭ ਘੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਹੁਣ ਆਪਾਂ ਕੀ ਕਰ ਰਹੇ ਹਾਂ? ਇਹ ਗੁਰੂ ਦੇ ਬਚਨ ਸੁਣ ਰਹੇ ਹਾਂ ਆਪਾਂ। ਇਹਨਾਂ ਨੇ ਕੀ ਕਰਨਾ ਹੈ? ਪਿਆਸ ਪੈਦਾ ਕਰਨੀ ਹੈ ਇਹਨਾਂ ਨੇ। ਉਸ ਮਾਲਕ ਪਰਮਾਤਮਾ ਦੀ ਪਿਆਸ ਪੈਦਾ ਕਰਦੀ ਹੈ ਇਹਨਾਂ ਨੇ। ਆਹ ਕੰਮ ਹੈ ਗੁਰੂ ਦਾ। ਸਹੀ ਰਸਤਾ, ਪਿਆਸ ਕਿਵੇਂ ਬੁਝਣੀ ਆ ਉਹ ਵੀ ਦੱਸਣਾ ਹੈ। ਉਹ ਮਾਲਕ ਪਰਮਾਤਮਾ ਦੀ ਭਗਤੀ, ਮਾਲਕ ਪਰਮਾਤਮਾ ਦੀ ਜਿਹੜੀ ਆਪਣੇ ਅੰਦਰ ਤਾਂਘ, ਇੱਛਾ, ਇਹ ਸਭ ਤੋਂ ਸੁਪਰੀਮ ਇੱਛਾ ਪੈਦਾ ਕਰ ਦੇਣੀ। ਮਨ ਦੇ ਵਿੱਚ ਤੀਰ ਲੱਗਣੀ ਹੈ। ਤੀਰ ਜਿਹੜੇ ਐਸੇ ਅਣਿਆਲੇ ਤੀਰ ਆ, ਇਹ ਜਿਹੜੇ ਹੈਗੇ ਅੰਦਰ ਹੀ ਖੁੱਭ ਕੇ ਰਹਿ ਜਾਣਗੇ। ਅੰਤਰ ਪਿਆਸ ਉਠੀ ਪ੍ਰਭ ਘੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਕਹਿੰਦੇ ਗੁਰੂ ਦੇ ਬਚਨ ਸੁਣ ਕੇ ਮਨ 'ਚ ਤੀਰ ਲੱਗਦੇ ਆ। ਮਨ ਦੇ ਵਿੱਚ ਜਿਹੜਾ ਹੈਗਾ ਪਰਮਾਤਮਾ ਦੇ ਪ੍ਰਤੀ ਜਿਹੜਾ ਪਰਮਾਤਮਾ ਦੇ ਮਿਲਾਪ ਦੇ ਵਾਸਤੇ, ਪਰਮਾਤਮਾ ਨੂੰ ਮਿਲਣ ਵਾਸਤੇ, ਭਗਤੀ ਕਰਨ ਵਾਸਤੇ ਇੰਨਾ ਉਤਸ਼ਾਹ ਪੈਦਾ ਹੋ ਜਾਂਦਾ ਹੈ। ਅੰਤਰ ਪਿਆਸ ਉਠੀ ਪ੍ਰਭ ਘੇਰੀ, ਸੁਣ ਗੁਰ ਬਚਨ ਮਨ ਤੀਰ ਲਗਈਆ। ਮਨ ਕੀ ਬਿਰਥਾ ਮਨ ਹੀ ਜਾਣੈ, ਅਵਰ ਕੇ ਜਾਣੈ ਕੋ ਪੀਰ ਪਰਈਆ। ਕਹਿੰਦੇ ਇਹ ਜਿਹੜੀ ਹੈਗੀ ਕੀ ਅਵਸਥਾ ਹੈਗੀ, ਮਨ 'ਚ ਕੀ ਹੁੰਦਾ ਆ, ਉਹ ਮਾਲਕ ਪਰਮਾਤਮਾ ਨੂੰ ਮਿਲਣ ਦੇ ਵਾਸਤੇ, ਉਹਦੇ ਵਿਯੋਗ ਦੇ ਵਿੱਚ ਕੈਸੀ ਅਵਸਥਾ ਹੁੰਦੀ ਆ। ਕਹਿੰਦੇ ਮਨ ਹੀ ਜਾਣ ਸਕਦਾ ਹੈ ਭਾਈ, ਜਿਹਦੇ ਅੰਦਰ ਇਹ ਅਵਸਥਾ ਹੈਗੀ ਆ। ਹੋਰ ਕੋਈ ਨਹੀਂ ਇਸ ਨੂੰ ਜਾਣ ਸਕਦਾ, ਇਸ ਪੀਰ ਨੂੰ। ਰਾਮ ਗੁਰੇ ਮੋਹਨੇ ਮੋਹੇ ਮਨ ਲਈਆ। हे ਮੇਰੇ ਮਾਲਕਾ, हे ਮੇਰੇ ਮਾਲਕਾ, ਤੂੰ ਐਸੀ ਕਿਰਪਾ ਕਰ ਦਿੱਤੀ ਹੈ, ਮੈਨੂੰ ਗੁਰੂ ਮਿਲਾ ਦਿੱਤਾ। ਉਹ ਮੇਰਾ ਪਿਆਰਾ ਗੁਰੂ ਗੁਰੇ ਮੋਹਨੇ ਮੋਹੇ ਮਨ ਲਈਆ। ਮੇਰਾ ਮਨ ਲੈ ਲਿਆ ਉਹਨੇ, ਗੁਰੂ ਨੇ ਮੇਰਾ ਮਨ ਲੈ ਲਿਆ। ਆਹ ਬਾਣੀ ਜਿਹੜੀ ਪੜ੍ਹ ਰਹੇ ਨੇ ਆਪਣਾ ਮਨ ਲੈ ਲੈਣਾ ਹੈ। ਆਪਾਂ ਨੇ ਇਹਦੇ ਹਿਸਾਬ ਦੇ ਨਾਲ ਤੁਰ ਪੈਣਾ ਆ। ਇਹ ਬਾਣੀ ਨੇ ਪਿਆਰ ਪਾਉਣਾ ਹੈ ਪਰਮਾਤਮਾ ਦੇ ਨਾਲ, ਤੇ ਬਾਣੀ ਨੇ ਆਪਣਾ ਮਨ ਲੈ ਲੈਣਾ ਹੈ। ਮਨ ਔਰ ਤਨ ਦੋਨੋਂ ਬਾਣੀ ਦੇ ਹਿਸਾਬ ਦੇ ਨਾਲ ਚੱਲਣ ਲੱਗ ਪੈਣੇ ਆ। ਰਾਮ ਗੁਰੇ ਮੋਹਨੇ, ਗੁਰੂ ਮੋਹਨ ਨੇ ਮੋਹੇ ਮਨ ਲਈਆ, ਮੇਰਾ ਮਨ ਲੈ ਲਿਆ। ਹੋਂ ਆਕਲ ਬਿਕਲ ਭਈ ਗੁਰ ਦੇਖੇ, ਹੋਂ ਲੋਟ ਪੋਟ ਹੋਏ ਪਈਆ ਰਹਾਓ। ਕਹਿੰਦੇ ਮੈਨੂੰ ਤਾਂ ਸੁੱਧੀ ਨਹੀਂ ਰਹੀ ਮੇਰੇ ਮਨ ਦੀ, ਮੇਰੇ ਤਨ ਦੀ। ਮੈਂ ਤਾਂ ਆਕਲ ਵਿਆਕੁਲ ਹੋ ਗਈ ਹਾਂ। ਮੇਰੀ ਅਕਲ ਸਾਰੀ ਗਈ। ਆਕਲ ਬਿਕਲ ਵਿਆਕੁਲ ਭਈ ਗੁਰ ਦੇਖੇ, ਗੁਰੂ ਨੂੰ ਦੇਖ ਕੇ, ਗੁਰੂ ਨੂੰ ਮਿਲ ਕੇ। ਹੁਣ ਲੋਟ ਪੋਟ ਹੋਏ ਪਈਆ, ਮੈਂ ਤਾਂ ਲੋਟ ਪੋਟ ਹੋ ਗਈ। ਮੈਨੂੰ ਕੋਈ ਸੁੱਧ ਨਹੀਂ ਰਹਿ ਗਈ ਮੇਰੀ ਆਪਣੀ। ਮੈਂ ਸਾਰੇ ਡ੍ਰੌਪ ਕਰ ਦਿੱਤੇ, ਸਾਰੇ ਜੋ ਵੀ ਮੇਰੇ ਕਰਮ ਕਾਂਡ ਜੋ ਮੈਂ ਕਰ ਰਹੀ ਸੀ। ਹਾਂ ਆਕਲ ਬਿਕਲ ਭਈ ਗੁਰ ਦੇਖੇ, ਹਾਂ ਲੋਟ ਪੋਟ ਹੋਏ ਪਈਆ ਰਹਾਓ। ਕੌਣ ਕਹਿ ਰਿਹਾ? ਚੌਥੀ ਪਾਤਸ਼ਾਹੀ ਕਹਿ ਰਹੀ ਹੈ। ਹਾਂ ਨਿਰਖਤ ਫਿਰੋਂ ਸਭ ਦੇਸ ਦਿਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਕਹਿੰਦੇ ਮੈਂ ਕਰਮ ਕਾਂਡ ਕਰਦੀ ਫਿਰਦੀ ਸੀ, ਮੈਂ ਤਾਂ ਸਾਰਾ ਕੁਛ ਕਰਨ ਨੂੰ ਤਿਆਰ ਹਾਂ ਪਰਮਾਤਮਾ ਦੇ ਦੇਖਣ ਦੇ ਵਾਸਤੇ, ਮਾਲਕ ਨੂੰ ਮਿਲਣ ਦੇ ਵਾਸਤੇ। ਮੇਰੇ ਅੰਦਰ ਇੰਨਾ ਚਾਅ ਹੈਗਾ। ਮੈਂ ਕੌਣ ਹੈਗੀ? ਮੈਨੂੰ ਆਤਮਾ ਨੂੰ ਦੇਖਣਾ ਹੈ। ਮੈਂ ਆਪਣੀ ਆਤਮਾ ਨੂੰ, ਕੌਣ ਹੈ ਮੈਂ? ਕੌਣ ਬੋਲਦਾ ਹੈ ਮੇਰੇ ਅੰਦਰ? ਕੌਣ ਜਾਗਦਾ ਹੈ ਹਮੇਸ਼ਾ? ਹਾਂ ਨਿਰਖਤ ਫਿਰੋਂ ਸਭ ਦੇਸ ਦਿਸੰਤਰ, ਮੈਂ ਪ੍ਰਭ ਦੇਖਣ ਕੋ ਬਹੁਤ ਮਨ ਚਈਆ। ਮਨ ਤਨ ਕਾਟ ਦਿਓ ਗੁਰ ਆਗੇ, ਜਿਨੇ ਹਰ ਪ੍ਰਭ ਮਾਰਗ ਪੰਥ ਦਿਖਈਆ। ਹੁਣ ਆ ਗੁਰੂ ਕੀ ਕਰ ਰਹੇ ਆ? ਇਹ ਆਪਾਂ ਨੂੰ ਰਸਤਾ ਦਿਖਾ ਰਹੇ। ਕਹਿੰਦੇ ਮੈਂ ਤਾਂ ਆਪਣਾ ਮਨ ਵੀ ਦੇ ਦਾਂ, ਤਨ ਵੀ ਦੇ ਦਾਂ, ਕੱਟ ਕੇ ਇੱਕ ਚੀਜ਼ ਗੁਰੂ ਦੀ ਗੱਲ ਦੇ ਉੱਤੇ ਮੈਂ ਪੂਰੇ ਦੇ ਪੂਰੇ ਆਪਣੇ ਆਪ ਨੂੰ ਸਮਰਪਿਤ ਕਰਦਾ, ਆਪਣੇ ਆਪ ਨੂੰ ਵਿਛਾ ਦਾਂ, ਆਪਣੇ ਸਿਰ ਨੂੰ ਗੁਰੂ ਦੇ ਥੱਲੇ।
मन तन काट देव गुर आगे, जिन्हें हर प्रभ मार्ग पंथ दिखाइया। जिन्हें मैनू रस्ता दिखा दिता, मेरा तो जीवन ही नष्ट सीगा, मेरा जन्म जिहड़ा हैगा लेखे च ला दिता। मन तन काट देव गुर आगे, जिन्हें हर प्रभ मार्ग पंथ दिखाइया। कोई आण संदेशा दे प्रभ केरा, हृदय अंतर मन तन मीठ लगैया। कहते ऐसा गुरु जिहड़ा हैगा, कहते जिहड़ा मालक परमात्मा दा संदेशा दिंदा है, कोई भी कहते कोई भी ब्रह्म ज्ञानी कहते मैं तां मेरे मन दे अंदर ते मेरे तन दे अंदर बहुत मिठा लगदा है, बहुत मिठा लगदा है। कोई आण संदेशा दे प्रभ केरा, इस मालक परमात्मा दा जिहड़ा रस्ता दिखाउंदा है, ਉਹਦਾ ਸੰਦੇਸ਼ਾ ਦਿੰਦਾ ਹੈ ਵੀ ਆਹ ਹੈ ਮਾਲਕ ਆ ਕੀ ਕਰ ਰਹੇ ਗੁਰੂ। ਆ ਪੰਜਵੀਂ ਚੌਥੀ ਪਾਤਸ਼ਾਹੀ ਇਹ ਗੁਰਬਾਣੀ ਕੀ ਕਰ ਰਹੀ ਹੈ, ਇਹ ਮਾਲਕ ਦਾ ਮੂੰਹ ਹੈਗਾ ਭਾਈ, ਇਹ ਮਾਲਕ ਬੋਲਦਾ ਹੈ, ਇਹ ਮਾਲਕ ਦਾ ਸੰਦੇਸ਼ਾ ਦੇ ਰਹੇ ਆਪਾਂ ਨੂੰ। ਕੋਈ ਆਣ ਸੰਦੇਸ਼ਾ ਦੇ ਪ੍ਰਭ ਕੇਰਾ, ਹਿਰਦੇ ਅੰਤਰ ਮਨ ਤਨ ਮੀਠ ਲੱਗਿਆ। ਕਹਿੰਦੇ ਮੇਰੇ ਹਿਰਦੇ ਦੇ ਵਿੱਚ, ਮੇਰੇ ਮਨ ਦੇ ਵਿੱਚ, ਤਨ ਦੇ ਵਿੱਚ ਮਿੱਠਾ ਲੱਗਦਾ ਹੈ। मस्तक काट द्यों चरणा तल, जो हर प्रभ मेले मेल मिलैया। मैं तो ऐसे गुरु तो, ऐसे ब्रह्म ज्ञानियों तो मैं तो अपना मत्था, अपनी बुद्धि सारी कट के थले रख देवां, ਉਹਦੇ ਚਰਨਾਂ ਦੇ ਤਲ ਦੇ ਉੱਤੇ ਰੱਖ ਦੇਵਾਂ। ਜੋ ਮੈਨੂੰ ਉਸ ਮਾਰਗ ਪਰਮਾਤਮਾ ਦੇ ਨਾਲ ਮੈਨੂੰ ਜੋ ਉਸ ਪਰਮਾਤਮਾ ਦੇ ਨਾਲ ਮੈਨੂੰ ਮਿਲਾਪ ਕਰਾ ਦੇ, ਮੇਰਾ ਮੇਲ ਮਿਲਾ ਦੇ ਮੇਰੇ ਪਤੀ ਦੇ ਨਾਲ, ਮੇਰੇ ਪਿਓ ਦੇ ਨਾਲ, ਮੇਰੀ ਮਾਂ ਦੇ ਨਾਲ, ਮੇਰਾ ਸਾਰਾ ਕੁਝ ਹੈਗਾ। मस्तक काट द्यों चरणा तल, जो हर प्रभ मेले मेल मिलैया। चल चल सखी हम प्रभ प्रबोधे, गुण कामन कर हर प्रभ लहिया। चलो मेरी ज्ञान इंद्रियो, अखां कन नक सारियो, आजो चलिए आपां परमात्मा दे वल नूं चलिए, परमात्मा नूं प्रबोधीए, परमात्मा दे बारे बोध लईए। ਕੀ ਬੋਧ? ਗੁਣ ਕਾਮਣ ਕਰ ਹਰ ਪ੍ਰਭ ਲਹੀਆ। ਕਹਿੰਦੇ ਗੁਣ ਲੈਣੇ ਪੈਣੇ ਆ ਭਾਈ, ਸ਼ਿੰਗਾਰ ਕਰਨਾ ਪੈਣਾ ਹੈ। ਸਤ, ਸੰਤੋਖ, ਦਇਆ, ਧਰਮ, ਧੀਰਜ, ਇਹ ਸਾਰੇ ਗੁਣ ਇਕੱਠੇ ਕਰਨੇ ਪੈਣੇ। ਜੀਵਨ ਦੇ ਵਿੱਚ ਸੱਤ ਲੈ ਕੇ ਆਉਣਾ ਹੈ, ਸੱਚਾ ਆਚਰਣ। ਚਲ ਚਲ ਸਖੀ ਹਮ ਪ੍ਰਭ ਪ੍ਰਬੋਧੇ, ਗੁਣ ਕਾਮਣ ਕਰ ਹਰ ਪ੍ਰਭ ਲਹੀਆ। ਕਹਿੰਦੇ ਗੁਣ ਹੋਣਗੇ ਤੇ ਮਾਲਕ ਆਪੇ ਆ ਜਾਏਗਾ ਭਾਈ। ਮਾਲਕ ਨੂੰ ਆਹ ਚੀਜ਼ ਚਾਹੀਦੀ, ਆ ਸ਼ਿੰਗਾਰ ਚਾਹੀਦਾ, ਔਰ ਇਹ ਸ਼ਿੰਗਾਰ ਮਾਲਕ ਨੇ ਆਪ ਕਰਾਉਣਾ ਹੈ। ਪ੍ਰਭ ਆਣ ਮਹਿੰਦੀ ਪਿਸਾਈ, ਉਸੇ ਨੇ ਪੀਸਣੀ ਹੈ ਮਹਿੰਦੀ। ਮਹਿੰਦੀ ਹੈ ਘਾਲਣਾ, ਜਿਨੀ ਨਾਮ ਤੇ ਆਇਆ ਗਏ ਮਸਕਤ ਘਾਲ। ਇਹ ਮਾਲਕ ਨੇ ਆਪ ਜਿਹੜਾ ਹੈਗਾ, ਆਪਣਾ ਚੋਇਸ ਚਾਹੀਦੀ ਹੈ ਔਰ ਆਪਾਂ ਚੱਲਣਾ ਚਾਹੀਏ। ਚਲ ਚਲ ਸਖੀ ਹਮ ਪ੍ਰਭ ਪ੍ਰਬੋਧੇ, ਗੁਣ ਕਾਮਣ ਕਰ ਹਰ ਪ੍ਰਭ ਲਹੀਆ। ਭਗਤ ਵਛਲ ਉਆ ਕੋ ਨਾਮ ਕਹੀਅਤ ਹੈ, शरण प्रभु तिस पाछे पईया। कहते ਉਹਦਾ ਨਾਮ ਹੈਗਾ ਭਗਤ ਵਛਲ। ਬੰਦੇ ਬੰਦਗੀ ਇਖਤਿਆਰ, ਉਹਦਾ ਨਾਮ ਹੈਗਾ ਭਗਤ ਵਛਲ। ਭਗਤੀ ਤੇ ਵਸ ਹੈਗਾ, ਉਹ ਭਗਤੀ ਤੇ ਵਸ ਹੈਗਾ। ਜਿਹਦੇ ਕੋਲ ਭਗਤੀ ਆ ਉਹਦੇ ਵਸ ਆ ਮਾਲਕ ਪਰਮਾਤਮਾ। ਹਉ ਭਗਤਾਂ ਕੇ ਵਸ, ਭਗਤਾਂ ਤਾਣ ਤੇਰਾ। भक्त वचल उहाँ को नाम कहियत है, शरण प्रभु तिस पाछे पईया। ਕਹਿੰਦੇ ਜਿਹੜੇ ਪਰਮਾਤਮਾ ਦੀ ਸ਼ਰਨ ਦੇ ਵਿੱਚ ਹੈਗੇ ਆ, ਜਿਨ੍ਹਾਂ ਨੇ ਆਪਣਾ ਮਨ ਤਨ ਦੇ ਦਿੱਤਾ, ਕਹਿੰਦੇ ਮੈਂ ਤਾਂ ਉਹਨਾਂ ਦੇ ਪਿੱਛੇ ਜਾਵਾਂ। ਉਹਨਾਂ ਕੋਲੋਂ ਜਿਹੜਾ ਹੈਗਾ ਪਤਾ ਲੱਗਣਾ ਹੈ ਭਾਈ, ਜਿਹੜੇ ਚੱਲ ਰਹੇ, ਜਿਹੜੇ ਚੱਲ ਪਏ, ਜਿਨ੍ਹਾਂ ਨੇ ਯਾਤਰਾ ਕਰ ਲਈ। ਭਗਤ ਵਛਲ ਉਹਾਂ ਕੋ ਨਾਮ ਕਹੀਏ, ਤੇ ਮੈਨੂੰ ਵੀ ਗੁਣ ਚਾਹੀਦੇ ਆ। ਮੈਂ ਵੀ ਪਰਮਾਤਮਾ ਨੂੰ ਪ੍ਰਬੋਧਨਾ ਚਾਹੁੰਦੀ ਹਾਂ, ਮੈਂ ਵੀ ਮਾਲਕ ਦਾ ਗਿਆਨ ਲੈਣਾ ਚਾਹੁੰਦੀ ਹਾਂ, ਮੈਂ ਵੀ ਇਸ ਰਸਤੇ 'ਤੇ ਤੁਰਨਾ ਚਾਹੁੰਦੀ ਹਾਂ। ਮੇਰੇ ਮਨ 'ਚ ਵਿੱਚ ਆ ਹੈਗਾ। ਭਗਤ ਵਛਲ ਉਆ ਕੋ ਨਾਮ ਕਹੀਅਤ ਹੈ, शरण प्रभु तिस पाछे पईया। खिमा सिंगार करे प्रभ खुशियाँ, मन दीपक गुर ज्ञान बलैया। कहते मन च गुरु के ज्ञान का दीवा बल गया। गुरु कहता खिमा कर, खिमा का गहना सब तो सोहना गहना आ लै ला पाए। सारिਆਂ ਨੂੰ माफ़ कर दे, अपने आप ਨੂੰ भी अपने मन ਨੂੰ भी माफ़ कर दे। जो कुछ होया सो होया,
ਉਹਨੂੰ ਕੁਝ ਨਹੀਂ ਕਰ ਸਕਦੇ ਆਪਾਂ। ਉਹ ਆਪਣੀ ਯਾਤਰਾ 'ਤੇ ਹੈ ਭਾਈ, ਆਪਾਂ ਆਪਣੀ ਯਾਤਰਾ 'ਤੇ ਹੈ। ਆਪਾਂ ਤਾਂ ਹੈ ਹੀ ਨਹੀਂ ਕੁਛ ਹੈਗੇ। ਬਸ ਕੁਛ ਕਹਿਤਾ, ਕੁਛ ਲੈ, ਤੂੰ ਕੁਛ ਕਹਿਤਾ, ਉਹਨੇ ਕੁਛ ਕਹਿਤਾ, ਬਸ ਛੱਡ ਦੇ ਸਾਰਾ। ਕਾਹਦੇ ਵਾਸਤੇ ਵਿਚਾਰ ਲੈਣੇ, ਕਾਹਦੇ ਵਾਸਤੇ? ਆਹ ਖਿਮਾ ਦਾ ਗਹਿਣਾ ਹੋਏਗਾ ਤੇ ਪਰਮਾਤਮਾ ਖੁਸ਼ੀਆਂ ਦੇ ਦੂਗਾ। ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ। ਖਿਮਾ ਦਾ ਸ਼ਿੰਗਾਰ ਲੈ ਲਾ ਪਿਆਰਿਆ, ਤੇ ਖੁਸ਼ੀਆਂ ਲੈ ਲਾ ਮਾਲਕ ਦੀਆਂ। ਇੱਥੇ ਜਿਹੜੀ ਹੈਗੀ ਆ ਉਹ ਕਿਰਪਾ ਜਿਹੜੀ ਅਟਕੀ ਪਈ ਹੈ, ਉਹ ਨਿਰਮਲ ਬਾਬੇ ਦੀ ਮੰਗੂ। ਖਿਮਾ ਸ਼ਿੰਗਾਰ ਕਰੇ ਪ੍ਰਭ ਖੁਸ਼ੀਆਂ, ਮਨ ਦੀਪਕ ਗੁਰ ਗਿਆਨ ਬਲਈਆ। ਕਹਿੰਦੇ ਮਨ ਦੇ ਵਿੱਚ ਗੁਰੂ ਤੇ ਗਿਆਨ ਦਾ ਦੀਵਾ ਭਗ ਜਾਏਗਾ। ਗੁਰੂ ਦਾ ਗਿਆਨ ਦੀਵਾ ਹੈ ਭਾਈ। ਮਨ ਦੀਪਕ ਗੁਰ ਗਿਆਨ ਬਲਈਆ। ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੇ ਜਿਉ ਕੱਟ ਕੱਟ ਪਈਆ। ਦੇਖ ਲਓ ਆਗੇ ਮਿਲਾਪ ਇਸ ਤਰ੍ਹਾਂ ਹੋ। ਕਹਿੰਦੇ ਆਹ ਜਿਨ੍ਹਾਂ ਨੇ ਪਰਮਾਤਮਾ ਨੂੰ ਮਿਲੇ ਹੈਗੇ ਇਸ ਤਰੀਕੇ ਦੇ ਨਾਲ, ਪਤੀ ਦਾ ਜਿਨ੍ਹਾਂ ਨੇ ਸੁੱਖ ਮਾਣਿਆ ਆ, ਉਹ ਜੀਵ ਇਸਤਰੀਆਂ ਦੱਸਦੀਆਂ ਹੈ ਭਾਈ। ਉਹ ਮਾਲਕ ਪਰਮਾਤਮਾ ਜਿਹੜਾ ਹੈਗਾ, ਜਿਹੜਾ ਵੀ ਆਪਣੇ ਆਪ ਨੂੰ, ਆਪਣੇ ਮਨ ਔਰ ਤਨ ਨੂੰ ਦੇ ਦਿੰਦਾ ਆ, ਹਮ ਤਿਸ ਆਗੇ ਜਿਉ ਕੱਟ ਕੱਟ ਪਈ ਆ, ਆਪਣੇ ਆਪ ਨੂੰ ਹੀ ਕੁਰਬਾਨ ਕਰ ਦਿੰਦਾ ਹੈ। ਅਤੇ ਮਾਲਕ ਪਰਮਾਤਮਾ ਦਾ ਹਮੇਸ਼ਾ ਵਾਸਤੇ ਉਹ ਪਤੀ ਦਾ ਸਾਥ ਮਾਣਦੇ, ਪਤੀ ਦਾ ਸੁੱਖ ਲੈਂਦੀ ਹੈ ਜੀਵ ਇਸਤਰੀ। ਰਸ ਰਸ ਭੋਗ ਕਰੇ ਪ੍ਰਭ ਮੇਰਾ, ਹਮ ਤਿਸ ਆਗੇ ਜਿਉ ਕੱਟ ਕੱਟ ਪਈਆ। ਮੈਂ ਤਾਂ ਸਾਰਾ ਕੁਛ ਦੇ ਦਿੱਤਾ ਮਾਲਕ ਪਰਮਾਤਮਾ ਦੇ ਅੱਗੇ। ਉਹ ਸਖੀਆਂ ਦੱਸਦੀਆਂ ਹੈ ਭਾਈ, ਆਇਆ ਗੁਰੂ ਦਾ ਗਿਆਨ। ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ। ਆਹ ਮਨ ਜਿਹੜਾ ਸੀਗਾ ਇੰਨਾ ਅੜੀਅਲ ਸੀਗਾ, ਇਹ ਮੰਨਦਾ ਹੀ ਨਹੀਂ ਸੀ, ਇਸ ਰਸਤੇ 'ਤੇ ਆਉਂਦਾ ਹੀ ਨਹੀਂ ਸੀ, ਭਗਤੀ ਕਰਨਾ ਚਾਹੁੰਦਾ ਹੀ ਨਹੀਂ ਸੀਗਾ, ਇਹ ਸੁਣਨਾ ਹੀ ਨਹੀਂ ਚਾਹੁੰਦਾ ਸੀਗਾ। ਹੁਣ ਜਿਹੜਾ ਹੈਗਾ ਮਨ ਮੋਤੀ ਚੂਰ ਦਾ ਲੱਡੂ ਬਣ ਗਿਆ ਭਾਈ। ਐਸਾ ਗਹਿਣਾ ਇਹਨੇ ਸਜਾ ਲਿਆ ਜੀਵ ਇਸਤਰੀ ਨੇ। ਬਿਲਕੁਲ ਮਨ ਪੂਰਾ ਨਰਮ ਹੋ ਗਿਆ, ਪੂਰਾ ਦਾ ਪੂਰਾ ਮਿੱਠਾ। ਹਰ ਹਰ ਹਾਰ ਕੰਠ ਹੈ ਬਣਿਆ। ਕਹਿੰਦੇ ਭਗਤੀ ਹੁਣ ਕੰਠ ਦੇ ਵਿੱਚ ਹਾਰ ਵਾਂਗੂ ਬਣ ਗਈ ਹੈ ਭਾਈ। ਹਰ ਹਰ ਹਾਰ ਪਰਮੇਸ਼ਰ ਦਾ ਨਾਮ, ਧਿਆਨ ਸਿਮਰਨ। ਹਰ ਹਰ ਹਾਰ ਕੰਠ ਹੈ ਬਣਿਆ, ਮਨ ਮੋਤੀ ਚੂਰ ਵੱਡ ਗਹਿਨ ਗਹਿਨਈਆ। ਬੜੇ ਗਹਿਣੇ ਪਾ ਲਏ ਭਾਈ ਇਹਨੇ। ਹਰ ਹਰ ਸਰਦਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ। ਕਹਿੰਦੇ ਐਸੀ ਨਾਮ ਦੀ, ਧਿਆਨ ਸਿਮਰਨ ਦੀ, ਸ਼ਰਧਾ ਦੀ ਸੇਜ ਵਿਛਾ ਲਈ ਜੀਵ ਇਸਤਰੀ ਨੇ ਕਿ ਉਹ ਮਾਲਕ ਪਰਮਾਤਮਾ ਹੁਣ ਜਿਹੜਾ ਹੈਗਾ ਉਹਨੂੰ ਨਹੀਂ ਛੱਡਦਾ। ਹੁਣ ਮਾਲਕ ਪਰਮਾਤਮਾ ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ। ਕਹਿੰਦੇ ਇੰਨਾ ਮਨ ਨੂੰ ਭਾ ਗਈ ਜੀਵ ਇਸਤਰੀ ਪਰਮਾਤਮਾ ਦੇ ਕਿ ਹਮੇਸ਼ਾ ਵਾਸਤੇ ਉਹ ਆਪਣੇ ਨਾਲ, ਉਹਦੇ ਨਾਲ ਰਹਿੰਦਾ ਹੈ ਮਾਲਕ ਪਰਮਾਤਮਾ। ਹਰ ਹਰ ਸਰਦਾ ਸੇਜ ਵਿਛਾਈ। ਦੇਖੋ ਹਰ ਹਰ ਸਰਦਾ ਸੇਜ ਵਿਛਾਈ। ਔਰ ਅੱਗੇ ਪ੍ਰਭ ਪਰਮਾਤਮਾ ਛੋੜ ਨਾ ਸਕੇ, ਨਹੀਂ ਛੱਡਦਾ। ਹੋ ਗਈ ਬਾਹਰ, ਸੰਸਾਰ ਯਾਤਰਾ ਜਿੱਤ ਲਈ, ਬਲਕਿ ਮਾਲਕ ਪਰਮਾਤਮਾ ਦੇ ਨਾਲ ਇੱਕਮਿਕ ਹੋ ਗਈ। ਇੱਥੇ ਇੱਟ ਦੇ ਵਿੱਚ ਇੱਟ ਥੋੜ੍ਹੀ ਨਾ ਜਾ ਕੇ ਇੱਟ ਜੜ ਗਈ। ਇਹ ਤਾਂ ਮਾਲਕ ਦੇ ਨਾਲ ਆ ਹਮੇਸ਼ਾ ਵਾਸਤੇ ਭਾਈ। ਹਰ ਹਰ ਸਰਦਾ ਸੇਜ ਵਿਛਾਈ, ਪ੍ਰਭ ਛੋੜ ਨਾ ਸਕੈ ਬਹੁਤ ਮਨ ਭਈਆ। ਕਹੈ ਪ੍ਰਭ ਅਵਰ ਕਿਛ ਕੀਜੈ, ਸਭ ਬਾਦ ਸਿੰਗਾਰ ਫੋਕਟ ਫੁਕਟਈਆ। ਆਹ ਹੁਣ ਕਰਮ ਕਾਂਡ ਆ ਭਾਈ। ਆ ਬਾਣੀ ਜੋ ਦੱਸ ਰਹੀ ਆ ਆਪਾਂ ਨੂੰ, ਇਹ ਪਰਮਾਤਮਾ ਦਾ ਹੁਕਮ ਦੱਸ ਰਹੀ ਹੈ। ਪਰਮਾਤਮਾ ਆਹ ਚਾਹੁੰਦਾ ਹੈ। ਇਸ ਤੋਂ ਇਲਾਵਾ ਕਹਿੰਦੇ ਜੇ ਕੁਛ ਹੋਰ ਕਰੀਏ ਧਰਮ ਦੇ ਉੱਤੇ, ਜਿਹੜਾ ਹੈਗਾ ਹੋਰ ਕਰਮ ਕਰੀਏ, ਕਰਮ ਕਾਂਡ ਕਰੀਏ, ਖਾਲੀ ਬਾਹਰੀ ਜਿਹੜੇ ਹੈਗੇ ਮਨ ਨੂੰ, ਪਤੰਦਰ ਨੂੰ ਫਰੀ ਛੱਡ ਕੇ ਜਿਹੜਾ ਹੈਗਾ ਗਿਆਨ ਇੰਦਰੀਆਂ ਜਿਹੜੀਆਂ ਹੈਗੀਆਂ ਆਪੋ ਆਪਣੇ ਰਸਾਂ ਦੇ ਵਿੱਚ ਡੁੱਬੀਆਂ ਪਈਆਂ। ਕਹਿੰਦੇ ਕਹੈ ਪ੍ਰਭ ਅਵਰ ਕਿਛ ਕੀਜੈ, ਕਰੀਏ ਹੋਰ ਕੁਛ, ਸਭ ਬਾਦ ਸਿਗਾਰ ਫੋਕਟ ਫੁਕਟਈਆ। ਕਹਿੰਦਾ ਸਾਰੇ ਕਰਮ ਕਾਂਡ ਕੀਤੇ ਕਰਾਏ ਤੇਰੇ ਜਿਹੜੇ ਫੋਕਟ ਹੋ ਜਾਣਗੇ, ਕੋਈ ਫਾਇਦਾ ਨਹੀਂ ਹੋਏਗਾ। ਫੋਕਟ ਫੁਕਟਈਆ ਭਾਈ। ਮਨ ਤਾਂ ਫੜਿਆ ਹੀ ਨਹੀਂ ਪਤੰਦਰ। ਜਿਹਨੇ ਭਗਤੀ ਕਰਨੀ ਆ ਉਹ ਤਾਂ ਬਾਹਰ ਆ। ਸਰੀਰ ਜਿਹੜਾ ਲੱਗਿਆ ਹੋਇਆ ਭਾਈ ਆਟੋ ਪਾਇਲਟ 'ਤੇ ਲੱਗਿਆ ਹੋਇਆ, ਮੂੰਹ ਦੇ ਨਾਲ ਵਾਹਿਗੁਰੂ ਵਾਹਿਗੁਰੂ ਹੋ ਰਿਹਾ, ਮੂੰਹ ਦੇ ਨਾਲ ਹੀ ਜਿਹੜਾ ਹੈਗਾ ਬਾਣੀ ਪੜ੍ਹੀ ਜਾ ਰਹੀ ਹੈ। ਸਾਰਾ ਕੁਛ ਜਿਹੜਾ ਹੈਗਾ ਨਹਾ ਲਏ, ਤੀਰਥਾਂ 'ਤੇ ਚਲੇ ਗਏ, ਬਸ ਸਾਰਾ ਕੁਛ ਕਹਿੰਦੇ ਸਾਰਾ ਫੋਕਟ ਫੁਕਟਈਆ ਹੈ ਭਾਈ। ਪਰਮਾਤਮਾ ਤਾਂ ਕਹਿ ਰਿਹਾ ਭਾਈ ਮਨ ਨੂੰ ਫੜ, ਮਨ ਨੇ ਭਗਤੀ ਕਰਨੀ ਹੈ। ਮਨ ਰੇ ਥਿਰ ਰਹੋ, ਮਤ ਕਤ ਜਾਹੀ ਜਿਓ, ਮਨ ਮੇਰੇ ਗਹੋ ਹਰ ਨਾਮ ਕਾ ਓਲਾ,
तुझे न लागे ताता झोला। मन कर कबू न हर गुण गाए, विख्या सकत रहे उनिस बासुर, कीनो अपनो पायो। मन कर कबू न हर गुण गायो। कियो सिंगार मिलन के ताई, जिस जीव इस्त्री ने परमात्मा ਨੂੰ ਮਿਲਾਪ ਦੇ ਵਾਸਤੇ ਗੁਰੂ ਜੋ ਕਹਿ ਰਿਹਾ ਹੈ, ਬ੍ਰਹਮ ਗਿਆਨ ਜੋ ਕਹਿ ਰਿਹਾ, ਇਹ ਸਿੰਗਾਰ ਕੀਤਾ, ਇਹੋ ਸਿੰਗਾਰ ਮਿਲਣ ਕੇ ਤਾਈ, ਆਪਣੇ ਮਨ ਨੂੰ ਜਿਹੜਾ ਸਿੰਗਾਰਿਤ ਕਰ ਲਿਆ, ਇਹੋ ਸਿੰਗਾਰ ਮਿਲਣ ਕੇ ਤਾਈ, ਪ੍ਰਭ ਲਿਓ ਸੁਹਾਗਣੇ, ਥੂਕ ਮੁਖੇ ਪਈਆ। ਪ੍ਰਭ ਲਿਓ ਸੁਹਾਗਣੇ, ਕਿਹਨੇ ਲੈ ਲਿਆ ਪਰਮਾਤਮਾ ਨੂੰ? ਸੁਹਾਗਣ ਨੇ ਪਤੀ ਦਾ ਸਾਥ ਮੰਨ ਲਿਆ, ਪਤੀਵਰਤਾ ਹੋ ਗਈ, ਮਾਲਕ ਪਰਮਾਤਮਾ ਦੇ ਨਾਲ ਉਹਦੇ ਗਲ ਨਾਲ ਚਿੰਬੜ ਗਈ। ਤੇ ਬਾਕੀ ਕਹੇ ਪ੍ਰਭ ਅਵਰ ਕਿਛ ਕੀਜੈ, ਸਭ ਬਾਦ ਸਿੰਗਾਰ ਫੋਕਟ ਫੁਕਟਈਆ। ਉਹਨਾਂ ਦਾ ਕੀ ਹੋਇਆ? ਥੂਕ ਮੁਖ ਪਈਆ, ਉਹਨਾਂ ਦੇ ਮੂੰਹ ਤੇ ਥੂ ਥੂ ਹੋ ਗਈ ਪਾਏ, ਕੁਛ ਪ੍ਰਾਪਤ ਹੀ ਨਹੀਂ ਹੋਇਆ। ਰੀਸਾਂ ਸੁਹਾਗਣਾ ਦੀਆਂ ਆ ਤੇ ਅੰਦਰ ਜਿਹੜਾ ਹੈਗਾ ਕੰਮ ਦੁਹਾਗਣਾ ਵਾਲੇ ਆ। ਕੀਓ ਸਿੰਗਾਰ ਮਿਲਣ ਕੇ ਤਾਈ, ਪ੍ਰਭ ਲਿਓ ਸੁਹਾਗਨੇ, ਥੂਕ ਮੁਖ ਪਈਆ। ਬਾਕੀ ਜਿਹੜੀਆਂ ਹੈਗੀਆਂ ਕਹੇ ਪ੍ਰਭ ਅਵਰ ਕਿਛ ਕੀਜੈ, ਸਭ ਬਾਦ ਸਿੰਗਾਰ ਫੋਕਟ ਫੁਕਟਈਆ। ਹਮ ਚੇਰੀ ਤੂੰ ਅਗਮ ਗੁਸਾਈ, ਕਿਆ ਹਮ ਕਰਾਂ ਤੇਰੇ ਵਸ ਪਈਆ। ਕਹਿੰਦੇ ਅਸੀਂ ਤਾਂ ਨੌਕਰ ਹਾਂ, ਮੈਂ ਤਾਂ ਚੇਰੀ ਹਾਂ ਮਾਲਕਾ, ਮੈਂ ਤਾਂ ਚੇਰੀ ਹੈਗੀ, ਮੇਰਾ ਤਾਂ ਕੋਈ ਐਗਜ਼ਿਸਟੈਂਸ ਹੀ ਨਹੀਂ ਹੈ। ਤੂੰ ਤਾਂ ਅਗਮ ਹੈ, ਤੂੰ ਗਮਿਆ ਹੀ ਨਹੀਂ ਜਾਂਦਾ। ਇਹ ਗਿਆਨ ਇੰਦਰੀਆਂ ਸਰੀਰ ਦੀ ਪਕੜ ਤੋਂ ਬਾਹਰ ਆ। ਤੂੰ ਮਾਲਕ ਹੈ, ਮਾਲਕ ਤੇਰੇ ਵਸ 'ਚ ਹਾਂ, ਅਸੀਂ ਤੇਰੇ ਕੰਟਰੋਲ 'ਚ ਹਾਂ ਮਾਲਕਾ। मेरा कुछ नहीं है मालका, हम चेरी तू अगम गुसाई, क्या हम करें तेरे बस भैया। मालका मैं कुछ नहीं हैगा, मैं सारा कुछ ड्रॉप कर दिता, बस मैं तेरे वास्ते, मैं अपनी नौका जिहड़ी तेरे हवाले कर दिती है, जिधर नूं ले जानी है मालका तू लैके जा। क्या हम चेरी तू अगम गुसाई, क्या हम करें। मैं कुछ नहीं कर सकता, असी कुछ नहीं कर सकते, तेरे बस पई है, बस तेरे हवाले है मेरे जीवन की नौका। तो मालक कहता फिर आ गुरु तेनू ज्ञान दिता है, ये हिसाब के नाल चल पा। कादे वास्ते अपोजिट डायरैक्शन च जा रहे हैं, क्यों जिहड़ा हैगा मेहनत कर रहे हैं तो फल प्राप्त नहीं हो रहा तेनू, कादे वास्ते। दया दीन करो रख लेवो, नानक हर गुर शरण समैया। हे मेरे मालका मैं दीन हैगा आ, तू दयाल हैगा आ, कर दया, तू तेरा नाम है दीन दयाल। दया दीन करो रख लेवो, मैनू रख ला मालका, मैं तेरे हवाले हैगा आ, मैं चेरी हैगा, मैं तेरा नौकर हैगा आ। नानक हर गुर शरण समैया। ओ मालक परमात्मा बस उस वेले जिहड़ा हैगा आ गुरु का ज्ञान, गुरु की शरण दे विच गुरु विचाले आके विचोला बन के जिहड़ा हैगा वो मालक दे विच जिहड़ा हैगा वो पति परमात्मा जिहड़ा हैगा वो गल नाल ला लैंदा है पाए। प्रभ लियो सुहागण नूं अपने गल नाल ला दिंदा, सुहागवती हो जाती है हमेशा वास्ते। बिलावल महला पंजवां, बिलावल महला चौथा। मैं मन तन प्रेम अगम ठाकुर का, खिन खिन सरदा मन बहुत उठैया। देखो जिहड़ी जीव इस्त्री हुण गुरु दे नाल गुरु दे अनुसार आ, गुरु दा ज्ञान जिहदे अंदर बार बार गुरु दे ज्ञान दे द्वारा जिहड़ा हैगा उहदे अंदर चाह पैदा हो जाता है, उहदे मन दे विच भी। और किसी ने माइक खोलता जी अपना, प्लीज़ एक सेकंड, मैंने लभना पैना है, टाइम अपना वेस्ट होना। जसवीर बेनीपाल जी तुहाडा माइक खुल गया, इस तरह ना करो जी, देखो हाँ जी। मैं मन तन प्रेम अगम ठाकुर का, खिन खिन सरदा मन बहुत उठैया। मैं मन तन प्रेम अगम ठाकुर का, खिन खिन कहते बस मेरे अंदर खिच पैदा होई जा रही है। शरदा कहते बस, शरदा का मतलब है भी मालक परमात्मा के प्रति जिहड़ा हैगा मेरी खिच वधी जा रही है, बहुत मन दे विच तांग हो रही है मिलाप दे वास्ते, व्याकुल हो रही जीव इस्त्री। परमात्मा दे मन भी ते तन भी दोनों
ਇਹ ਜਿਹੜੀਆਂ ਗਿਆਨ ਇੰਦਰੀਆਂ ਅੜੀ ਕਰਦੀਆਂ ਸੀ, ਇਹ ਹੁਣ ਇਹਨਾਂ ਦੇ ਅੰਦਰ ਵੀ ਖਿੱਚ ਪੈਦਾ ਹੋ ਗਈ, ਸਹਾਇਤਾ ਕਰਨ ਲੱਗ ਪਈਆਂ। ਮੈਂ ਮਨ ਤਨ ਪ੍ਰੇਮ ਅਗਮ ਠਾਕੁਰ, ਆ ਯਾਤਰਾ ਹੈਗੀ ਭਾਈ। ਇਸ ਤਰ੍ਹਾਂ ਜਿਹੜਾ ਹੈਗਾ ਮਾਲਕ ਪਰਮਾਤਮਾ ਨੇ ਦਰਸ਼ਨ ਦਿੰਦਾ ਹੈ। ਇਸ ਤਰ੍ਹਾਂ ਐਸਾ ਆਤਮ ਦਰਸ਼ਨ ਇਸ ਤਰ੍ਹਾਂ ਹੁੰਦਾ ਹੈ। ਮੈਂ ਮਨ ਤਨ ਪ੍ਰੇਮ ਅਗਮ ਠਾकुर का खिन खिन सरदा मन बहुत उठाइया, गुर देखे सरदा मन पूरी। गुरु ਨੂੰ ਦੇਖ ਕੇ ਪਾਏ। ਬ੍ਰਹਮ ਗਿਆਨੀ ਅਨਾਥ ਆਪ ਕੀ ਕਰ ਰਹੇ? ਗੁਰੂ ਨੂੰ ਦੇਖ ਰਹੇ ਪਾਏ। ਗੁਰੂ ਨੇ ਸ਼ਰਧਾ ਪੂਰੀ ਕਰਨੀ ਹੈ ਭਾਈ। ਗੁਰੂ ਦੱਸਦਾ ਹੈ ਕਿਵੇਂ ਉਹ ਬੂੰਦ ਮਿਲੂਗੀ ਚਾਤਰਿਕ ਦੀ। ਕਹਿੰਦੇ ਚਾਤਰਿਕ ਤਾਂ ਬਣ ਪਹਿਲਾਂ, ਗੁਰ ਦੇਖੇ ਸਰਦਾ ਮਨ ਪੂਰੀ, ਜਿਉਂ ਚਾਤਰਿਕ ਪ੍ਰਿਯ ਪ੍ਰਿਯ ਬੂੰਦ ਮੁਖੇ ਪਈਆ। ਚਾਤਰਿਕ ਵੀ ਤਾਂ ਪ੍ਰਿਯ ਪ੍ਰਿਯ ਕਰਦਾ ਹੈ ਤੇ ਬੂੰਦ ਆ ਜਾਂਦੀ ਹੈ, ਸਵਾਂਤੀ ਬੂੰਦ। ਮਿਲ ਮਿਲ ਸਖੀ ਹਰ, ਮਿਲ ਮਿਲ ਸਖੀ ਹਰ ਕਥਾ ਸੁਣਈਆ, ਮਿਲ ਮਿਲ ਸਖੀ ਹਰ ਕਥਾ ਸੁਣਈਆ। ਕਹਿੰਦੇ ਮੇਰੀਓ ਗਿਆਨ ਇੰਦਰੀਓ, ਮੇਰੀਓ ਸਖੀਓ, ਚਲੋ ਜਲਦੀ ਕਰੀਏ ਆਪਾਂ ਉਹ ਪਰਮਾਤਮਾ ਦੇ ਮਿਲਾਪ ਦੀ ਗੱਲ ਸੁਣੀਏ ਗੁਰੂ ਕੋਲੋਂ, ਉਹ ਕਥਾ ਸੁਣੀਏ, ਅਕਥ ਕਥਾ। ਮਿਲ ਮਿਲ ਸਖੀ ਹਰ ਕਥਾ ਸੁਣਈਆ, ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸ ਆਗੇ ਸਿਰ ਕੱਟ ਕੱਟ ਪਈਆ ਰਹਾ। ਇਹ ਗੁਰੂ ਨੇ ਦਇਆ ਕਰਕੇ ਪਰਮਾਤਮਾ ਦੇ ਨਾਲ ਮਿਲਾ ਦੇਣੀ ਹੈ। ਮੈਂ ਤਾਂ ਸਿਰ ਆਪਣਾ ਕੱਟ ਕੱਟ ਕੇ ਰੱਖਦਾ, ਆਪਣੀ ਮੱਤ ਜਿਹੜੀ ਹੈਗੀ ਥੱਲੇ ਰੱਖਦਾ, ਖਾਲੀ ਕਰਦਾ ਭਾਂਡੇ ਨੂੰ ਬਿਲਕੁਲ। ਸਤਿਗੁਰ ਦਇਆ ਕਰੇ ਪ੍ਰਭ ਮੇਲੇ, ਮੈਂ ਤਿਸੇ ਆਗੇ ਸਿਰ ਕੱਟ ਕੱਟ ਪਈਆ ਰਹਾ। ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ। ਦੇਖੋ ਇੱਕ ਇੱਕ ਰੋਮ ਦੇ ਵਿੱਚ, ਸਰੀਰ ਦੇ ਵਿੱਚ, ਮਨ ਦੇ ਵਿੱਚ, ਤਨ ਦੇ ਵਿੱਚ ਇੱਕੋ ਹੀ ਖਿੱਚ, ਇੱਕੋ ਹੀ ਖਿੱਚ, ਇੱਕੋ ਹੀ ਖਿੱਚ, ਇੱਕੋ ਹੀ ਵੇਦਨ। ਉਸ ਪਰਮਾਤਮਾ ਦੇ ਮਿਲਾਪ ਦੀ, ਉਹਦੇ ਵਿਯੋਗ ਦੇ ਵਿੱਚ ਵਿਆਕੁਲ ਜੀਵ ਇਸਤਰੀ। ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ। ਕਹਿੰਦੇ ਮੈਨੂੰ ਚੈਨ ਨਹੀਂ ਆਉਂਦਾ ਉਹ ਮਾਲਕ ਪਰਮਾਤਮਾ ਦੇ ਮਿਲਾਪ ਤੋਂ ਬਗੈਰ। ਹੁਣ ਇਹ ਅਵਸਥਾ ਕਿਹੜਾ ਜਿਹੜਾ ਹੈਗਾ, ਐਸੀ ਅਵਸਥਾ ਜਿਹਦੇ ਅੰਦਰ ਹੈਗੀ, ਜਿਹਨੂੰ ਆਹ ਹੈਗੀ, ਉਹ ਦੁਨੀਆ ਵਾਲੇ ਕੀ ਜਾਣਦੇ ਆ ਉਹਨੂੰ, ਕੀ ਹੋ ਰਿਹਾ ਉਹਦੇ ਅੰਦਰ। ਵੈਦਕ ਨਾਟਕ ਦੇਖ ਭੁਲਾਨੇ, ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ। ਕਹਿੰਦੇ ਵੈਦ ਡਾਕਟਰ ਦੁਨੀਆ ਦੇ ਜਿਹੜੇ ਹੈਗੇ ਆ, ਨਾਟਕ ਇੱਥੇ ਨਾਟਕ ਜਿਹੜਾ ਹੈਗਾ ਡਰਾਮਾ ਨਹੀਂ ਹੈਗਾ, ਨਾਟਕ ਮਤਲਬ ਜਿਹੜੀ ਹੈਗੀ ਆ ਨਬਜ਼, ਨਬਜ਼। ਕਹਿੰਦੇ ਨਬਜ਼ ਦੇਖ ਕੇ ਜਿਹੜੇ ਹੈਗੇ ਭੁੱਲ ਗਏ ਭਾਈ। ਉਹ ਕਹਿੰਦੇ ਇਹਦੇ ਸਰੀਰ ਨੂੰ ਕਿਤੇ ਰੋਗ ਆ। ਕਹਿੰਦੇ ਮੈਨੂੰ ਤਾਂ ਮੇਰੇ ਤਾਂ ਮਨ ਔਰ ਤਨ ਨੂੰ ਪ੍ਰੇਮ ਦਾ ਰੋਗ ਲੱਗ ਗਿਆ ਭਾਈ। ਪ੍ਰੇਮ ਦੀ ਪੀਰ ਆ ਮੇਰੇ ਅੰਦਰ, ਪ੍ਰੇਮ ਦਾ ਦਰਦ ਆ। ਤੁਸੀਂ ਨਹੀਂ ਲੱਭ ਸਕੋਗੇ ਮੇਰੀ ਨਬਜ਼ ਤੋਂ। ਰੋਮ ਰੋਮ ਮਨ ਤਨ ਇੱਕ ਬੇਦਨ, ਮੈਂ ਪ੍ਰਭ ਦੇਖੇ ਬਿਨ ਨੀਂਦ ਨਾ ਪਈਆ। ਵੈਦਕ ਨਾਟਕ ਦੇਖ ਭੁਲਾਨੇ, ਨਬਜ਼ ਦੇਖ ਕੇ ਕਹਿੰਦੇ ਕੀ ਲੱਭ ਲਓਗੇ। ਮੈਂ ਹਿਰਦੇ ਮਨ ਤਨ ਪ੍ਰੇਮ ਪੀਰ ਲਗਈਆ। ਮੇਰੇ ਤਾਂ ਹਿਰਦੇ 'ਚ, ਮੇਰੇ ਮਨ ਦੇ ਵਿੱਚ, ਤਨ ਦੇ ਵਿੱਚ ਉਹ ਮਾਲਕ ਪਰਮਾਤਮਾ ਦੀ ਖਿੱਚ ਹੈ। ਹਾਂ ਖਿੰਦ ਪਲ ਰਹਿ ਨਾ ਸਕੋ ਬਿਨ ਪ੍ਰੀਤਮ, ਜਿਉਂ ਬਿਨ ਅਮਲੇ ਅਮਲੀ ਮਰ ਗਈਆ। ਕਹਿੰਦੇ ਇੱਕ ਖਿੰਨ ਵਾਸਤੇ ਮੈਂ ਨਹੀਂ ਰਹਿ ਸਕਦਾ ਉਸ ਮਾਲਕ ਪਰਮਾਤਮਾ ਦੇ ਬਗੈਰ, ਆਪਣੇ ਪਿਆਰੇ ਦੇ ਬਗੈਰ। ਜਿਸ ਤਰ੍ਹਾਂ ਅਮਲ ਤੋਂ ਬਗੈਰ ਅਮਲੀ ਮਰਦਾ ਹੈ, ਉਸ ਤਰੀਕੇ ਦੇ ਨਾਲ। ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨੇ ਅਵਰ ਨਾ ਭਾਵੈ ਬਿਨ ਹਰ ਕੋ ਦੁਈਆ। ਆਪਾਂ ਦੁਨੀਆ ਦੀ ਜਿਹੜੇ ਹੈਗੇ, ਦੁਨੀਆ ਦੇ ਅਮਲਾਂ ਦੇ ਵਿੱਚ ਲੱਗੇ ਹੋਏ ਆ। ਇਹ ਇੰਦਰੀਆਂ ਦੇ, ਇਹ ਸਰੀਰ ਦੇ ਅਮਲਾਂ ਦੇ ਵਿੱਚ। ਉਹ ਪਰਮਾਤਮਾ ਦਾ ਪਾਸਾ ਕਿੱਥੇ ਰਹਿ ਜਾਏਗਾ ਭਾਈ। ਉੱਧਰ ਕਿੱਧਰ ਆ ਜਾਵਾਂਗੇ ਆਪਾਂ, ਜਦ ਆਹੀ ਦੁਨੀਆ ਦੇ ਅਮਲ ਆਪਾਂ ਨੂੰ ਚੰਗੇ ਲੱਗ ਰਹੇ। ਤੇ ਮਾਲਕ ਕਹਿੰਦਾ ਹੋਰ ਵਧਾ ਲਾ ਇਹਨੂੰ, ਹੋਰ ਵੱਧ ਕਰ ਲਾ, ਕਈ ਜਿੰਨੇ ਜਨਮ ਲੈਣੇ ਆ ਲੈ ਲਾ। ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨੇ ਆਵਰ ਨਾ ਭਾਵੇ ਬਿਨ ਹਰ ਕੋ ਦੁਈਆ। ਕਹਿੰਦੇ ਜਿਨ੍ਹਾਂ ਦੇ ਅੰਦਰ ਮਾਲਕ ਦੀ ਖਿੱਚ ਹੈਗੀ, ਉਹ ਮਾਲਕ ਦਾ ਅਮਲ ਹੈਗਾ ਜਿਨ੍ਹਾਂ ਦੇ ਅੰਦਰ, ਜਿਨ੍ਹਾਂ ਨੂੰ ਨਾਮ ਦੀ ਮਾਇ ਪੀਣੀ ਹੈ ਜਿਨ੍ਹਾਂ ਨੇ, ਕਹਿੰਦੇ ਉਹਨਾਂ ਨੂੰ ਹੋਰ ਕੁਛ ਨਹੀਂ ਚੰਗਾ ਲੱਗਦਾ। ਉਹਨਾਂ ਨੂੰ ਦੂਸਰਾ ਕੋਈ ਅਮਲ ਨਹੀਂ ਚੰਗਾ ਲੱਗਦਾ। ਜਿਨ ਕੋ ਪਿਆਸ ਹੋਏ ਪ੍ਰਭ ਕੇਰੀ, ਤਿਨੇ ਅਵਰ ਨਾ ਭਾਵੇ ਬਿਨ ਹਰ ਕੋ ਦੁਈਆ। ਕੋਈ ਆਣ ਮੇਰਾ ਪ੍ਰਭੂ ਮਿਲਾਵੇ, ਹਾਂ ਤਿਸ ਵਿਟੋਂ ਬਲ ਬਲ ਘੁੰਮ ਗਈਆ। ਕਹਿੰਦੇ ਕੋਈ ਵੀ
ਕੋਈ ਬ੍ਰਹਮ ਗਿਆਨੀ, ਕੋਈ ਗੁਰੂ, ਕੋਈ ਸਤਿਗੁਰੂ ਕਹਿੰਦੇ ਪਰਮਾਤਮਾ ਨੂੰ ਮਿਲਾ ਦੇ ਮੈਨੂੰ, ਕੋਈ ਆਣ ਮੇਰਾ ਪ੍ਰਭੂ ਮਿਲਾਵੇ, ਮੈਂ ਤਾਂ ਉਹਦੇ ਅੱਗੇ ਸਾਰਾ ਕੁਝ ਦੇਣ ਨੂੰ ਤਿਆਰ ਹਾਂ। ਮੈਂ ਬਲਿਹਾਰ ਜਾਵਾਂ ਉਹਦੇ ਅੱਗੇ, ਸਾਰਾ ਕੁਝ ਆਪਣਾ ਆਪ ਸਮਰਪਿਤ ਕਰ ਦੇਵਾਂ ਉਸ ਨੂੰ। ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ। ਕਹਿੰਦੇ ਅਨੇਕਾਂ ਜਨਮ, ਕਹਿੰਦੇ ਪਤਾ ਹੀ ਨਹੀਂ, ਕਰੋੜਾਂ ਅਰਬਾਂ ਜਨਮ ਹੋ ਗਿਆ ਆਪਾਂ ਨੂੰ। ਜਦ ਦੀ ਦੁਨੀਆ ਸ੍ਰਿਸ਼ਟੀ ਬਣਾਈ ਆ ਮਾਲਕ ਨੇ, ਚੱਲੇ ਜਾ ਰਹੇ ਆਪਾਂ। ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ। ਕਹਿੰਦੇ ਜਦ ਸਤਿਗੁਰੂ ਦੀ ਸ਼ਰਨ 'ਚ ਪੈ ਗਏ, ਸਤ ਸਤ ਸਤਿਗੁਰੂ ਦੀ ਸ਼ਰਨ ਦੇ ਵਿੱਚ ਪੈ ਗਏ, ਤਾਂ ਜਿਹੜੇ ਹੈਗੇ ਆ ਉਹ ਕਹਿੰਦੇ ਆ ਆਹ ਜਨਮ ਲੇਖੇ 'ਚ ਆ ਗਿਆ ਭਾਈ। ਬਹੁਤ ਜਨਮ ਵਿਛੜੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ। ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ। ਇੱਥੇ ਸਤਿਗੁਰ ਦਾ ਫਿਰ ਭੁਲੇਖਾ ਪੈ ਜਾਣਾ ਭਾਈ। ਸਤਿਗੁਰੂ ਦੀ ਡੈਫੀਨੇਸ਼ਨ ਹੈਗੀ ਉਹ ਸੁਖਮਨੀ ਸਾਹਿਬ ਦੀ 18ਵੀਂ ਪੌੜੀ ਆਪਣੀ ਅਸ਼ਟਪਦੀ ਦੇ ਵਿੱਚ, ਉਹਦੇ ਸ਼ੁਰੂ 'ਚ ਸ਼ਲੋਕ ਦਿੱਤਾ ਹੈ ਮਹਾਰਾਜ ਨੇ। ਸਤਿਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕੇ ਸੰਗ ਸਿਖ ਉਦਰੇ, ਨਾਨਕ ਹਰਿ ਗੁਣ ਗਾਓ। ਜਿਹਨੇ ਜਾਣ ਲਿਆ ਪਰਮਾਤਮਾ ਨੂੰ, ਉਹ ਹੋਇਆ ਸਤਿਗੁਰੂ। ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ। ਕੰਡੀਸ਼ਨ ਹੈਗੀ ਭਾਈ, ਜੇ ਮਿਲਣਾ ਆ ਤੇ ਭਾਈ ਰਸਤਾ ਬ੍ਰਹਮ ਗਿਆਨੀਆਂ ਦੇ ਹਿਰਦੇ 'ਚ ਹੈਗਾ। ਬ੍ਰਹਮ ਗਿਆਨੀਆਂ ਨੇ ਹੀ ਰਸਤਾ ਦੇਣਾ ਆ, ਬ੍ਰਹਮ ਗਿਆਨ ਨੇ ਹੀ ਰਸਤਾ ਦੇਣਾ ਆ, ਉਹਨਾਂ ਨੂੰ ਹੀ ਰਸਤਾ ਪਤਾ ਹੈਗਾ। ਅਨੇਕ ਜਨਮ ਕੇ ਵਿਛੜੇ ਜਨ ਮਿਲੇ, ਆ ਗੁਰੂ ਗ੍ਰੰਥ ਸਾਹਿਬ 36 ਬ੍ਰਹਮ ਗਿਆਨੀ, ਇਹ ਰਸਤਾ ਹੀ ਰਸਤਾ ਹੈਗਾ ਭਾਈ। ਅਨੇਕ ਜਨਮ ਕੇ ਵਿਛੜੇ ਜਨ ਮੇਲੇ, ਜਾਂ ਸਤ ਸਤ ਸਤਿਗੁਰ ਸਰਣ ਪਵਈਆ। ਸੇਜ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੈ ਮਨਮੁਖ ਪਰਮਈਆ। ਕਹਿੰਦੇ ਦੇਖੋ ਐਸੀ ਮਾਲਕ ਪਰਮਾਤਮਾ ਦੀ ਜਿਹੜੀ ਹੈਗੀ ਖੇਡ ਹੈਗੀ ਆ। ਆਪਾਂ ਮਨੁੱਖ ਜਨਮ ਦੀ, ਮਨੁੱਖ ਦੀ ਜੂਨ ਦੀ ਲਈ ਹੈ। ਕਹਿੰਦੇ ਹਰੇਕ ਦੇ ਅੰਦਰ ਹਿਰਦੇ ਦੇ ਉੱਤੇ ਮਾਲਕ ਪਰਮਾਤਮਾ ਹੈਗਾ। ਇਹਦਾ ਕੀ ਮਤਲਬ ਜੀ? ਆਤਮਾ ਜਿਹੜੀ ਹਰੇਕ ਦੇ ਹੈਗੀ ਭਾਈ, ਜਿਹਨੂੰ ਮਿਲਣਾ ਹੈ ਆਪਾਂ ਨੇ, ਹਰੇਕ ਦੇ ਅੰਦਰ ਹੈਗੀ ਆਤਮਾ। ਉਹੀ ਤਾਂ ਸਾਰਾ ਕੁਝ ਬੋਲਦੀ ਹੈ, ਸਾਰਾ ਕੁਝ ਜਿਹੜਾ ਹੈਗਾ, ਜੋ ਕਿਰਿਆ ਹੋ ਰਹੀ, ਜੋ ਦੇਖ ਰਹੀ ਹੈ, ਸਾਰਾ ਕੁਝ ਉਹੀ ਹੈ। ਸੇਜ ਇੱਕੋ ਹੀ ਸੇਜਾ ਹੈਗੀ, ਜੀਵ ਵੀ ਹੈਗਾ ਤੇ ਆਤਮਾ ਵੀ ਹੈਗੀ ਭਾਈ। ਸੇਜ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੈ ਮਨਮੁਖ ਪਰਮਈਆ। ਪਰ ਮਨ ਦੇ ਪਿੱਛੇ ਮਨ ਆ ਗਿਆ, ਆਤਮਾ ਦੇ ਵਿੱਚ ਮਨ ਆ ਗਿਆ, ਆਪਣੀ ਚੇਤਨਤਾ ਦੇ ਵਿੱਚ ਮਨ ਹੈਗਾ। ਮਨ ਜਿਹੜਾ ਹੈਗਾ ਬਸ ਉਹਦੀ ਵਜ੍ਹਾ ਨਾਲ ਜਿਹੜਾ ਹੈਗਾ ਭਰਮ ਇਹ ਚੱਲ ਰਿਹਾ ਸਾਈਕਲ, ਇਹ ਕੋਲੂ ਦੇ ਬੈਲ ਵਾਂਗੂ ਚੱਲੀ ਜਾ ਰਹੇ ਜੂਨਾਂ ਦੇ ਵਿੱਚ। ਮਹਿਲ ਨਹੀਂ ਮਿਲ ਸਕਦਾ ਭਾਈ। ਮਾਲਕ ਕਹਿੰਦਾ ਮਨ ਦੇ ਪਿੱਛੇ ਚੱਲਣ ਦੇ ਨਾਲ ਤਾਂ ਮਹਿਲ ਪਾ ਹੀ ਨਹੀਂ ਸਕਦੇ ਭਾਈ। ਹਾਲਾਂਕਿ ਅੰਦਰ ਹੀ ਬੈਠਾ ਹੈ ਮਾਲਕ ਪਰਮਾਤਮਾ, ਆਤਮਾ ਅੰਦਰ ਹੀ, ਆਪਣੀ ਯਾਤਰਾ ਇੱਥੇ ਤੱਕ ਹੀ ਆ। ਸੇਜ ਏਕੋ ਪ੍ਰਭ ਠਾਕੁਰ, ਮਹਿਲ ਨਾ ਪਾਵੈ ਮਨਮੁਖ ਪਰਮਈਆ। ਗੁਰ ਕਰਤ ਸ਼ਰਨ ਜੇ ਆਵੈ, ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ। ਬਸ ਗੁਰੂ ਤੋਂ ਗਿਆਨ ਲੈ ਕੇ, ਗੁਰੂ ਦੇ ਅਨੁਸਾਰ ਚੱਲ ਕੇ ਪਰਮੇਸ਼ਰ ਦੀ ਸ਼ਰਨ ਦੇ ਵਿੱਚ ਆ ਜਾਏ, ਆਪਣੇ ਆਪ ਨੂੰ, ਆਪਣੇ ਔਮੇ ਨੂੰ ਡਰਾਪ ਕਰ ਦੇ। ਕਹਿੰਦੇ ਪਰਮਾਤਮਾ ਦਾ ਇੱਕ ਖਿਨ ਵੀ ਨਹੀਂ ਲਾਉਂਦਾ, ਇੱਕ ਖਿਨ ਵੀ ਨਹੀਂ ਲਾਉਂਦਾ ਪਾਏ ਮਿਲਣ ਦੇ ਵਾਸਤੇ। ਪ੍ਰਭ ਆਏ ਮਿਲੇ, ਆਤਮਾ ਪ੍ਰਗਟ ਹੋ ਜਾਂਦੀ ਹੈ। ਖਿਨ ਢੀਲ ਨਾ ਪਈਆ, ਇੱਕ ਖਿਨ ਦੀ ਢਿੱਲ ਨਹੀਂ ਹੁੰਦੀ ਪਾਏ। ਸੇਜ ਏਕੋ ਪ੍ਰਭ ਠਾਕੁਰ, ਇੱਕੋ ਹੀ ਸੇਜਾ ਹੈ ਉਹਦੇ, ਉਹ ਪਰਮਾਤਮਾ ਦੀ ਔਰ ਜੀਵ ਦੀ। ਵਿਚਾਲੇ ਪੜਦਾ ਹਉਮੈ ਦਾ ਹੈਗਾ, ਮਨ ਦਾ ਹੈਗਾ। ਮਨਮੁਖ, ਮਨ ਦੇ ਪਿੱਛੇ ਚੱਲਦੇ ਹਾਂ, ਮਨ ਨੂੰ ਡਰੋਪ ਨਹੀਂ ਕਰਦੇ ਆਪਾਂ, ਮਨ ਨੂੰ ਕੰਟਰੋਲ ਦਿੱਤਾ ਹੋਏ। ਇਸ ਕਰਕੇ ਭਰਮਦੇ ਹਾਂ, ਭਟਕਦੇ ਹਾਂ। ਮਨ ਹੈਗਾ, ਮਨ ਦੀ ਰਚਨਾ ਹੀ ਜਿਹੜੀ ਹੈਗੀ ਇਹ ਪੰਜਾਂ ਤੱਤਾਂ ਦੇ ਨਾਲ ਹੋਈ ਹੈ। ਮਨ ਦਾ ਐਗਜ਼ਿਸਟੈਂਸ ਹੀ, ਮਨ ਮੈਲ ਹੈਗੀ ਪੰਜਾਂ ਤੱਤਾਂ ਦੀ, ਆਤਮਾ ਦੇ ਉੱਤੇ ਮੈਲ ਚੜੀ ਹੋਈ ਹੈ। ਗੁਰ ਕਰਤ ਸ਼ਰਨ ਜੇ ਆਵੈ, ਪ੍ਰਭ ਆਏ ਮਿਲੈ ਖਿਨ ਢੀਲ ਨਾ ਪਈਆ। ਇਸੇ ਨੂੰ ਕਾਰਨ ਸ਼ਰੀਰ ਕਹਿੰਦੇ ਆ ਭਾਈ। ਕਰ ਕਿਰਿਆ ਚਾਰ ਵਧਾਏ, ਮਨ ਪਾਖੰਡ ਕਰਮ ਕਪਟ ਲੋ ਭਈਆ। ਕਹਿੰਦੇ ਬਸ ਇਨਸਾਨ ਜਿਹੜਾ ਹੈਗਾ ਬਸ
ਕਿਰਿਆਚਾਰ ਜਿਹੜੇ ਹੈਗੇ ਇਸ ਤਰੀਕੇ ਦੇ ਨਾਲ ਕਰਮ ਕਾਂਡ ਜਿਹੜੇ ਹੈਗੇ ਜਿਹੜਾ ਵੀ ਮਿਲ ਗਿਆ ਉਹ ਜਿਹਨੇ ਲਾਈ ਗੱਲੀ ਉਹਦੇ ਨਾਲ ਉੱਠ ਚੱਲੀ। ਅਤੇ ਬਸ ਜਿੱਧਰੋਂ ਵੀ ਮਤਲਬ ਜਿਹੜਾ ਕੋਈ ਆ ਜੀ ਬੜੇ ਮਹਾਂਪੁਰਖ ਆ ਜੀ ਇਸ ਤਰ੍ਹਾਂ ਹੈਗੇ, ਗੁਰੂ ਨੂੰ ਛੱਡ ਕੇ ਗਿਆਨ ਨੂੰ, ਬ੍ਰਹਮ ਗਿਆਨ ਨੂੰ ਛੱਡ ਕੇ ਆਪਾਂ ਜਿਹੜੇ ਕਰਮ ਕਾਂਡਾਂ 'ਚ ਪੈ ਜਾਂਦੇ। ਬਾਣੀ ਨੂੰ ਆਪਣੇ ਮਨ ਦੇ ਨਾਲ ਡਾਇਲਿਊਟ ਕਰਦੇ ਨੇ। ਬਾਣੀ ਜੀ ਆਹ ਕਹਿੰਦੀ ਹੈ, ਦੇਖੋ ਇੱਥੇ ਲਿਖਿਆ। ਬਾਣੀ ਤਾਂ ਜਿਹੜੀ ਹੈਗੀ, ਬਾਣੀ ਦੇ ਅਰਥ ਕੀ ਕਰ ਸਕਦੇ ਹਾਂ ਆਪਾਂ? ਇਹ ਕੋਈ ਗ੍ਰਾਮਰ ਥੋੜ੍ਹੀ ਨਾ ਹੈਗੀ ਹੈ, ਇਹ ਅੱਖਰੀ ਅਰਥ ਥੋੜ੍ਹੀ ਨਾ ਹੈਗੇ। ਬਾਣੀ ਦੇ ਤਾਂ ਅੰਦਰੋਂ ਜਿਹੜੇ ਹੈਗੇ, ਇਹ ਤਾਂ ਚੌਥੇ ਪਦ ਦੀ ਬਾਣੀ ਹੈ। ਇਹ ਤਾਂ ਬੁੱਝਣੀ ਪੈਣੀ ਹੈ। ਇਹ ਤਾਂ ਪਹੇਲੀ ਹੈਗੀ ਬਾਣੀ। ਅਰਥ ਤਾਂ ਇਹਦੇ ਅੰਦਰ ਜਿਹੜਾ ਪ੍ਰੈਕਟੀਕਲ ਕਰੂਗਾ ਉਹਨੂੰ ਪਤਾ ਲੱਗਣਗੇ। ਇਹ ਤਾਂ ਪ੍ਰੈਕਟੀਕਲ ਗੱਲ ਕਰ ਰਹੀ ਹੈ ਬਾਣੀ। ਇਹ ਮੁੰਦਾਵਣੀ ਸਤਿਗੁਰੂ ਪਾਈ ਗੁਰਸਿੱਖਾਂ ਲੱਦੀ ਪਾਲੇ, ਤਾਂ ਮੁੰਦਾਵਣੀ ਹੈ, ਪਹੇਲੀ ਹੈਗੀ ਭਾਈ। ਇਹ ਬੁੱਝਣੀ ਪੈਣੀ ਹੈ, ਔਰ ਬੁੱਝਣੀ ਗੁਰੂ ਦੇ ਦੁਆਰਾ ਬੁੱਝੀ ਜਾਏਗੀ। ਔਰ ਜਿਹੜਾ ਪ੍ਰੈਕਟੀਕਲ ਕਰੂਗਾ ਉਹ ਬੁੱਝ ਸਕਦਾ ਇਹਨੂੰ। ਕਰ ਕਿਰਿਆਚਾਰ ਵਧਾਏ। ਬਸ ਇੱਕ ਕਿਰਿਆਚਾਰ ਕਿਉਂਕਿ ਈਜ਼ੀ ਹੈ। ਮਨ ਜਿਹੜਾ ਹੈਗਾ ਕਿਰਿਆਚਾਰ ਦੇ ਵਿੱਚ ਜਿਹੜਾ ਹੈਗਾ ਮਨ ਫਰੀ ਹੋ ਜਾਂਦਾ ਹੈ। ਬਸ ਸਰੀਰ ਦੇ ਨਾਲ ਕਰਮ ਕਾਂਡ ਕਰੀ ਜਾਓ, ਇੰਦਰੀਆਂ ਦੇ ਨਾਲ, ਗਿਆਨ ਇੰਦਰੀਆਂ ਦੇ ਨਾਲ, ਕਰਮ ਇੰਦਰੀਆਂ ਦੇ ਨਾਲ, ਜੋ ਵੀ ਕਰਨਾ ਹੈ ਇਹਨਾਂ ਦੇ ਨਾਲ ਚੱਲਦਾ ਹੈ ਕੰਮ। ਆਟੋ ਪਾਇਲਟ ਆਪਣੇ ਆਪ ਮਨ ਫਰੀ ਹੈ, ਜਿੱਥੇ ਮਰਜ਼ੀ ਵਿਚਾਰਾਂ ਦੇ ਵਿੱਚ ਮਨ ਘੁੰਮੀ ਜਾ ਰਿਹਾ। ਫਿਰ ਤਾਂ ਇਹ ਪਾਖੰਡ ਹੋਇਆ ਨਾ ਭਾਈ। ਜਿਹਨੇ ਭਗਤੀ ਕਰਨੀ ਆ ਉਹਨੂੰ ਫਰੀ ਕਰਤਾ। ਇਹ ਤਾਂ ਮਨੇ ਪਾਖੰਡ। ਕਰ ਕਿਰਿਆਚਾਰ ਵਧਾਏ, ਮਨੇ ਪਾਖੰਡ ਕਰਮ ਫੋਕਟ ਕਪਟ ਲੋਭਈਆ। ਕਹਿੰਦੇ ਇਹ ਸਾਰਾ ਜਿਹੜਾ ਹੈਗਾ ਇਹ ਤਾਂ ਮਨ ਦੇ ਵਿੱਚ ਤਾਂ ਕਪਟ ਅਤੇ ਲੋਭ ਉਸ ਤਰ੍ਹਾਂ ਹੀ ਪਿਆ। ਮਾਇਆ ਦੇ ਪਦਾਰਥ, ਮਾਇਆ ਦੀਆਂ ਖਿੱਚਾਂ, ਮਨ ਤਾਂ ਉੱਧਰ ਨੂੰ ਹਮੇਸ਼ਾ 24 ਘੰਟੇ ਉੱਧਰ ਨੂੰ ਉਲਰਿਆ ਪਿਆ ਹੈ। ਇਹ ਤਾਂ ਸਿਰਫ ਇਹ ਪਖੰਡ ਹੋ ਗਿਆ ਮਨ ਦੇ ਵਿੱਚ। ਇਹ ਤਾਂ ਪਖੰਡ ਆ, ਭਗਤੀ ਥੋੜ੍ਹੀ ਨਾ ਹੈਗੀ ਆ। ਇਹ ਤਾਂ ਕਪਟ ਆ, ਲੋਭ ਆ, ਮਨ ਦੇ ਵਿੱਚ ਤਾਂ ਲੋਭ ਆ, ਛਲ ਆ, ਛਲ। ਪਰਮਾਤਮਾ ਦੇ ਨਾਲ ਛਲ ਕਰ ਰਹੇ ਹਾਂ ਆਪਾਂ ਕਿ ਆਪਣੇ ਨਾਲ ਛਲ ਕਰ ਰਹੇ ਹਾਂ? ਕੀ ਕਰ ਰਹੇ ਹਾਂ? ਕਰ ਕਿਰਿਆਚਾਰ ਵਧਾਏ, ਮਨੇ ਪਾਖੰਡ ਕਰਮ ਕਪਟ ਲੋਭਈਆ। ਵੇਸਵਾ ਕੇ ਕਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ। ਕਹਿੰਦੇ ਇਹ ਤਾਂ ਐਸਾ ਹੈਗਾ। ਕਹਿੰਦੇ ਇਹ ਕਰਮਾਂ ਦਾ ਇਹਨਾਂ ਦਾ ਬਾਪ ਕੌਣ ਆ ਭਾਈ? ਇਹ ਗਾਈਡ ਕੌਣ ਹੈ ਇਹਨਾਂ ਦਾ? ਕਿਹਦੇ ਹਿਸਾਬ ਦੇ ਨਾਲ ਆਪਾਂ ਕਰ ਰਹੇ ਹਾਂ? ਕੌਣ ਆ ਭਾਈ ਗਾਈਡ? ਅੰਨੇ ਨੂੰ ਬਿਠਾਇਆ ਹੋਇਆ, ਅੰਨੇ ਨੂੰ ਜਿਹੜਾ ਹੈਗਾ ਅੰਨਾ ਆਗੂ ਕੀਤਾ ਹੋਇਆ। ਇਹ ਤਾਂ ਫਿਰ ਇਹਦਾ ਪਿਓ ਕੋਈ ਹੈ ਹੀ ਨਹੀਂ ਹੈ। ਇਹ ਤਾਂ ਬੇਸ਼ਵਾ ਦਾ ਪੁੱਤ ਹੈ। ਜਿਵੇਂ ਬੇਸ਼ਵਾ ਦਾ ਪੁੱਤ ਹੈ, ਕੋਈ ਪਤਾ ਹੀ ਨਹੀਂ ਕੌਣ ਹੈ ਇਹਦਾ ਪਿਓ। ਦੇਖੋ ਬਾਣੀ ਜਿਹੜੀ ਹੈਗੀ ਆਹ ਤੀਰ ਸਹਿਣੇ ਬਹੁਤ ਔਖੇ ਆ ਭਾਈ। ਆਪਾਂ ਨਾ ਬਣੀਏ ਬੇਸ਼ਵਾ ਦੇ ਪੁੱਤ। ਬੇਸ਼ਵਾ ਕੇ ਘਰ ਬੇਟਾ ਜਨਮਿਆ, ਪਿਤਾ ਤਾਹੇ ਕਿਆ ਨਾਮ ਸਦਈਆ। ਕਹਿੰਦੇ ਕੀ ਨਾਮ ਹੈ ਉਹਦਾ? ਪਿਓ ਕਿਹੜਾ ਪਿਓ ਹੈ ਇਹਦਾ? ਪਿਓ ਤਾਂ ਹੈਗਾ ਗੁਰੂ। ਬੇਸਵਾ ਕੇ ਕਰ, ਗੁਰੂ ਨੇ ਜਿਹੜਾ ਹੈਗਾ, ਆਪਾਂ ਦੁਨੀਆ ਦੇ ਵਿੱਚ ਆਪਾਂ ਆਏ ਹਾਂ, ਪੇਕੇ ਘਰ ਦੇ ਵਿੱਚ ਹੈਗੇ ਹਾਂ। ਇਹ ਪੇਕੇ ਘਰ ਦੇ ਵਿੱਚ ਆਪਾਂ ਨੇ ਆਪਣੇ ਗੁਰੂ ਤੋਂ ਸਹੁਰੇ ਘਰ 'ਚ ਵਸਣ ਦਾ ਪੂਰਾ ਗਿਆਨ ਲੈਣਾ ਹੈ। ਨਹੀਂ ਤਾਂ ਉਹ ਧਰਮਰਾਜ ਡੱਕਰ ਦਿੰਦਾ ਹੈ, ਜਾਣ ਹੀ ਨਹੀਂ ਦਿੰਦਾ। ਬੇਸਵਾ ਕੇ ਉਹ ਤਾਂ ਕਹਿੰਦਾ ਤੂੰ ਦੱਸ ਵੀ ਤੇਰੇ ਅੰਦਰ ਜਿਹੜਾ ਹੈਗਾ ਤੂੰ ਗੁਣ ਲੈ ਕੇ ਆਇਆ ਹੈ ਮਾਲਕ ਦੇ ਮਿਲਾਪ ਦੇ ਵਾਸਤੇ। ਫਿਰ ਤਾਂ ਉਹ ਰਸਤੇ 'ਚ ਹੱਥ ਜੋੜ ਦਿੰਦਾ ਹੈ ਜਿਨ੍ਹਾਂ ਦੇ ਕੋਲ ਗੁਣ ਹੁੰਦੇ। ਬਾਕੀ ਕਰਮ ਕਾਂਡ ਜਿਹੜੇ ਹੈਗੇ ਉਹ ਮਹਾਰਾਜ ਕਹਿ ਰਹੇ ਭਾਈ ਕਰ ਕਿਰਿਆਚਾਰ ਵਧਾਏ। ਬਹੁਤ ਜਿੰਨੇ ਮਰਜ਼ੀ ਵਧਾ ਲਓ, ਜਿੰਨੇ ਮਰਜ਼ੀ ਵੱਡੇ ਕਰ ਲਓ ਆਪਣੇ ਨਿੱਤ ਦੇ ਰੂਟੀਨ, ਨਿੱਤ ਦੇ ਨੇਮ। ਕਰ ਕਿਰਿਆਚਾਰ, ਬਸ ਖਾਲੀ ਨੇਮ ਕੀ ਹੈਗਾ? ਆਪਾਂ ਬਾਣੀ ਨੂੰ ਪੜ੍ਹੀ ਜਾ ਰਹੇ, ਬਾਣੀ ਨੂੰ ਸੁਣੀ ਜਾ ਰਹੇ, ਪਾਠ ਕਰੀ ਜਾ ਰਹੇ, ਬਸ ਮਨ ਛੱਡਿਆ ਹੋਇਆ ਫਰੀ। ਕਰ ਕਿਰਿਆਚਾਰ ਵਧਾਏ, ਮਨ ਪਾਖੰਡ ਕਰਮ कपट लोभ भैया। बेसवा के कर बेटा जन्मया, पिता ताहे क्या नाम सदैया। ਹੁਣ ਇਸ ਜਨਮ 'ਚ ਸ਼ਿਫਟ ਹੋ ਜਾਈਏ, ਪਿਛਲੇ ਜਨਮ ਸ਼ਿਫਟ ਹੋ ਗਿਆ ਉਹਨਾਂ ਨੂੰ ਇਸ ਜਨਮ 'ਚ ਵੀ ਜਿਹੜਾ ਹੈਗਾ ਗੁਰੂ ਗਾਈਡ ਮਿਲ ਜਾਂਦਾ ਹੈ ਭਾਈ, ਕਿਉਂਕਿ ਉਹ ਤੁਰੇ ਆ। ਉਹ ਮਾਲਕ ਪਰਮਾਤਮਾ ਨੂੰ ਉਹਨਾਂ ਨੇ ਜਸਟੀਫਿਕੇਸ਼ਨ ਦਿੱਤੀ ਹੈ, ਉਹ ਭਗਤੀ ਕੀਤੀ ਹੈ ਗੁਰੂ ਦੇ ਦੁਆਰਾ। ਪੂਰਬ ਜਨਮ ਭਗਤ ਕਰ ਆਏ, ਗੁਰ ਹਰ 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 ਭਗਤ ਜਮਈਆ। ਕਹਿੰਦੇ ਉਹ ਜੰਮੀ ਹੋਈ ਹੈ ਭਾਈ, ਪਹਿਲਾਂ ਵੀ ਖੇਤੀ ਬੀਜੀ ਹੋਈ ਆ ਉਹਨਾਂ ਨੇ, ਪਿਛਲੇ ਜਨਮ 'ਚ ਵੀ ਭਗਤੀ ਕੀਤੀ ਹੈ। ਗੁਰੂ ਨੇ ਇਸ ਜਨਮ 'ਚ ਪੂਰੀ ਜਮਾ ਦਿੱਤੀ।
ਗੁਰੇ ਹਰ 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 ਭਗਤ ਜਮਈਆ ਆਇਆ, ਹਰ 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 ਭਗਤ ਦੜਾਵੋ, ਹਰ 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 ਘੂਮਰ ਪਾਵੋ। ਭਗਤ ਭਗਤ ਕਰਤੇ ਹਰ ਪਾਇਆ, ਜਾਂ ਹਰ 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 ਨਾਮ ਹੈ ਸਮਈਆ। ਐਸੇ ਤਰੀਕੇ ਦੇ ਨਾਲ ਮਾਲਕ ਪਰਮਾਤਮਾ ਪ੍ਰਗਟ ਹੋ ਜਾਂਦਾ ਹੈ ਭਗਤੀ ਕਰਦੇ ਕਰਦੇ, ਨਾਮ ਦੇ ਵਿੱਚ ਸਮਾਈ ਹੋ ਜਾਂਦੀ ਹੈ, ਨਾਮ ਪ੍ਰਾਪਤ ਹੋ ਜਾਂਦਾ ਹੈ, ਨਾਮ ਦੇ ਵਿੱਚ ਸਮਾਈ ਹੋ ਕੇ ਮਾਲਕ ਪਰਮਾਤਮਾ ਆਤਮਾ ਪ੍ਰਗਟ ਹੋ ਜਾਂਦੀ ਹੈ। ਪ੍ਰਭ ਆਣ ਆਣ ਮਹਿੰਦੀ ਪਿਸਾਈ, ਆਪੇ ਕੋਲ ਕੋਲ ਅੰਗ ਲਈਆ। ਕਹਿੰਦੇ ਯਾਤਰਾ ਔਖੀ ਹੈਗੀ, ਪਰ ਮਾਲਕ ਪਰਮਾਤਮਾ ਤਾਂ ਸਿਰਫ ਜਿਹੜਾ ਚਾਹੁੰਦਾ ਹੈ ਵੀ ਤੂੰ ਯਾਤਰਾ ਕਰਨਾ ਚਾਹੁੰਦਾ ਹੈਗਾ, ਤੇਰੇ ਅੰਦਰ ਇੱਛਾ ਹੈ ਮੈਨੂੰ ਮਿਲਣ ਦੀ, ਤੇਰੇ ਅੰਦਰ ਇੱਛਾ ਹੈ ਆਪਣੀ ਆਤਮਾ ਨੂੰ ਦੇਖਣ ਦੀ, ਕਿ ਤੂੰ ਦੁਨਿਆਵੀ ਪਦਾਰਥ ਦੁਨੀਆ ਦੇ ਜਿਹੜੇ ਹੈਗੇ ਭੋਗ ਦੁਨੀਆ ਦੇ, ਇਹਦੇ ਵਿੱਚ ਹੀ ਤੂੰ ਸਮੇਟਿਆ ਪਿਆ ਹੈ। ਜਿਹਦੇ ਅੰਦਰ ਇੱਛਾ ਹੁੰਦੀ ਆ, ਜਿਹੜੇ ਮਿਹਨਤ ਕਰਦੇ ਆ, ਘਾਲ ਮਾਲਕ ਪਰਮਾਤਮਾ ਉਹਨਾਂ ਤੋਂ ਘਾਲ ਆਪ ਕਰਵਾਉਂਦਾ ਹੈ। ਔਖੀ ਘਾਟੀ ਆ, ਔਖੀ ਘਾਲ ਹੈਗੀ। ਪ੍ਰਭ ਆਣ ਆਣ ਮਹਿੰਦੀ ਪਿਸਾਈ, ਪਰਮਾਤਮਾ ਆਪ ਜਿਹੜਾ ਹੈਗਾ ਗੁਰੂ ਮਿਲਾਉਂਦਾ ਹੈ, ਆਪ ਉਤਸ਼ਾਹ ਦਿੰਦਾ ਹੈ, ਆਪ ਜਿਹੜਾ ਹੈ ਮੀਲ ਪੱਥਰ ਦਿੰਦਾ ਹੈ, ਆਪ ਚੜ੍ਹਾਈ ਕਰਵਾਉਂਦਾ ਹੈ। ਆਪੇ ਕੋਲ ਕੋਲ ਅੰਗ ਲਈਆ, ਆਪ ਹੀ ਲਾਉਂਦਾ ਹੈ ਮਾਲਕ ਪਰਮਾਤਮਾ। ਇਹ ਜਿਹੜਾ ਸਵਾਰਦਾ ਹੈ ਇਸ ਤਰੀਕੇ ਦੇ ਨਾਲ ਜੀਵ ਇਸਤਰੀ ਨੂੰ ਜਿਹੜੀ ਉਹਨੂੰ ਮਿਲਣਾ ਚਾਹੁੰਦੀ ਹੈ। ਪ੍ਰਭ ਆਣ ਆਣ ਮਹਿੰਦੀ ਪਿਸਾਈ, ਆਪੇ ਕੋਲ ਕੋਲ ਅੰਗ ਲਈਆ। ਜਿਨ ਕੋ ਠਾਕੁਰ ਕਿਰਪਾ ਤਾਰੀ, ਬਾਹਾਂ ਪਕੜ ਨਾਨਕ ਕੱਢ ਲਈਆ। ਇਸ ਤਰੀਕੇ ਦੇ ਨਾਲ ਮਾਲਕ ਕਿਰਪਾ ਕਰਦਾ ਹੈ ਭਾਈ। ਆ ਬਾਂਹ ਗੁਰੂ ਦੇ ਨਾਲ ਆ ਮਿਹਨਤ ਹੈਗੀ ਆ, ਉਹਨਾਂ ਨੂੰ ਜਿਹੜਾ ਹੈਗਾ ਸੰਸਾਰ ਸਮੁੰਦਰ ਤੋਂ ਕੱਢ ਲੈਂਦਾ। ਜਿਨ ਕੋ ਠਾਕੁਰ ਕਿਰਪਾ ਤਾਰੀ, ਬਾਹਾਂ ਪਕੜ ਨਾਨਕ ਕੱਢ ਲਈਆ। ਕਿਰਪਾ ਜਿਹੜੀ ਹੈਗੀ ਕੋਈ ਇਸ ਤਰ੍ਹਾਂ ਖਾਸ ਕਿਸੇ 'ਤੇ ਕਿਰਪਾ ਥੋੜ੍ਹੀ ਨਾ ਕਰਨੀ ਹੈ ਮਾਲਕ ਨੇ। ਮਾਲਕ ਕਹਿੰਦਾ ਤੇਰੇ ਅੰਦਰ ਉਤਸ਼ਾਹ ਹੈਗਾ, ਖਚਰ ਵਿਦਿਆ ਨਹੀਂ ਚੱਲਣੀ ਪਾਈ, ਬਿਲਕੁਲ ਸਟ੍ਰੇਟ ਫਾਰਵਰਡ, ਯੈਸ ਔਰ ਨੋ, ਇੱਧਰ ਜਾਂ ਉੱਧਰ, ਕਿੱਧਰ ਨੂੰ ਤੁਰਨਾ ਚਾਹੁੰਦਾ। ਜਿਨ ਕੋ ਠਾਕੁਰ ਕਿਰਪਾ ਤਾਰੀ, ਬਾਹਾਂ ਪਕੜ ਨਾਨਕ ਕੱਢ ਲਈਆ। ਇਹ ਜੀ ਇਸ ਤੋਂ ਬਾਅਦ ਪੰਜਵੀਂ ਪਾਤਸ਼ਾਹੀ ਦੇ ਅਸ਼ਟਪਦੀਆਂ ਸ਼ੁਰੂ ਹੁੰਦੀਆਂ ਹੈ। ਪਰ ਇਸ ਤੋਂ ਪਹਿਲਾਂ ਜਿਹੜਾ ਹੈਗਾ ਆਪਾਂ ਕਿਉਂਕਿ ਇੱਕ ਬੇਬੀ ਜਿਹੜੀ ਹੈਗੀ ਉਹਨਾਂ ਨੇ ਇੱਕ ਸ਼ਬਦ ਇੱਕ ਕਹਿੰਦੇ ਸੀ ਕਿ ਮੈਂ ਆਹ ਪੌੜੀ ਜਿਹੜੀ ਹੈਗੀ ਆ ਇਹ ਮੈਂ ਹਮੇਸ਼ਾ ਮੇਰੇ ਅੰਦਰ ਘੁੰਮਦੀ ਰਹਿੰਦੀ ਆ, ਅਤੇ ਇਹ ਕੀ ਹੈ, ਇਹ ਕਾਹਦੇ ਵਾਸਤੇ ਜਿਹੜਾ ਹੈਗਾ ਇਹ ਮੈਨੂੰ ਸਮਝ ਨਹੀਂ ਆਉਂਦੀ। ਇਹਦਾ ਮੈਂ ਪਾਠ ਕਰੀ ਜਾ ਰਹੀ ਹਾਂ। ਅਤੇ ਉਹ ਜਿਹੜੀ ਪੌੜੀ ਹੈਗੀ ਆ ਇਹ 1096 ਅੰਗ ਦੇ ਉੱਤੇ ਹੈਗੀ ਆ। 1096 1096 7ਵੀਂ ਪੌੜੀ ਹੈਗੀ ਆ। ਇਹ ਵਾਰ ਹੈਗੀ ਆ, ਪੰਜਵੀਂ ਪਾਤਸ਼ਾਹੀ ਦੀ ਵਾਰ ਹੈਗੀ ਆ ਮਾਰੂ ਰਾਗ ਦੇ ਵਿੱਚ। ਅਤੇ ਇਹ ਸ਼ੁਰੂ ਹੁੰਦੀ ਹੈ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਲਖਮੀ ਤੋਟ ਨਾ ਆਵਈ, ਖਾਏ ਖਰਚ ਰਹਿੰਦਾ, 184 ਮੇਦਨੀ ਸਭ ਸੇਵ ਕਰਨ ਦਾ। ਇਹ ਵਾਰੀ ਮਿੱਤਰ ਸਭ ਕੀਤਿਆ, ਨਹਿ ਮੰਗੇ ਮੰਦਾ, ਲੇਖਾ ਕੋਏ ਨ ਪੁੱਛਈ ਜਾਂ ਹਰ ਬਖਸ਼ੰਦਾ। ਆਨੰਦ ਭਇਆ ਸੁਖ ਪਾਇਆ, ਮਿਲ ਗੁਰ ਗੋਬਿੰਦਾ, ਸਭੇ ਕਾਜ ਸਵਾਰੈ ਜਾਂ ਤੁਧ ਭਾਵੰਦਾ। ਕਹਿੰਦੇ ਪਾਠ ਕਰੀ ਜਾ ਰਹੀ ਹੈ, ਮੇਰੇ ਅੰਦਰ ਜਿਹੜਾ ਹੈਗਾ ਇਹ ਚੱਲੀ ਜਾਂਦੀ ਹੈ। ਹੁਣ ਦੇਖੀਏ ਭਾਈ ਇਹ ਕੀ ਹੈਗਾ, ਇਹ ਪੌੜੀ ਕੀ ਕਹਿੰਦੀ ਆ। ਇਹ ਆਪਾਂ ਜਿਹੜੇ ਹੈਗੇ ਇਹ 7ਵੀਂ ਪੌੜੀ ਸ਼ੁਰੂ ਤੋਂ ਲੈਵਾਂਗੇ ਸ਼ਲੋਕਾਂ ਦੇ ਨਾਲ। ਇਹਦੇ ਪਿੱਛੇ ਪੰਜਵੀਂ ਪਾਤਸ਼ਾਹ ਦਾ ਇੱਕ ਸ਼ਲੋਕ ਹੈ, ਫਿਰ ਪੰਜਵੀਂ ਪਾਤਸ਼ਾਹ ਦਾ ਸ਼ਲੋਕ ਹੈਗਾ, ਫਿਰ ਪੰਜਵੀਂ ਪਾਤਸ਼ਾਹ ਦਾ ਸ਼ਲੋਕ ਹੈਗਾ। ਦੱਖਣੇ ਮਹੱਲਾ ਪੰਜਵਾਂ। ਅਗਾਹਾਂ ਕੁਤਰਾਂਗ, ਪਿੱਛਾ ਫੇਰ ਨਾ ਮੁਹੱਡੜਾ। ਇੱਥੋਂ ਸ਼ੁਰੂ ਕਰਾਂਗੇ ਅਸੀਂ। ਇਹ 3 ਸ਼ਲੋਕ ਹੈਗੇ, ਫਿਰ ਪੌੜੀ ਹੈਗੀ, ਇਹ ਪੂਰੀ ਲਵਾਂਗੇ ਆਪਾਂ। ਦੱਖਣੇ ਮਹੱਲਾ ਪੰਜਵਾਂ। ਅਗਾਹਾਂ ਕੁਤਰਾਂਗ, ਪਿੱਛਾ ਫੇਰ ਨਾ ਮੁਹੱਡੜਾ। ਕਹਿੰਦੇ ਭਾਈ ਦੇਖ, ਜੇ ਤੈਨੂੰ ਪਰਮਾਤਮਾ ਦੇ ਵੱਲ ਨੂੰ ਜਾਣਾ ਹੈ ਨਾ, ਰੱਬ ਵਾਲੇ ਵਾਸਤੇ, ਪਰਮਾਤਮਾ ਦੇ ਮਿਲਾਪ ਦੇ, ਜੇ ਆਤਮਾ ਨੂੰ ਦੇਖਣਾ ਚਾਹੁੰਦਾ ਹੈ, ਆਤਮਾ ਨੂੰ ਮਿਲਣਾ ਚਾਹੁੰਦਾ ਹੈ, ਅਤੇ ਪਿਆਰਿਆ ਫਿਰ ਉੱਧਰ ਨੂੰ ਚੱਲ, ਪਿੱਛੇ ਨੂੰ ਨਾ ਜਾ। ਅਗਾਹਾਂ ਕੁਤਰਾਂਗ, ਅੱਗੇ ਨੂੰ ਤੁਰ। ਪਿੱਛਾ ਫੇਰ ਨਾ ਮੁਹੱਡੜਾ, ਪਿੱਛੇ ਨੂੰ ਨਾ ਮੋਢਾ ਫੇਰ ਪਾਏ।
ਨਾਨਕ ਸਿਜ ਇਵੇ ਹਵਾਰ ਬਹੁੜ ਨਾ ਹੋਵੀ ਜਨਮੜਾ। ਦੇਖੋ ਪੰਜਵੀਂ ਪਾਤਸ਼ਾਹੀ ਕੀ ਕਹਿ ਰਹੇ, ਇਹ ਕਦੀ ਆਪਾਂ ਨੇ ਸੋਚਿਆ ਹੀ ਨਹੀਂ ਹੋਣਾ, ਵਿਚਾਰਿਆ ਹੀ ਨਹੀਂ ਹੋਣਾ। ਮਹਾਰਾਜ ਕਹਿੰਦੇ ਕਿ ਜਿਹੜਾ ਵੀ ਇਨਸਾਨ, ਜਿਹਨੂੰ ਵੀ ਮਨੁੱਖ ਸਰੀਰ ਮਿਲਿਆ ਹੋਇਆ ਆ, ਇਸ ਜਨਮ ਦੇ ਵਿੱਚ, ਇਸੇ ਸਰੀਰ ਦੇ ਵਿੱਚ ਉਹ ਇਹ ਗੇਮ ਨੂੰ ਜਿੱਤ ਸਕਦਾ ਹੈ। ਦੁਬਾਰਾ ਜਨਮ ਮਰਨ ਦੇ ਗੇੜ 'ਚ ਨਹੀਂ ਆਏਗਾ। ਇੰਨਾ ਮਾਲਕ ਭੇਜਦਾ ਇਨਸਾਨ ਦਾ ਜਾਮਾ, ਇੰਨਾ ਕੀਮਤੀ ਹੈਗਾ। ਇਸੇ ਜਨਮ ਦੇ, ਹਾਂਜੀ ਅਗਾਹਾਂ ਕੋ ਤਰਾਗ ਪਿੱਛੇ ਫੇਰ ਨਾ ਮੋਟੜਾ। ਆਮ ਸੌਰੀ ਮੈਂ ਥੋੜਾ ਡਿਸਟਰੈਕਟ ਕਰ ਰਿਹਾ, ਪਰ ਇਹਦਾ ਮਤਲਬ ਇਹ ਵੀ ਹੋ ਸਕਦਾ ਕਿ ਵੀ ਆਪਾਂ ਜਿਹੜੇ ਪਿਛਲੇ ਸਾਡੇ ਕਿਸੇ ਨਾਲ ਦੁਸ਼ਮਣੀ ਹੈ ਜਾਂ ਕਿਸੇ ਨਾਲ ਲਾਗ ਡਾਟ ਹੈ, ਉਹ ਸਾਰੇ ਵਿਚਾਰ ਵਜੂਰ ਛੱਡ ਦਿਓ। ਜੇ ਨਹੀਂ ਛੱਡਾਂਗੇ ਤੇ ਅਗਾਹਾਂ ਨੂੰ ਤਰਾਂਗ ਹੀ ਨਹੀਂ ਹੋਣੀ। ਹਾਂਜੀ ਹਾਂਜੀ ਬਿਲਕੁਲ, ਉਹ ਇਹਦਾ ਬਾਈ ਪ੍ਰੋਡਕਟ ਹੀ ਹੈਗਾ। ਮੇਨ ਚੀਜ਼ ਤਾਂ ਯਾਤਰਾ ਹੈਗੀ। ਗਾਹਾਂ ਨੂੰ ਜੇ ਚੱਲਣਾ ਚਾਹੁੰਦੇ ਆ ਤੇ ਪਿੱਛਾ ਸਾਰਾ ਜਿਹੜਾ ਸਾਰਾ ਉਹ ਤਾਂ ਬਿਲਕੁਲ ਜਿਹੜਾ ਹੈਗਾ ਮਨ ਮੈਦਾਨ ਕਰ ਟੋਏ ਟਿੱਬੇ ਲਾ, ਉਹ ਤਾਂ ਕਰਨਾ ਪੈਣਾ ਹੈ ਭਾਈ। ਔਖਾ, ਬਹੁਤ ਔਖਾ। ਨਹੀਂ ਔਖਾ ਤਾਂ ਹੈਗਾ, ਪਰ ਆਪਾਂ ਔਖਾ ਤਾਂ ਮਾਲਕ ਤਾਂ ਕਹਿੰਦਾ ਮੈਂ ਕਰਵਾਊਂਗਾ, ਤੂੰ ਚੱਲਣਾ ਤਿਆਰੀ ਤਾਂ ਕਰ, ਤੂੰ ਯਸ ਤਾਂ ਕਰਨਾ। ਤੇ ਤੇਰੇ ਵੱਲੋਂ ਜਿਹੜੀ ਹੈਗੀ ਤੂੰ ਜਿਹੜਾ ਹੈਗਾ ਮਤਲਬ ਜਿਹੜਾ ਹੈ ਤੁਰ ਕੇ ਤਾਂ ਦਿਖਾ ਮੈਨੂੰ। ਠੀਕ ਹੈ, ਹਾਂ। ਚਿੜੀ ਵਾਂਗੂ ਜਿਹੜਾ ਹੈਗਾ ਤੂੰ ਲਿਆ ਤਾਂ ਸਹੀ ਨਾ ਸਮੁੰਦਰ ਤੋਂ ਪਾਣੀ, ਜਿਹੜਾ ਨਦੀ ਤੋਂ ਪਾਣੀ ਲਿਆ ਕੇ ਅੱਗ ਬੁਝਾਉਣ ਦੀ ਕੋਸ਼ਿਸ਼ ਤਾਂ ਕਰਨਾ, ਜੰਗਲ ਦੀ ਅੱਗ। ਜਿੱਥਾ ਤੁਸੀਂ ਕਹਿੰਦੇ ਹੁੰਦੇ ਆ ਹਾਰਡ ਡਰਾਈਵ ਵਾਈਪ ਆਊਟ ਕਰ ਦਿਓ, ਇਹ ਆਪਣੇ ਆਪ ਵਾਈਪ ਆਊਟ ਹੋਣੀ ਹੈ ਜਦ ਧਿਆਨ ਦੇ ਵਿੱਚ ਬੈਠਾਂਗੇ। ਹਾਰਡ ਡਰਾਈਵ ਆਪੇ ਵਾਈਪ ਆਊਟ ਹੋਣੀ ਹੈ, ਆਪੇ ਹੋਣੀ ਹੈ। ਆ ਧਿਆਨ ਜਿਹੜਾ ਵਿਚਾਰ ਬੰਦ ਕਰਨਾ ਹੀ ਹਾਰਡ ਡਰਾਈਵ ਵਾਈਪ ਆਊਟ ਹੋਣੀ ਹੈ। ਠੀਕ ਹੈ ਜੀ। ਹਾਂ, ਗੱਲਾਂ ਦੇ ਨਾਲ ਕੋਈ ਚੀਜ਼ ਨਹੀਂ ਹੋਣੀ ਭਾਈ। ਇਹ ਤਾਂ ਭਾਜੀ ਨਾਮ ਚ ਰੰਗਣੇ ਜਾਂ ਰੰਗ ਹੋਣਾ ਪੈਣਾ, ਰਤਨ ਰਤ ਹੋਣਾ ਪੈਣਾ। ਜੇ ਮਤਲਬ ਇੱਕ ਛਿਨ ਭਰ ਵੀ ਨਾ ਬਚੇ ਬੰਦਾ ਤੇ ਸਭ ਕੁਝ ਡਿਲੀਟ ਹੋਈ ਜਾਣਾ। ਹਾਂਜੀ, ਅਗਾਹਾਂ ਕੋ ਤਰਾਂਗ ਪਿੱਛਾ ਨਾ ਫੇਰ ਮੁਹੱਡੜਾ। ਦੱਖਣੇ ਮਹੱਲਾ ਪੰਜਵਾਂ। ਅਗਾਹਾਂ ਕੋ ਤਰਾਂਗ ਪਿੱਛਾ ਨਾ ਫੇਰ ਮੁਹੱਡੜਾ, ਨਾਨਕ ਸਿਜ ਇਵੇ ਹਵਾਰ ਬਹੁੜ ਨਾ ਹੋਵੀ ਜਨਮੜਾ। ਕਹਿੰਦੇ ਐਸੇ ਵਾਰੀ 'ਚ ਜਿਹੜਾ ਹੈਗਾ ਤੂੰ ਐਸੇ ਵਾਰੀ 'ਚ ਕਿਉਂ ਨਹੀਂ ਆਪਣੀ ਗੇਮ ਖਤਮ ਕਰ ਲੈਂਦਾ ਭਾਈ? ਐਸੇ ਵਾਰੀ 'ਚ ਜਿੱਤ ਲਾ ਤੂੰ। ਬਹੁੜ ਨਾ ਹੋਵੀ ਜਨਮੜਾ, ਦੁਬਾਰਾ ਤੈਨੂੰ ਜਨਮ ਮਰਨ ਦੇ ਗੇੜ 'ਚ ਨਹੀਂ ਜਾਣਾ ਪਊਗਾ। ਇਸ ਤੋਂ ਅਗਲਾ ਸ਼ਲੋਕ ਮਹੱਲਾ ਪੰਜਵਾਂ। ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ। ਕਹਿੰਦੇ ਤੂੰ ਇੱਕ ਵਾਰੀ ਮਾਲਕ ਪਰਮਾਤਮਾ ਦੇ ਵੱਲ ਨੂੰ ਜਿਹੜਾ ਹੈਗਾ ਇੱਛਾ ਤਾਂ ਕਰਨਾ। ਤੂੰ ਇੱਕ ਵਾਰੀ ਮਨ ਦੇ ਵਿੱਚ ਇੱਛਾ ਤਾਂ ਲਿਆ, ਉਹਦਾ ਤੇਰੇ ਅੰਦਰ ਖਿੱਚ ਤਾਂ ਪੈਦਾ ਹੋ ਜਾਏ। ਉਹ ਮਾਲਕ ਤਾਂ ਇੰਨਾ ਚਾਹ ਆ ਉਹਦੇ ਅੰਦਰ। ਸੱਜਣ ਮੈਂਡਾ ਚਾਹੀਆ ਕਹਿੰਦੇ ਉਹ ਤਾਂ ਵਿਆਕੁਲ ਬੈਠਾ ਹੈ ਗੱਲ ਨੂੰ ਲਾਉਣ ਵਾਸਤੇ। ਉਹ ਤਾਂ ਕਹਿੰਦਾ ਕੋਈ ਆਏ ਤਾਂ ਸਹੀ ਨਾ, ਕਿਸੇ ਦੇ ਅੰਦਰ ਇੱਛਾ ਤਾਂ ਹੋਏ ਮੇਰੀ ਮਾਇਆ ਦੀ, ਮੇਰੇ ਪਦਾਰਥਾਂ ਦੀ, ਮੇਰੇ ਝੂਠ ਦੀ ਜਿਹੜੀ ਹੈਗੀ ਇਹਦੀ ਇੱਛਾ ਕਰੀ ਜਾਂਦੇ ਆ ਸਾਰੇ ਦੇ ਸਾਰੇ। ਦੇਖੋ ਕੈਸੀ ਜਿਹੜੀ ਹੈਗੀ, ਕੈਸੀ ਮਾਇਆ ਹੈਗੀ ਆ, ਕੈਸੀ ਮਾਇਆ ਹੈਗੀ ਆ। ਸੱਜਣ ਮੈਂਡਾ ਚਾਹੀਆ ਕਹਿੰਦੇ ਉਹ ਤਾਂ ਚਾਹ ਕਰਦਾ ਹੈ ਮਾਲਕ ਪਰਮਾਤਮਾ ਦਾ, ਚਾਹ 'ਚ ਬੈਠਾ ਕੋਈ ਮੇਰੀ ਇੱਛਾ ਤਾਂ ਕਰੇ। ਹੱਬ ਕਹੀ ਦਾ ਮਿੱਤ, ਸਾਰਿਆਂ ਦਾ ਮਿੱਤਰ ਹੈਗਾ, ਸਾਰਿਆਂ ਦਾ, ਜਿੰਨੇ ਵੀ ਜੀਵ ਹੈਗੇ ਸਾਰਿਆਂ ਦਾ ਮਿੱਤਰ ਆ ਮਾਲਕ ਪਰਮਾਤਮਾ, ਕਿਉਂਕਿ ਉਸ ਨੇ ਤਾਂ ਪੈਦਾ ਕੀਤੇ ਸਾਰੇ। ਸੱਜਣ ਮੈਂਡਾ ਚਾਹੀਆ ਹੱਬ ਕਹੀ ਦਾ ਮਿੱਤ, ਹੱਬੇ ਜਾਣਨ ਆਪਣਾ ਕਹੀ ਨਾ ਢਾਹੇ ਚਿੱਤ। ਵਾਹ ਜੀ ਵਾਹ। ਕਹਿੰਦੇ ਸਾਰੇ ਜਿਹੜੇ ਵੀ ਹੈਗੇ, ਜਿੰਨੇ ਵੀ ਜਿਨ੍ਹਾਂ ਨੂੰ ਪਰਮਾਤਮਾ ਦਾ ਚਾਅ ਆ ਜਾਂਦਾ, ਜਿਨ੍ਹਾਂ ਦੇ ਅੰਦਰ ਇੱਛਾ ਪੈਦਾ ਹੋ ਜਾਂਦੀ ਹੈ, ਸਾਰੇ ਕਹਿੰਦੇ ਮੇਰਾ ਪਤੀ, ਮੇਰਾ ਪਰਮਾਤਮਾ, ਮੇਰਾ ਪਤੀ। ਸਾਰੀਆਂ ਜੀਵ ਇਸਤਰੀਆਂ ਕਹਿੰਦੀਆਂ, ਸਾਰੀਆਂ ਕਹਿੰਦੀਆਂ ਮੇਰਾ ਪਤੀ ਆ, ਮੇਰਾ ਪਤੀ ਆ। ਕਹਿੰਦੇ ਸਾਰਿਆਂ ਦਾ ਹੈਗਾ ਭਾਈ। ਹੱਬੇ ਜਾਣਨ ਆਪਣਾ ਕਹੀ ਨਾ ਢਾਹੇ ਚਿੱਤ। ਕਿਸੇ ਦਾ ਚਿੱਤ ਨਹੀਂ ਢਾਉਂਦਾ। ਕਹਿੰਦੇ ਮੈਂ ਤੇਰਾ ਹੀ ਹੈਗਾ, ਹਰੇਕ ਨੂੰ ਕਹਿੰਦਾ ਮੈਂ ਤੇਰਾ ਹੀ ਹੈਗਾ, ਔਰ ਸਾਰਿਆਂ ਦਾ ਹੈਗਾ, ਸਾਰਿਆਂ ਦਾ ਹੈਗਾ, ਸਾਰਿਆਂ ਨੂੰ ਸਮੇਟ ਲੈਂਦਾ ਉਹ। ਕਮਾ ਲਿਆ ਜੀ, ਕਮਾ ਲਿਆ। ਮਹੱਲਾ ਪੰਜਵਾਂ। ਗੁਜੜਾ ਲੱਧਮ ਲਾਲ ਮੱਥੇ ਹੀ ਪ੍ਰਗਟ ਥਿਆ। ਬਸ ਜਿਹੜੇ ਲੱਗ ਪਏ ਭਗਤੀ ਕਰਨ ਵਾਸਤੇ, ਕਹਿੰਦੇ ਪ੍ਰਗਟ ਹੋ ਜਾਂਦਾ ਹੈ ਮੱਥੇ ਤੇ ਹੀ ਪ੍ਰਗਟ ਹੋ ਗਿਆ। ਕਹਿੰਦੇ ਗੁਜੜਾ ਗੁਪਤ ਲਾਲ ਲੱਭ ਜਾਂਦਾ ਪਾਏ ਮਾਲਕ ਪਰਮਾਤਮਾ। ਨਾਮ ਮਿਲ ਜਾਂਦਾ ਹੈ, ਨਾਮ ਮਿਲ ਗਿਆ ਤੇ ਨਾਮ ਹੀ ਮਿਲ ਜਾਂਦਾ ਹੈ। ਆਤਮ ਦਰਸ਼ਨ ਹੋ ਜਾਂਦੇ।
ਗੁਜੜਾ ਲੱਦਮ ਲਾਲ ਮੱਥੇ ਹੀ ਪ੍ਰਗਟ ਥਿਆ, ਸੋਈ ਸੁਹਾਵਾ ਥਾਨ ਜਿੱਥੇ ਪ੍ਰਿਯ ਨਾਨਕ ਜੀ ਤੂੰ ਉੱਠਿਆ। ਕਹਿੰਦੇ ਉਹੀ ਸੋਹਣਾ ਜਗ੍ਹਾ ਹੈ ਜਿੱਥੇ ਜਿਹਦੇ ਅੰਦਰ ਵੀ ਉਹ ਮਾਲਕ ਪਰਮਾਤਮਾ ਨੇ ਤਾਂ ਅੰਦਰ ਹੀ ਉੱਠਣਾ ਹੈ ਭਾਈ, ਅੰਦਰ ਹੀ ਪ੍ਰਗਟ ਹੋਣਾ ਹੈ। ਜਿਹਦੇ ਅੰਦਰ ਵੀ ਮਾਲਕ ਪ੍ਰਗਟ ਹੋ ਗਿਆ ਭਾਈ, ਉਹੀ ਸੋਹਣਾ ਥਾਨ ਹੈ ਭਾਈ, ਉਹੀ ਹਿਰਦਾ ਸੋਹਣਾ ਹੈ। ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਹੁਣ ਦੇਖ ਲਓ ਇਹ ਪੌੜੀ ਕੀ ਕਹਿ ਰਹੀ ਆਪਾਂ, ਉਹ ਬੀਬੀ ਕਹਿ ਰਹੀ ਸੀ ਪੌੜੀ ਦਾ ਮੇਰੇ ਅੰਦਰ ਚੱਲਦੀ ਰਹਿੰਦੀ ਹੈ ਪੌੜੀ, ਪਤਾ ਨਹੀਂ ਹੁਣ ਹੈ ਕਿ ਨਹੀਂ ਹੈ। ਪੌੜੀ ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਕਹਿੰਦੇ ਜਦ ਜੇ ਉਹ ਮਾਲਕ ਪਰਮਾਤਮਾ ਉਹਦਾ ਧਿਆਨ ਹੈ ਆਪਣੇ ਅੰਦਰ, ਮਾਲਕ ਤਾਂ ਹਰੇਕ ਦੇ ਵੱਲ ਹੈਗਾ ਭਾਈ, ਆਪਾਂ ਹੀ ਉਹਦੇ ਵੱਲ ਨਹੀਂ ਹੈਗੇ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ। ਕਹਿੰਦੇ ਜਿਹਨੂੰ ਉਸ ਮਾਲਕ ਪਰਮਾਤਮਾ ਦਾ ਉਹ ਮਾਲਕ ਪਰਮਾਤਮਾ ਦੀ ਸ਼ਰਨ ਦੇ ਵਿੱਚ ਚਲਾ ਗਿਆ, ਜਿਹੜਾ ਵੀ ਮਾਲਕ ਪਰਮਾਤਮਾ ਦੀ ਸ਼ਰਨ 'ਚ ਚਲਾ ਗਿਆ, ਉਹਨੂੰ ਜਿਹੜਾ ਹੈਗਾ ਕਿਸੇ ਹੋਰ ਦੀ ਮੁਸ਼ੰਦਗੀ ਕਾਹਦੀ ਹੈ ਭਾਈ, ਕਾਹਦੀ ਮੁਹਤਾਜੀ ਹੈਗੀ। ਮੁਸ਼ੰਦਾ ਮਤਲਬ ਮੁਹਤਾਜੀ। ਜਿਹੜਾ ਮਾਲਕ ਪਰਮਾਤਮਾ ਦੇ ਮਾਲਕ ਦਾ ਆਸਰਾ ਜਿਹਨੇ ਲੈ ਲਿਆ, ਉਹਨੂੰ ਹੋਰ ਕਿਸੇ ਆਸਰੇ ਦੀ ਲੋੜ ਹੈ, ਕਿਸੇ ਹੋਰ ਦੀ ਮੁਹਤਾਜੀ ਕਰਨ ਦੀ ਲੋੜ ਹੈ, ਕਿਸੇ ਹੋਰ ਮਹਾਂਪੁਰਖ ਜਿਹੜੇ ਹੈਗੇ ਉਹਨਾਂ ਦੇ ਪਿੱਛੇ ਜਾਣ ਦੀ ਲੋੜ ਹੈ। ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮੋਹ ਛੰਦਾ, ਤੁਧ ਸਭ ਕੁਛ ਮੈਨੂੰ ਸੌਂਪਿਆ ਜਾਂ ਤੇਰਾ ਬੰਦਾ। ਦੇਖੋ ਕੀ ਕਹਿ ਰਿਹਾ, ਕਹਿੰਦੇ ਤੂੰ ਤਾਂ ਮੈਨੂੰ ਸਾਰਾ ਕੁਝ ਸੌਂਪ ਦਿੱਤਾ ਕਿਉਂਕਿ ਮੈਂ ਤੇਰਾ ਹੋ ਗਿਆ ਜਾਂ ਤੇਰਾ ਬੰਦਾ। ਮਾਲਕ ਤਾਂ ਸਾਰਾ ਕੁਝ ਦੇ ਦਿੰਦਾ ਹੈ ਭਾਈ, ਜਿਹੜਾ ਉਹਦਾ ਬੰਦਾ ਹੁੰਦਾ ਹੈ। ਲక్ష్ਮੀ ਤੋਟ ਨਾ ਆਵੇ ਖਾਏ ਖਰਚ ਰਹਿੰਦਾ। ਲక్ష్ਮੀ ਤਾਂ ਮਾਲਕ ਪਰਮਾਤਮਾ ਦੀ ਮੈਲ ਆ ਮੈਲ, ਇਹਦੀ ਕਾਹਦੀ ਤੋਟ ਆਉਣੀ ਹੈ ਭਾਈ ਕਿ ਖਾਏ ਖਰਚ ਰਹਿੰਦਾ, ਜਿੰਨਾ ਮਰਜੀ ਖਾ ਤੇ ਖਰਚ। ਲੱਖ ਕੋਟ ਲੱਖ ਸਰਬ ਕੋ ਰਾਜਾ, ਕਰੋੜਾਂ ਲੱਖਾਂ ਸਾਰਿਆਂ ਦਾ ਰਾਜਾ, ਸਾਰੀ ਸ੍ਰਿਸ਼ਟੀ ਦਾ ਮਨ ਜੀਤੇ ਜਗ ਜੀਤ। 1,84 ਮੇਦਨੀ ਸਭ ਸੇਵ ਕਰਨ ਦਾ। 84 ਲੱਖ ਮੇਦਨੀ ਸ੍ਰਿਸ਼ਟੀ ਜਿਹੜੀ ਹੈਗੀ ਉਸ ਇਨਸਾਨ ਦੀ ਸੇਵਾ 'ਚ ਆ ਜਾਂਦੀ ਹੈ ਭਾਈ, ਹੱਥ ਜੋੜ ਦਿੰਦੀ ਹੈ। ਜਿਹੜੇ ਮਾਲਕ ਪਰਮਾਤਮਾ ਜਿਹੜਾ ਹੈਗਾ ਜਿਹਦੇ ਵੱਲ ਹੋ ਗਿਆ। 1,84 ਮੇਦਨੀ ਸਭ ਸੇਵ ਕਰਨ ਦਾ। ਇਹ ਵੈਰੀ ਮਿੱਤਰ ਸਭੇ ਕੀਤਿਆ ਨਹ ਮੰਗੇ ਮੰਦਾ। ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ, ਇਹ ਗਿਆਨ ਇੰਦਰੀਆਂ ਕਰਮ ਇੰਦਰੀਆਂ ਜਿਹੜੀਆਂ ਐਂਟੀ ਸੀਗੀਆਂ, ਇਹ ਵੈਰੀ ਜਿਹੜੇ ਸੀਗੇ, ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਲੁੱਟ ਲੈਂਦੇ ਸੀਗੇ ਪੂਰਾ ਧਨ ਸਵਾਸਾਂ ਦਾ, ਮਨੁੱਖੀ ਜੂਨ ਖਤਮ ਕਰ ਦਿੰਦੇ ਸੀਗੇ, ਮਿੱਤਰ ਹੋ ਗਏ। ਕਹਿੰਦੇ ਮਿੱਤਰ ਹੋ ਗਏ ਇਹ ਵੈਰੀ, ਮਿੱਤਰ ਸਭੇ ਕੀਤਿਆ, ਸਾਰੇ ਮਿੱਤਰ ਕੀ ਕਰ ਦਿੱਤੇ ਪਾਏ। ਨਹ ਮੰਗੇ ਮੰਦਾ, ਹੁਣ ਨਹੀਂ ਲਿਜਾਂਦੇ ਨੈਗੇਟਿਵਿਟੀ ਵੱਲ, ਹੁਣ ਸਵਾਦਾਂ ਵੱਲ, ਹੁਣ ਇੱਧਰ ਰੂਪ ਵੱਲ, ਕੁਛ ਕਿਸੇ ਪਾਸੇ ਨਹੀਂ ਲੈ ਕੇ ਜਾਂਦੇ। ਇਹ ਵੈਰੀ ਮਿੱਤਰ ਸਭੇ ਕੀਤਿਆ ਨਹ ਮੰਗੇ ਮੰਦਾ। ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਕਹਿੰਦੇ ਕੋਈ ਲੇਖਾ ਨਹੀਂ ਪੁੱਛਦਾ। ਹੁਣ ਧਰਮਰਾਜ ਜਿਹੜੇ ਹੱਥ ਜੋੜਦਾ ਹੈ, ਸਰੋਪਾ ਦਿੰਦਾ ਹੈ, ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ। ਕਹਿੰਦੇ ਉਹ ਮਾਲਕ ਨੇ, ਜਦ ਮਾਲਕ ਜਿਹੜਾ ਹੈਗਾ ਜਿਹਨੇ ਧਰਮਰਾਜ ਬਿਠਾਇਆ ਆ, ਜਦ ਉਹਦੀ ਸ਼ਰਨ ਦੇ ਵਿੱਚ ਆ ਗਿਆ, ਉਹਨੇ ਬਖਸ਼ ਦਿੱਤਾ, ਫਿਰ ਲੇਖਾ ਕੌਣ ਪੁੱਛ ਸਕਦਾ ਹੈ ਭਾਈ। ਆਨੰਦ ਪਾਇਆ ਸੁਖ ਪਾਇਆ ਮਿਲੇ ਗੁਰ ਗੋਬਿੰਦਾ। ਇੱਥੇ ਹੈਗਾ ਨੁਕਤਾ। ਕਹਿੰਦੇ ਆਨੰਦ ਹੋ ਗਿਆ, ਸੁਖੀ ਹੋ ਗਿਆ, ਆਤਮ ਦਰਸ਼ਨ ਹੋ ਗਏ, ਪਰਮਾਤਮ ਦਰਸ਼ਨ ਹੋ ਗਏ। ਕਿਵੇਂ ਹੋ ਗਏ? ਕਹਿੰਦੇ ਗੁਰੂ ਗੋਬਿੰਦਾ, ਪਰਮਾਤਮਾ ਦਾ ਰੂਪ ਗੁਰੂ, ਉਹਦੇ 'ਚੋਂ ਸਹੀ ਗਾਈਡੈਂਸ ਮਿਲ ਗਈ ਔਰ ਗੁਰੂ ਦੇ ਅਨੁਸਾਰ ਯਾਤਰਾ ਕੀਤੀ ਤੇ ਆ ਸਾਰਾ ਕੁਛ ਹੋ ਗਿਆ। ਸਭੇ ਕਾਜ ਸਵਾਰੈ ਜਾਂ ਤੁਧ ਪਾਵੰਦਾ। ਆਹੀ ਮਾਲਕ ਨੂੰ ਪਾਉਂਦਾ ਹੈ ਭਾਈ। ਜਿਹੜਾ ਗੁਰੂ ਦੇ ਅਨੁਸਾਰ ਚੱਲ ਪਿਆ, ਸਾਰੇ ਕਾਰਜ ਉਹਦੇ ਸਵਾਰੇ ਜਾਂਦੇ ਆ। ਜਾਂ ਤੁਧ ਪਾਵੰਦਾ, ਕਿਉਂਕਿ ਮਾਲਕ ਨੂੰ ਪਾ ਗਿਆ। ਉਹ ਮਾਲਕ ਤਾਂ ਬੈਠਾ ਹੈ, ਮਾਲਕ ਤਾਂ ਚਾਹ ਆ ਉਹਦੇ ਅੰਦਰ, ਕੋਈ ਆਏ ਤਾਂ ਸਹੀ। ਹਾਂ ਜੀ ਬੀਬੀ, ਆ ਸੀਗੀ ਪੌੜੀ। ਤੇ ਦੇਖ ਲਓ ਪੌੜੀ ਕੀ ਕਹਿ ਰਹੀ ਹੈ ਭਾਈ। ਇਹ ਤਾਂ ਸਿਰਫ ਭਗਤੀ ਕਰਨ ਵਾਸਤੇ ਕਹਿ ਰਹੀ ਹੈ। ਆਨੰਦ ਪਿਆ ਸੁਖ ਪਾਇਆ ਮਿਲ ਗੁਰ ਗੋਬਿੰਦਾ। ਸਭੇ ਕਾਜ ਸਵਾਰੈ
ਜਾਂ ਦੁੱਧ ਪਾਵੰਦਾ ਮਾਲਕ ਨੂੰ ਪਾ ਜਾਈਏ, ਮਾਲਕ ਨੂੰ ਪਾਉਂਦਾ ਹੈ, ਉਹਨੂੰ ਤਾਂ ਦੁੱਧ ਭਾਵੇ ਤੇਰੀ ਬੰਦਗੀ ਤੂੰ ਗੁਣੀ ਗਹੀਰਾ। ਹੁਣ ਇਸ ਤੋਂ ਅੱਗੇ ਜਿਹੜਾ ਹੈਗਾ ਰਾਮਾਨੰਦ ਜੀ ਦਾ ਜਿਹੜਾ ਸ਼ਬਦ ਅਸੀਂ ਬਾਰ-ਬਾਰ ਕਹਿੰਦੇ ਹਾਂ ਉਹ ਸ਼ਬਦ ਲਈਏ। ਹੁਣ ਪ੍ਰੈਕਟੀਕਲ ਜਿਹੜੇ ਹੈਗੇ ਆ ਕਿਸ ਤਰ੍ਹਾਂ ਜਿਹੜੇ ਹੈਗੇ ਆ ਸਾਰਾ ਇਹ 1100 ਵਾਹਿਗੁਰੂ ਜੀ ਹਾਂਜੀ ਹਾਂਜੀ ਤੁਸੀਂ ਇੰਨੇ ਵਧੀਆ ਸੁਣਾਇਆ ਨਾ ਸ਼ਬਦ ਦਾ ਅਰਥ, ਸੱਚ ਵਿੱਚ ਨਹੀਂ ਕੋਈ ਨਹੀਂ ਪਤਾ ਲੱਗ ਗਿਆ ਕਿ ਜਸ ਮੇਰੇ ਵੱਲ ਹੈ। ਹਾਂ ਹੈ ਹਾਂ ਬਾਣੀ ਪੜ੍ਹਨ ਦੇ ਨਾਲ ਨਹੀਂ ਵੱਲ ਚ ਹੋਣਾ ਉਹਨੇ ਮਾਲਕ ਨੇ, ਜੋ ਉਹ ਬਾਣੀ ਕਹਿ ਰਹੀ ਆ ਉਹ ਕਰਨ ਦੇ ਨਾਲ ਵੱਲ ਚ ਹੋਣਾ ਹੈ, ਬਸ ਇੰਨੀ ਕੀ ਗੱਲ ਹੈਗੀ ਜੀ। ਬਿਲਕੁਲ ਹਾਂਜੀ, ਬਹੁਤ ਬਹੁਤ ਚੰਗਾ ਲੱਗਿਆ, ਬਹੁਤ ਸੋਹਣੇ ਸ਼ਬਦ ਹੈ। ਹਾਂਜੀ ਇਹ ਅੱਗੇ ਰਾਮਾਨੰਦ ਜੀ ਦਾ ਸ਼ਬਦ ਜਿਹੜਾ ਹੈਗਾ 1195 ਅੰਗ ਦੇ ਉੱਤੇ ਹੈਗਾ। ਕਤ ਜਾਈਏ ਰੇ ਹਾਂਜੀ ਹਾਂਜੀ ਕਤ ਜਾਈਏ ਰੇ ਕਰ ਲਾਗੋ ਰੰਗ। ਰਾਮਾਨੰਦ ਜੀ ਘਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ। ਘਰ ਪਹਿਲਾ ਹੈ ਭਾਈ, ਇਹਦੇ ਵਿੱਚ ਕੋਈ ਵਿਸ਼ਰਾਮ ਨਹੀਂ, ਪੂਰਾ ਵਿਸ਼ਰਾਮ ਲੈ ਲਓ ਅਰਥ ਕਰਕੇ, ਉਸ ਤੋਂ ਬਾਅਦ ਇਕੱਠਾ ਕਰੋ ਇਹਨੂੰ, ਉਸ ਤੋਂ ਬਾਅਦ ਫਿਰ ਜਿਹੜਾ ਹੈਗਾ ਇਹਦਾ ਮੀਨਿੰਗ ਲਓ, ਇਕੱਠਾ ਇੱਕ ਲਾਈਨ ਪੂਰੀ ਵਾਚੋ ਇਹਨੂੰ, ਔਰ ਉਹਦੇ ਇਕੱਠੀ ਜੋ ਕਹਿ ਰਹੀ ਆ ਉਹ ਇਹਦੇ ਅਰਥ ਬਣਦੇ, ਉਹ ਗਿਆਨ ਹੈਗਾ। ਕਤ ਜਾਈਏ ਰੇ ਘਰ ਲਾਗੋ ਰੰਗ। ਕਹਿੰਦੇ ਕਿਉਂ ਜਾਵਾਂ ਮੈਂ ਹੁਣ ਇੱਧਰ ਉੱਧਰ ਤੀਰਥਾਂ ਦੇ ਉੱਤੇ, ਹੋਰ ਮੱਕਾ ਮਦੀਨਾ, ਹੋਰ ਜਿਹੜਾ ਹੈਗਾ ਕਿੱਥੇ ਕਿੱਥੇ ਜਿਹੜਾ ਹੈਗਾ ਹੇਮਕੁੰਡ ਤੇ ਹੋਰ ਫਲਾਨਾ, ਕਿਉਂ ਜਾਵਾਂ ਮੈਂ, ਕਿਉਂ ਜਾਵਾਂ? ਮੇਰੇ ਘਰ ਨੂੰ ਹੀ ਰੰਗ ਲੱਗ ਗਿਆ। ਕਹਿੰਦੇ ਮੇਰੇ ਘਰ ਨੂੰ ਹੀ ਰੰਗ ਲੱਗ ਗਿਆ, ਮੇਰੇ ਅੰਦਰ ਹੀ ਜਿਹੜਾ ਹੈਗਾ ਖੁਸ਼ੀਆਂ ਖੇੜੇ ਆ ਗਏ, ਮੇਰੇ ਅੰਦਰ ਹੀ ਮਾਲਕ ਪਰਮਾਤਮਾ ਦੀ ਖਿੱਚ ਪੈਦਾ ਹੋ ਗਈ, ਮੇਰੇ ਅੰਦਰ ਹੀ ਚੜ੍ਹਾਈ ਹੋਣ ਲੱਗ ਪਈ। ਕਤ ਜਾਈਏ ਰੇ, ਕਿਉਂ, ਕਿੱਥੇ ਜਾਵਾਂ, ਕਿਉਂ ਜਾਵਾਂ? ਕਰ ਲਾਗੋ ਰੰਗ, ਮੇਰਾ ਚਿੱਤ ਨਾ ਚਲੈ ਮਨ ਪਇਓ ਪੰਗ ਰਹਾਓ। ਕਹਿੰਦੇ ਹੁਣ ਮੇਰਾ ਚਿੱਤ ਨਹੀਂ ਚੱਲਦਾ, ਮੇਰਾ ਚਿੱਤ ਨਹੀਂ ਚੱਲਦਾ। ਇਹ ਜਿਹੜਾ ਨਾ ਐਕਚੁਅਲੀ ਜਿਹੜਾ ਹੈਗਾ ਜਿਹੜੀ ਸੁਰਤ ਹੈਗੀ ਆ, ਇਹੀ ਚਿੱਤ ਨੂੰ ਚਲਾਉਂਦੀ ਆ ਭਾਈ, ਸੁਰਤ। ਔਰ ਇਸੇ ਨੂੰ ਧਿਆਨ ਕਹਿੰਦੇ ਆ, ਸੁਰਤ ਨੂੰ ਇਸੇ ਨੂੰ ਧਿਆਨ ਕਹਿੰਦੇ ਆ, ਹੋਰ ਕੋਈ ਧਿਆਨ ਨਹੀਂ, ਧਿਆਨ ਇਹੀ ਸੁਰਤ ਹੈਗੀ। ਧਿਆਨ ਕਹਿੰਦੇ ਤੇਰੀ ਸੁਰਤ ਕਿੱਥੇ ਆ ਓਏ, ਕੀ ਕਰੀ ਜਾ ਰਿਹਾ ਤੂੰ, ਕਿਉਂ ਟਾਈਮ ਆਪਣਾ ਖਰਾਬ ਕਰ ਰਿਹਾ, ਪੜ੍ਹਾਈ ਕਰ ਆਪਣੀ। ਸੁਰਤ ਧਿਆਨ, ਮੇਰਾ ਚਿੱਤ ਨਾ ਚਲਾ ਮਨ ਪਇਓ ਪੰਗ। ਬਸ ਚਿੱਤ ਉਸੇ ਦੇ ਨਾਲ ਮਨ ਨੇ ਜਾਣਾ ਹੈ। ਕਹਿੰਦੇ ਮਨ ਤਾਂ ਹੁਣ ਮਨ ਪੰਗੂ ਹੋ ਗਿਆ। ਕਹਿੰਦੇ ਮਨ ਦੇ ਤਾਂ ਹੱਥ ਪੈਰ ਹੀ ਕਿਸੇ ਨੇ ਵੜਤੇ। ਇਹ ਚਿੱਤ ਜਿਹੜਾ ਹੈਗਾ ਮਨ ਕੋਲ ਸੀਗਾ ਤੇ ਇਹਦੇ ਦੁਆਰਾ ਜਿਹੜਾ ਹੈਗਾ ਪਹੁੰਚਦਾ ਸੀ, ਕਿਤੇ ਕਿਤੇ ਜਿਹੜਾ ਉਡਾਰੀਆਂ ਮਾਰਦਾ ਸੀਗਾ ਚਾਰੋਂ ਪਾਸੇ 10 ਦਿਸ਼ਾਵਾਂ ਦੇ ਵਿੱਚ। ਕਹਿੰਦੇ ਐਸੀ ਭਗਤੀ, ਗੁਰੂ ਨੇ ਕਿਹਾ ਵੀ ਮਨ ਵਿਚਾਰ ਬੰਦ ਕਰ ਤੂੰ ਆਪਣੇ, ਬਸ ਖਤਮ, ਮਨ ਖਤਮ ਹੋ ਗਿਆ, ਪੰਗੂ ਹੋ ਗਿਆ ਮਨ। ਵਿਚਾਰਾਂ ਦੇ ਦੁਆਰਾ ਮਨ ਨੇ ਜਾਣਾ ਹੈ, ਆਹੀ ਚਿੱਤ ਹੈਗਾ। ਵਿਚਾਰ ਕੀ ਹੈਗੇ? ਧਿਆਨ। ਕਤ ਜਾਈ ਹਰੇ ਘਰ ਲਾਗੋ ਰੰਗ, ਮੇਰਾ ਚਿੱਤ ਨਾ ਚਲੇ ਮਨ ਭਇਓ ਪੰਗ ਰਹਾਓ। एक दिवस मन पही उमंग, कस चंदन चूहा बहुत सुगंध। ਕਹਿੰਦੇ ਮੈਂ ਪਹਿਲਾਂ ਇਸ ਤਰ੍ਹਾਂ ਕਰਦਾ ਹੁੰਦਾ ਸੀਗਾ, ਇਸ ਤਰ੍ਹਾਂ ਮੈਂ ਕਰਦੀ ਸੀਗੀ। ਬਾਹਰ ਜਿਹੜਾ ਹੈਗਾ, ਬਾਹਰ ਮੰਦਰ ਮਸਜਿਦ ਗੁਰਦੁਆਰੇ, ਉੱਥੇ ਜਾ ਕੇ ਜਿਹੜਾ ਹੈਗਾ ਮੈਂ ਪਾਠ ਪੂਜਾ ਕਰਨੇ, ਚੰਦਨ ਚੜਾਉਣਾ ਮੂਰਤੀ ਨੂੰ, ਬਹੁਤ ਸੁਗੰਧੀ। ਇੱਕ ਦਿਵਸ ਮਨ ਪਹੀ ਉਮੰਗ, ਕਸ ਚੰਦਨ ਚੂਹਾ ਬਹੁਤ ਸੁਗੰਧ। ਪੂਜਨ ਚਾਲੀ ਬ੍ਰਹਮ ਠਾਏ। ਕਹਿੰਦੇ ਮੈਂ ਪੂਜਾ ਕਰਨ ਚੱਲ ਪਈ ਬਈ। ਕਹਿੰਦੇ ਜੀ ਮੰਦਰ ਦੇ ਵਿੱਚ ਪਰਮਾਤਮਾ ਹੈਗਾ, ਮਸਜਿਦ ਦੇ ਗੁਰਦੁਆਰੇ ਜਿਹੜਾ ਹੈਗਾ ਇਹ ਪਰਮਾਤਮਾ ਵਾਸਤਾ ਹੈ, ਮੈਂ ਵੀ ਚੱਲ ਪਈ ਉੱਥੇ। ਸੋ ਬ੍ਰਹਮ ਬਤਾਇਓ ਗੁਰ ਮਨ ਹੀ ਮਾਹੇ। ਗੁਰੂ ਨੇ ਦੱਸਿਆ ਭਾਈ ਉਹ ਪਰਮਾਤਮਾ ਤਾਂ ਤੇਰੇ ਮਨ ਦੇ ਵਿੱਚ ਹੈ, ਮਨ ਹੀ ਤਾਂ ਤੇਰਾ ਜੋਤ ਸਰੂਪ ਹੈਗਾ, ਤੇਰੀ ਆਤਮਾ ਹੀ ਤਾਂ ਪਰਮਾਤਮਾ ਹੈਗੀ। ਤੂੰ ਮਨ ਨੂੰ ਛੱਡ ਕੇ ਕਿੱਧਰ ਜਾ ਰਿਹਾ ਭਾਈ? ਆਤਮਾ ਤਾਂ ਪਰਮਾਤਮਾ ਦਾ ਮਨ ਦੇ ਵਿੱਚ ਅੰਦਰ ਬੈਠਾ ਹੋਇਆ ਵਾ, ਆਤਮਾ ਹੀ ਤਾਂ ਪਰਮਾਤਮਾ ਹੈਗੀ, ਔਰ ਮਨ ਹੀ ਹੈਗਾ, ਮਨ ਹੀ ਪਰਮਾਤਮਾ ਹੈਗਾ। ਮਨ ਜਿਹੜਾ ਹੈਗਾ ਕਾਲੀ ਕਾਲਕ ਹੈਗੀ ਆ, ਕਾਲਕ ਹਟਾ ਦੋ ਤੇ ਆਤਮਾ ਨਜ਼ਰ ਆ ਜਾਏਗੀ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਇੱਕ ਦਿਵਸ ਮਨ ਪਹੀ ਉਮੰਗ,
कस चंदन चुआ बहुत सुगंध, पूजन चाली ब्रह्म ठाए, सो ब्रह्म बतायो गुर मन ही माहे। देखो पूजा कादी होनी है, कित्थे पूजा करनी है, ਕਿਹੜੀ ਭਗਤੀ ਹੈਗੀ ਆ। ਇੱਥੇ ਕੋਈ ਹੈ ਕਰਮ ਕਾਂਡ ਬਾਹਰੀ, ਕੋਈ ਚੀਜ਼ ਹੈ ਬਾਹਰੀ ਜਿਹੜੀ ਹੈਗੀ, ਜਿਹੜੇ ਆਪਣੀ ਜਿਹੜੀ ਹੈਗੀ ਉਹ ਪੂਜਾ। ਮਹਾਰਾਜ ਤਾਂ ਕਹਿੰਦੇ ਆ ਕਿ ਇਹ ਸਾਰਾ ਚੰਦਨ ਚੁੰਦਨ ਮੈਂ ਤਾਂ ਛੱਡਤਾ। एक दिवस मन पाई उमंग, कस चंदन चुआ बहुत सुगंध, पूजन चाली ब्रह्म ठाए, सो ब्रह्म बताया गुर मन ही माहे। आ गुरु है अपने आप, गुरु बोल रहे हैं, प्रतੱਖ बोल रहे। जे नहीं ਆਪਾਂ ਤਾਂ ਮੰਨਦੇ ਹੀ ਨਹੀਂ ਇਹ ਗੱਲ। ਵੀਰ ਜੀ ਉਹ ਇੱਕ ਆਉਂਦਾ ਨਾ ਤੁਕ, ਕਬੀਰ ਹਜ ਕਾਬੇ ਹੋਂ ਜਾਏ ਥਾ, ਅੱਗੇ ਮਿਲਿਆ ਖੁਦਾਏ, ਸਾਈ ਮੁਝਸੋਂ ਲੜ ਪੜਿਆ, ਤੁਝ ਕੇ ਫਰਮਾਈ ਗਾਏ। ਹਾਂ, ਤੈਨੂੰ ਕਿਹਨੇ ਕਹਿਤਾ ਵੀ ਇੱਥੇ ਆ ਕੇ ਜਿਹੜਾ ਗਾਂ ਕੁਰਬਾਨ ਕਰ? ਤੈਨੂੰ ਕਿਹਨੇ ਕਿਹਾ ਦੱਸ? ਤੈਨੂੰ ਕਿਹਨੇ ਕਿਹਾ ਇਹ ਕਰਮ ਕਾਂਡ ਕਰਨ ਦੀ ਪਾਏ ਵੀ ਮੈਂ ਹਜ ਕਾਬੇ ਇਸ ਤਰ੍ਹਾਂ ਜਿਹੜਾ ਖੁਸ਼ ਹੁੰਨਾ? ਪਰਮਾਤਮਾ ਲੜ ਗਿਆ, ਕਹਿੰਦੇ ਮੇਰੇ ਨਾਲ ਝਗੜਾ ਕਰਨ ਲੱਗ ਪਿਆ, ਕਿਉਂ ਤੂੰ ਇਹ ਕਰ ਰਿਹਾ ਹੈ? ਤੈਨੂੰ ਤਰਸ ਨਹੀਂ ਆ ਰਿਹਾ ਗਾਂ ਦੇ ਉੱਤੇ, ਜੀਵ ਦੇ ਉੱਤੇ? कबीर हज काबे हो जाए था, आगे मिलिया खुदाए, उन्हें रोक लिया रास्ता, किधर जा रहे हैं, क्यों? जह हुण अगे दस रहे भाई बई जहाँ जाइए तह जल पखान, कहते जिथे भी जाइए बस बाहरी कर्म कांडिया यही भगती हैगी भाई। जल हैगा ते पानी हैगा, जिते तीर्थां ते चले जाओ आही कुछ हैगा, बिल्डिंग होएगी या पानी होएगा। जहाँ जाइए तह जल पखान, तू पूर रहे है सब समान, और तू तो हरेक जगह ते विच हैगा, समान रूप दे विच हैगा। जे उत्ते पत्थर दे मूर्ति दे विच हैगा, जे उत्ते बिल्डिंग दे विच हैगा, ते इत्थे मेरे अंदर क्यों नहीं हैगा? उन्ना ही मेरे अंदर भी हैगा। ਉੱਥੇ ਵੀ ਜਾਵਾਂਗੇ, ਤੀਰਥਾਂ 'ਤੇ ਜਾਵਾਂਗੇ ਤਾਂ ਵੀ ਆਪਣੇ ਅੰਦਰ ਵੜਾਂਗੇ ਤੇ ਭਗਤੀ ਤਾਂ ਹੀ ਹੋਣੀ ਹੈ, ਭਾਵੇਂ ਉੱਥੇ ਕਰ ਲਓ ਭਾਵੇਂ ਇੱਥੇ ਕਰ ਲਓ, ਕੀ ਫਰਕ ਆ? ਜਹਾਂ ਜਾਈਏ ਤਾਂ ਜਲ। ਹਾਂ, ਇਹ ਕਹਿ ਸਕਦੇ ਆਪਾਂ ਵੀ ਸੰਗਤ ਹੈਗੀ, ਸੰਗਤ ਦੇ ਵਿੱਚ ਰੰਗਤ ਆਉਂਦੀ ਹੈ। ਸੰਗਤ ਜ਼ਰੂਰ ਜਿਹੜੀ ਹੈ ਕੰਮ ਦੀ ਹੈ ਭਾਈ, ਸੰਗਤ ਦੇ ਵਿੱਚ ਜ਼ਰੂਰ ਜਾਣਾ ਹੈ ਆਪਾਂ ਨੇ। ਸੰਗਤ ਦਾ ਮਹੱਤਵ ਹੈਗਾ, ਉਹ ਵੀ ਜਿਹੜੀ ਹੈਗੀ ਨਾਮ ਅਭਿਆਸੀਆਂ ਦੀ, ਭਗਤੀ ਕਰਨ ਵਾਲਿਆਂ ਦੀ, ਭਗਤਾਂ ਦੀ ਸੰਗਤ, ਸਾਧੂਆਂ ਦੀ ਸੰਗਤ, ਸਾਧਨਾ ਕਰਨ ਵਾਲਿਆਂ ਦੀ ਸੰਗਤ। जहाँ जाइए तह जल पखान, तू पूर रहे है सब समान, वेद पुराण सब देखे जोए। कहते मैं चंगी तरह घोख के ज्ञान ग्रंथ सारे देख ले, वहाँ तो जाइए जो यहाँ ना होए। कहते उत्थे तां जाइए भी जे इत्थे नहीं हैगा परमात्मा, जे उत्थे ही हैगा ਤਾਂ ਫਿਰ ਚੱਲੀਏ ਉੱਥੇ। ਸਤਿਗੁਰ ਮੈਂ ਬਲਿਹਾਰੀ ਤੋਰ, ਇਹ ਮੇਰੇ ਗੁਰੂ ਮੈਂ ਤਾਂ ਬਲਿਹਾਰਿਆਂ ਤੇਰੇ ਤੋਂ ਬਲਿਹਾਰਿਆਂ, ਮੈਨੂੰ ਕਿੱਥੋਂ ਕਰਮ ਕਾਂਡਾਂ 'ਚੋਂ ਤੂੰ ਬਚਾ ਲਿਆ, ਛਡਾ ਲਿਆ ਮੈਨੂੰ। ਮੇਰਾ ਤਾਂ ਕੁਛ ਬਣ ਹੀ ਨਹੀਂ ਰਿਹਾ ਸੀਗਾ, ਇੰਨੀ ਉਮਰ ਹੋ ਗਈ ਹੈ, ਕੱਖ ਨਹੀਂ ਮਿਲਿਆ, ਸਿਰਫ ਮੁਗਾਲਤਾ ਹੈਗਾ, ਸਿਰਫ ਬਸ ਲੋਕਾਚਾਰ ਹੈਗਾ। ਸਤਿਗੁਰ ਮੈਂ ਬਲਿਹਾਰੀ ਤੋਰ, ਮੈਂ ਤਾਂ ਬਲਿਹਾਰਿਆਂ ਤੇਰੇ ਤੋਂ। ਔਰ ਬਾਣੀ ਕਹਿੰਦੀ ਹੈ ਤੂੰ 8 ਦਿਨ ਕਰ, 9ਵੇਂ ਦਿਨ ਤੇਰੇ ਅੰਦਰ ਤੈਨੂੰ ਚੇਂਜ ਲੱਭ ਜਾਏਗਾ। ਪਹਿਲੇ ਦਿਨ ਤੋਂ ਮਸਤੀ ਆਉਣੀ ਛਾ ਜਾਏਗੀ। ਤੂੰ ਅੰਦਰ ਆਪਣੇ ਵੜ ਤਾਂ ਸਹੀ, ਵਿਚਾਰ ਬੰਦ ਕਰ ਤਾਂ ਸਹੀ, ਉਹ ਪਿਆਰਿਆ ਕਰ ਤਾਂ ਸਹੀ, ਕਿ ਖਾਲੀ ਗੱਲਾਂ ਦੇ ਨਾਲ ਹੀ ਚੱਲੇਗਾ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨੇ ਸਕਲ ਵਿਕਲ ਭ੍ਰਮ ਕਾਟੇ ਮੋਰ। ਵਾਹ ਗੁਰੂ। ਕਹਿੰਦੇ ਸਾਰੇ ਦੇ ਸਾਰੇ ਇੰਨੇ ਔਖੇ ਰੂਟੀਨ, ਇੰਨੇ ਔਖੇ ਜਿਹੜੇ ਹੈਗੇ ਪਤਾ ਨਹੀਂ ਕਿਹੇ ਜੇ ਵਿਕਲ, ਕਹਿੰਦੇ ਆ ਬੜੇ ਹੀ ਔਖੇ ਭਰਮ, ਸਾਰੀਆਂ ਲੀਹਾਂ ਬਣੀਆਂ ਪਈਆਂ, ਸਾਰੇ ਸੰਸਕਾਰ ਬਣੇ ਹੋਏ ਆ ਕਰਮ ਕਾਂਡਾਂ ਦੇ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨੇ ਸਕਲ ਵਿਕਲ ਭ੍ਰਮ ਕਾਟੇ ਮੋਰ। ਡਰਾਪ ਕਰ ਦੋ ਸਾਰਾ ਕੁਛ। ਮੈਚੋਰਿਟੀ ਮੇਨ ਜਿਹੜਾ ਹੈਗਾ, ਆਪਾਂ ਜਿਹੜੇ ਹੈਗੇ ਆ ਇਹ ਧਿਆਨ ਦੇ ਉੱਤੇ ਆ ਜਾਈਏ, ਆਪਣੇ ਅੰਦਰ ਆਪਣੇ ਵਿਚਾਰਾਂ ਨੂੰ ਬੰਦ ਕਰੀਏ, ਆਪਣੇ ਆਪ ਨੂੰ ਪੜ੍ਹਨਾ ਸਿੱਖੀਏ, ਆਪਣੇ ਆਵਗੁਣ ਜਿਹੜੇ ਹੈਗੇ ਆਪਣੇ ਅੰਦਰ ਕੀ ਹੈਗੇ ਆਪਾਂ, ਆਪਣਾ ਕਿੱਥੇ ਮੇਰੇ ਗੰਦਗੀ ਹੈਗੀ ਉਹ ਲੱਭੀਏ ਔਰ ਝਾੜੂ ਲਾਈਏ ਔਰ ਨਿਮਰਤਾ ਗਰੀਬੀ ਦੇ ਨਾਲ ਇਸ ਰਸਤੇ 'ਤੇ ਚੱਲੀਏ। ਸਤਿਗੁਰ ਮੈਂ ਬਲਿਹਾਰੀ ਤੋਰ, ਜਿਨੇ ਸਕਲ ਵਿਕਲ ਭ੍ਰਮ ਕਾਟੇ ਮੋਰ। ਰਾਮਾਨੰਦ ਸੁਆਮੀ ਰਮਤ ਬ੍ਰਹਮ। ਵਾਹ ਜੀ ਵਾਹ।
ਕਹਿੰਦੇ ਰਾਮਾਨੰਦ ਜੀ ਕਹਿੰਦੇ ਮੈਂ ਤਾਂ ਉਸ ਮਾਲਕ ਪਰਮਾਤਮਾ ਦੇ, ਇਹਨਾਂ ਨੂੰ ਵੀ ਸਵਾਮੀ ਰਾਮਾਨੰਦ ਜੀ ਕਹਿੰਦੇ ਸੀਗੇ, ਇਹ ਵੀ ਗੁਰੂ ਸੀਗੇ। ਕਹਿੰਦੇ ਮੈਂ ਤਾਂ ਬਲਿਹਾਰ ਰਿਹਾ ਭਾਈ, ਮੈਂ ਤਾਂ ਉਸ ਬ੍ਰਹਮ ਦੇ ਨਾਲ ਰਮ ਗਿਆ। ਹੁਣ ਮੇਰੇ ਅੰਦਰ ਹੀ ਜਿਹੜਾ ਹੈਗਾ ਤੀਰਥ ਖੁੱਲ੍ਹ ਗਿਆ ਮੇਰੇ ਅੰਦਰ। ਰਾਮਾਨੰਦ ਸਵਾਮੀ ਰਮਤ ਬ੍ਰਹਮ, ਗੁਰ ਕਾ ਸ਼ਬਦ ਕਾਟੇ ਕੋਟ ਕਰਮ। ਆਇਆ ਭਾਈ ਗੁਰੂ ਦਾ ਸ਼ਬਦ, ਆਇਆ ਭਗਤੀ। ਗੁਰੂ ਦਾ ਸ਼ਬਦ ਕੀ ਹੈ? ਭਗਤੀ, ਅੰਦਰ ਦੀ ਭਗਤੀ, ਆਪਣੇ ਮਨ ਦੀ ਯਾਤਰਾ, ਆਤਮ ਤੀਰਥ ਦਾ ਇਸ਼ਨਾਨ, ਸਾਰੇ ਕਰਮ ਕਾਂਡ ਕੱਟ ਦਿੰਦਾ ਹੈ ਭਾਈ। ਗੁਰ ਕਾ ਸ਼ਬਦ ਕਾਟੇ ਕੋਟ ਕਰਮ, ਕਰੋੜਾਂ ਕਰਮ, ਜਨਮਾਂ ਜਨਮਾਂ ਦਾ ਲੇਖਾ ਮੁਕਾ ਦਿੰਦਾ ਹੈ। ਆਖਰੀ ਸ਼ਬਦ ਜਿਹੜਾ ਹੈ ਅੱਜ ਲੜੀ ਦਾ ਆਖਰੀ ਮੋਤੀ, ਕਬੀਰ ਜੀ ਦਾ ਸ਼ਬਦ ਲਵਾਂਗੇ ਆਪਾਂ 334-35 ਅੰਗ ਦੇ ਉੱਤੇ। ਉਹ ਜਿਹੜਾ ਹੈਗਾ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਪਰਮਿਤ ਬਾਹਰ ਖਿੰਥਾ। ਇਹ ਜਿਹੜਾ ਨਾ ਇਹ ਆਪਣੇ ਜਿਹੜੇ ਹੈਗੇ ਜੀਨਸ ਜਿਹੜੇ ਹੈਗੇ ਐਸੇ ਕਲਟੀਵੇਟ ਹੋਏ ਆ ਜਨਮਾਂ ਜਨਮਾਂ ਤੋਂ, ਬਾਪ ਦਾਦੇ ਦੇ ਜ਼ਮਾਨੇ 'ਚੋਂ, ਬਚਪਨ ਤੋਂ ਲੈ ਕੇ ਹੁਣ ਤੱਕ ਆਪਾਂ ਇਹ ਕਰਮ ਕਾਂਡਾਂ ਦੇ ਨਾਲ ਸੁਤੇ ਸਿੱਧ ਹੀ ਜਿਹੜੇ ਹੈਗੇ ਇਹ ਕਰਮ ਕਾਂਡ ਕਰਦੇ ਆ। ਹਿੰਦੂ ਦੇ ਘਰ ਹਿੰਦੂ ਪੈਦਾ ਹੋ ਜਾਂਦਾ, ਮੁਸਲਮਾਨ ਦੇ ਮੁਸਲਮਾਨ ਪੈਦਾ ਹੋ ਜਾਂਦਾ, ਸਿੱਖ ਦੇ ਸਿੱਖ ਪੈਦਾ ਹੋ ਜਾਂਦਾ, ਇਨਸਾਨ ਤਾਂ ਕਿਤੇ ਪੈਦਾ ਨਹੀਂ ਹੁੰਦਾ। ਗੌੜੀ ਹਾਂਜੀ ਅੰਗ ਜਿਹੜਾ ਹੈਗਾ 334 334 334-35 ਦੋਨਾਂ ਤੇ ਜਾਊਗਾ ਸ਼ਬਦ। ਕਬੀਰ ਜੀ ਦਾ ਹੈ ਗੌੜੀ ਰਾਗ ਦੇ ਵਿੱਚ, ਔਰ ਜਿਹੜਾ ਹੈਗਾ 53ਵਾਂ 53 ਸ਼ਬਦ ਹੈਗਾ। ਗੌੜੀ ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਪਰਮਿਤ ਬਾਹਰ ਖਿੰਥਾ। ਸੁਰਤ ਸਿਮਰਤ, ਸੁਰਤ ਸਿਮਰਤ, ਸੁਰਤ ਕੀ ਹੈਗਾ? ਸੁਰਤ ਕੀ ਹੈਗੀ? ਬਸ ਉਹੀ ਧਿਆਨ, ਉਹੀ ਸੁਰਤ ਆ ਜਿਹਦੇ ਨਾਲ ਜਿਹੜਾ ਹੈਗਾ ਆਪਣਾ ਮਨ ਭਟਕਦਾ ਹੈ, ਬਾਹਰ ਜਾਂਦਾ, ਉਹ ਧਿਆਨ। ਕਹਿੰਦੇ ਆ ਮਨ ਨੂੰ ਮੁੰਦਰਾ ਪਵਾਉਣੀਆਂ ਹੈ ਮੈਂ ਜੋਗੀ। ਆ ਕਹਿੰਦੇ ਕਬੀਰ ਜੀ ਕਹਿੰਦੇ ਜੋਗੀ ਬਣਨਾ ਪਊਗਾ ਮੇਰੇ ਮਨਾ ਤੈਨੂੰ। ਆ ਦੋ ਮੁੰਦਾਂ ਕੰਨ 'ਚ ਹਮੇਸ਼ਾ ਪਾ ਕੇ ਰੱਖ। ਜੋਗੀ ਜਿਵੇਂ ਮੁੰਦਾ ਪਾਉਂਦੇ ਆ, ਇੱਕ ਸੁਰਤ ਧਿਆਨ, ਇੱਕ ਸਿਮਰਤ ਸਮਰਨ। ਤੈਨੂੰ ਪਰਮੇਸ਼ਰ ਦਾ ਧਿਆਨ ਹੋਣਾ ਚਾਹੀਦਾ, ਤੈਨੂੰ ਆਤਮ ਦਾ ਧਿਆਨ ਹੋਣਾ ਚਾਹੀਦਾ, ਆਤਮ ਯਾਤਰਾ ਕਰਨੀ ਹੈ ਤੂੰ। ਸੁਰਤ ਸਿਮਰਤ ਦੋਏ ਕੰਨੀ ਮੁੰਦਾਂ, ਇਹ ਦੋਨੋਂ ਕੰਨਾਂ 'ਚ ਵੀ ਮੁੰਦਾਂ ਹੈ। ਪਰਮਿਤ ਬਾਹਰ ਖਿੰਥਾ, ਇੱਕ ਜਿਹੜੀ ਹੈਗੀ ਗੋਦੜੀ ਓੜਦੇ ਆ ਉਹ ਲੋਕ। ਖਿੰਥਾ ਕਹਿੰਦੇ ਉਹ ਪਰਮਾਤਮਾ ਜਿਹੜੀ ਕੋਈ ਜਿਹਦੀ ਪਰਮਿਤੀ ਨਹੀਂ ਹੈਗੀ, ਮਾਲਕ ਪਰਮਾਤਮਾ ਦੀ ਪਰਮਿਤੀ ਤੋਂ ਬਾਹਰ ਹੈਗਾ ਭਾਈ। ਉਹਦਾ ਕੋਈ ਜਿਹੜਾ ਹੈਗਾ ਐਂਡ ਨਹੀਂ ਹੈਗਾ ਮਾਲਕ ਪਰਮਾਤਮਾ ਦਾ। ਉਹਦੀ ਗੋਦੜੀ ਹਮੇਸ਼ਾ ਯਾਦ ਰੱਖ। ਉਹ ਸਵਾਹ ਮਾਰਦੇ ਸੀਗੇ ਤੇ ਜੋਗੀ ਲੋਕ, ਬਈ ਮੇਰਾ ਸਰੀਰ ਸਵਾਇਆ ਭਾਈ ਦੇਖ। ਉਹ ਮਾਲਕ ਪਰਮਾਤਮਾ ਦੀ ਸਾਰੀ ਜਿੰਨੀ ਵੀ ਜਿਹੜੀ ਰਚਨਾ ਹੈਗੀ ਆ, ਇਹ ਸਾਰੀ ਦੀ ਸਾਰੀ ਜਿਹੜੀ ਹੈਗੀ ਧੋਖਾ ਹੈਗੀ, ਟਰੈਪ ਹੈਗੀ। ਉਹ ਆ ਸਾਰੀ ਦੀ ਸਾਰੀ ਰਚਨਾ ਜਿਹੜੀ ਹੈਗੀ ਆ, ਇਹ ਸੱਚ ਨਹੀਂ ਹੈਗੀ, ਇਹ ਕੱਚ ਹੈਗੀ। ਪਰਮਿਤ ਬਾਹਰ, ਇਸ ਤੋਂ ਬਾਹਰ ਮਾਲਕ ਪਰਮਾਤਮਾ ਜਿਹੜਾ ਜੇ ਮਿਲਣਾ ਆ ਤੇ ਆ ਜਿਹੜੀ ਹੈਗੀ ਪ੍ਰਕਿਰਤੀ ਜਿਹੜੀ ਹੈਗੀ ਇਸ ਤੋਂ ਉੱਪਰ ਉੱਠਣਾ ਪਊਗਾ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਹਮੇਸ਼ਾ ਓੜ ਕੇ ਰੱਖਣਾ ਹੈ ਤੂੰ ਵੀ ਜੋ ਵੀ ਦਿਸ ਰਿਹਾ ਹੈ, ਜੋ ਕੁਛ ਵੀ ਆਕਾਰ ਹੈਗਾ, ਉਹ ਮਾਲਕ ਪਰਮਾਤਮਾ ਇਸ ਤੋਂ ਅੱਗੇ ਹੈ। ਜੇ ਆਕਾਰ ਦੇ ਵਿਚਾਰ ਹੈਗੇ ਤੇਰੇ ਅੰਦਰ ਤੇ ਫਿਰ ਇਹਨੇ ਫੜ ਲਿਆ ਪ੍ਰਕਿਰਤੀ ਨੇ, ਫਿਰ ਆ ਗਿਆ ਉਹਦੀ ਉਹ ਆਪੋਜ਼ਿਟ ਟੀਮ ਦੇ ਵਿੱਚ। ਸੁਰਤ ਸਿਮਰਤ ਦੋਏ ਕੰਨੀ ਮੁੰਦਾ, ਪਰਮਿਤ ਬਾਹਰ ਖਿੰਥਾ। ਜੀ ਪਰਮਿਤ ਦਾ ਕੀ ਮਤਲਬ? ਪਰਮਿਤ ਦਾ ਮਤਲਬ ਹੈ ਬਈ ਉਹਦੀ ਬਾਉਂਡਰੀ, ਉਹ ਜੋ ਆਕਾਰ ਜੋ ਦਿਸ ਰਿਹਾ ਆ ਇਸ ਤੋਂ ਬਾਹਰ ਆ। ਮਾਲਕ ਪਰਮਾਤਮਾ ਜਿਹੜਾ ਹੈਗਾ ਇਸ ਤੋਂ ਉੱਪਰ ਹੈਗਾ ਭਾਈ। ਇਹਦਾ ਮਤਲਬ ਇਹ ਤਾਂ ਨਹੀਂ ਹੋ ਸਕਦਾ ਕਿ ਜੀ ਵੀ ਉੱਪਰ ਦੀ ਖਿੰਥਾ ਪਾ ਲਓ ਵੀ ਤੁਹਾਡੀ ਸੁਰਤ ਬਾਹਰ ਨਾ ਜਾਵੇ? ਨਹੀਂ,
ਆਪਾਂ ਨੂੰ ਹਮੇਸ਼ਾ ਯਾਦ ਰਹੇ ਬਈ ਇਹ ਪ੍ਰਕਿਰਤੀ ਜਿਹੜੀ ਹੈਗੀ ਆ ਉਹ ਮਾਲਕ ਪਰਮਾਤਮਾ ਨੇ ਜਾਲ ਪਾਇਆ ਹੋਇਆ ਹੈ। ਇਹ ਪ੍ਰਕਿਰਤੀ ਦਾ ਜਾਲ ਹੈਗਾ, ਠੀਕ ਹੈ। ਇਹਦੇ ਵਿੱਚ ਨਹੀਂ ਫਸਣਾ ਆਪਾਂ ਨੇ। ਸੁੰਨ ਗੁਫਾ ਮੇਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਹਿੰਦੇ ਬੈਠਕ ਕਰਨੀ ਆ ਤੇ ਸੁੰਨ ਦੇ ਵਿੱਚ ਕਰਨੀ ਆ ਭਾਈ। ਸੁੰਨ ਦਾ ਮਤਲਬ ਹੈ ਸੰਨਾਟਾ, ਜਿੱਥੇ ਕੋਈ ਵਿਚਾਰ ਨਹੀਂ ਹੈਗੀ। ਉੱਥੇ ਉਹ ਗੁਫਾ ਹੈ, ਉਹਦੇ ਵਿੱਚ ਗੁਫਾ ਕਿਉਂ ਆ? ਗੁਫਾ ਦਾ ਮਤਲਬ ਹੈ ਭਾਈ ਜਿੱਥੇ ਕੋਈ ਦੁਨੀਆ ਜਿਹੜੀ ਹੈਗੀ ਆਪਾਂ ਨੂੰ ਨਹੀਂ ਜਾਣਦੀ। ਗੁਫਾ ਦੇ ਵਿੱਚ ਬੈਠ ਕੇ ਛੁਪ ਕੇ ਗੁਪਤ ਜਗ੍ਹਾ ਤੇ ਉੱਥੇ ਆਸਣ ਕਰਨਾ ਹੈ ਤੇ ਬੈਠਕ ਲਾਉਣੀ ਹੈ। ਉੱਥੇ ਪਹਿਲਾਂ ਤਾਂ ਆਸਣ ਲੱਭਣਾ ਹੈ ਅੰਦਰ, ਸੁੰਨ ਗੁਫਾ। ਵਿਚਾਰ ਛੱਡੀ ਜਾਓ ਤੇ ਸੁੰਨ ਗੁਫਾ ਮਿਲਦੀ ਜਾਊਗੀ। ਇਸ ਦਾ ਮਤਲਬ ਇਹ ਵੀ ਹੋਇਆ ਕਿ ਪਰਮਾਤਮਾ ਜਦੋਂ ਵੀ ਮਿਲੂਗਾ ਉਹ ਸੁੰਨ ਦੇ ਵਿੱਚ ਹੀ ਮਿਲੂਗਾ। ਬਿਲਕੁਲ ਸਹੀ ਗੱਲ ਆ, ਬਿਲਕੁਲ ਸਹੀ ਗੱਲ ਆ। ਇਹ ਸੁੰਨ ਜਿਹੜੀ ਹੈਗੀ ਆ ਇਹੀ ਹੈਗੀ ਆਪਣ, ਇਹੀ ਸੁੰਨ ਗੁਫਾ ਕੀ ਹੈਗਾ? ਇਹੀ ਆ ਮਨ ਨੂੰ ਜਿਹੜਾ ਹੈਗਾ, ਆਪਣੇ ਮਨ ਨੂੰ ਜਿਹੜਾ ਹੈਗਾ ਵੇਦਣਾ। ਇਹ ਸੁਰਤ ਜਿਹੜੀ ਆ ਮਨ ਦੇ ਵਿੱਚ ਆ ਜਾਣੀ ਹੈ। ਮਨ ਵਿੰਨਿਆ ਗਿਆ ਤੇ ਅੱਗੇ ਆਤਮਾ ਹੈਗੀ ਆ। ਬਸ ਇਹ ਮਨ ਦੀ ਕਾਲਕ ਹੈਗੀ ਆ। ਇਹ ਵਿਚਾਰ ਹੀ ਤਾਂ ਮਨ ਹੈਗੇ ਆ, ਵਿਚਾਰ ਹੀ ਤਾਂ ਕਾਲਕ ਹੈਗੇ ਆ। ਬਹੁਤ ਵਧੀਆ ਜੀ, ਬਹੁਤ ਵਧੀਆ। ਸੁੰਨ ਗੁਫਾ ਮੇਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਆ ਦੇਖੋ, ਆ ਧਿਆਨ ਸਿਮਰਨ ਦੇ ਬਾਰੇ ਦੱਸ ਰਹੇ ਭਾਈ, ਜਿਹਦੇ ਵਾਸਤੇ ਆਪਾਂ ਜਿਹੜੇ ਹੈਗੇ ਪ੍ਰੈਕਟੀਕਲ ਗੱਲਾਂ ਹੈ ਸਾਰੀਆਂ ਦੀਆਂ ਸਾਰੀਆਂ। ਇਹ ਕਰਨਾ ਆ ਆਪਾਂ ਨੇ ਪ੍ਰੈਕਟੀਕਲ। ਸੁੰਨ ਗੁਫਾ ਮੇਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਕਹਿੰਦੇ ਕਲਪਨਾ ਵਿਵਰਜਿਤ ਹੈਗੀ ਭਾਈ, ਵਿਚਾਰ ਵਿਵਰਜਿਤ ਹੈਗੇ। ਕੋਈ ਵੀ ਵਿਚਾਰ ਆਉਂਦਾ ਹੈ ਮਤ ਉਹਦੇ ਨਾਲ ਆਪਾਂ ਆਪਣੀ ਸੁਰਤ, ਆਪਣੇ ਮਨ ਨੂੰ ਨਾ ਉਹਦੇ ਵਿੱਚ ਲੈ ਕੇ ਜਾਓ। ਕਹਾਂ ਚਲੋ ਮਨ ਰਹੋ ਘਰੇ। ਮਨ ਨੂੰ ਦੇਖੋ, ਕਾਹਦੇ ਵਾਸਤੇ ਇਹ ਵਿਚਾਰ ਚਾਹੀਦਾ ਤੈਨੂੰ ਭਾਈ? ਇਹਦੇ ਵਿੱਚੋਂ ਕੀ ਲੱਭਣਾ ਹੈ ਤੂੰ? ਸੁਨ ਗੁਫਾ ਮੇਂ ਆਸਣ ਬੈਸਣ ਕਲਪ ਵਿਵਰਜਿਤ ਪੰਥਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ। ਫਿਰ ਦੇਖੋ ਮਾਲਕ ਪਰਮਾਤਮਾ ਉਹ ਰਾਜਨ ਦਾ ਕਿਵੇਂ ਬੈਰਾਗ ਪੈਦਾ ਹੁੰਦਾ ਹੈ, ਕਿਵੇਂ ਜੋਗ ਹੁੰਦਾ ਹੈ ਉਹ ਮਾਲਕ ਪਰਮਾਤਮਾ ਦਾ। ਆਇਆ ਜੋਗ ਆਇਆ ਬੈਰਾਗ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ। ਹੁਣ ਥੋੜ੍ਹੀ ਨਾ ਮਰੂਗਾ ਫਿਰ ਸੋਗ ਦੇ ਵਿੱਚ ਤੇ ਵਿਯੋਗ ਦੇ ਵਿੱਚ। ਉਹ ਮਾਲਕ ਦੇ ਸੋਗ ਦੇ ਵਿੱਚ ਔਰ ਵਿਯੋਗ ਦੇ ਵਿੱਚ ਹੁਣ ਥੋੜ੍ਹੀ ਨਾ ਦੁਨੀਆ ਦੇ ਵਿੱਚ ਆਕਾਰ ਦੇ ਵਿੱਚ ਜਿਹੜਾ ਹੈਗਾ ਉਹ ਜਿਹੜਾ ਖੁੱਬੂਗਾ, ਕਮਲ ਦੇ ਫੁੱਲ ਵਾਂਗੂ ਉੱਪਰ ਰਹੂਗਾ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ ਰਹਾਓ। ਜਿਹਨੂੰ ਪਰਮਾਤਮਾ ਦਾ ਇਸ ਤਰ੍ਹਾਂ ਖਿੱਚ ਆ ਗਈ, ਮਾਲਕ ਪਰਮਾਤਮਾ ਸੁਣਨ ਦੇ ਵਿੱਚ, ਪਰਮਾਤਮਾ ਤਾਂ ਸੁਣਨਾ ਹੈਗਾ ਭਾਈ। ਪਰਮਾਤਮਾ ਦੇ ਵਿੱਚ ਵਿਚਾਰ ਥੋੜ੍ਹੀ ਨਾ ਹੈਗੇ। ਮਰਤ ਨਾ ਸੋਗ ਵਿਯੋਗੀ, ਜਿਹਦੇ ਅੰਦਰ ਵਿਚਾਰ ਆ ਤੇ ਉਹ ਸੋਗ ਹੈ ਭਾਈ, ਵਿਯੋਗ ਹੈਗਾ ਪਰਮਾਤਮਾ ਤੋਂ। ਕਹਿੰਦੇ ਹੁਣ ਨਹੀਂ ਮੈਂ ਨਹੀਂ ਆ, ਮੈਂ ਮਨੁੱਖੀ ਜੂਨ ਜਾਣ ਦਿੰਦਾ ਭਾਈ। ਹੁਣ ਨਹੀਂ ਮਾਰਦਾ ਮੈਂ ਆਤਮਿਕ ਮੌਤ। ਮੇਰੇ ਰਾਜਨ ਮੈਂ ਬੈਰਾਗੀ ਜੋਗੀ, ਮਰਤ ਨਾ ਸੋਗ ਵਿਯੋਗੀ ਰਹਾਓ। ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਖੰਡਾਂ ਬ੍ਰਹਮੰਡਾਂ ਦੇ ਵਿੱਚ ਜਿਹੜੀ ਹੈਗੀ ਆ ਜੋਗੀ ਲੋਕ ਇੱਕ ਸਿੰਘ ਵਜਾਉਂਦੇ ਸੀ, ਸਿੰਘੀ ਵਜਾਉਂਦੇ ਜਦ ਭਗਤੀ ਕਰਦੇ ਸੀ, ਇੱਕ ਕੇਂਦਰਿਤ ਕਰਦੇ ਸੀ ਤੇ ਪਹਿਲਾਂ ਸਿੰਘ ਵਜਾਉਂਦੇ ਸੀ। ਉਹ ਤੂਤੀ ਜਾਇਬ ਸਿੰਘ ਕਹਿੰਦੇ ਮੇਰੀ ਸਿੰਘੀ ਜਿਹੜੀ ਹੈਗੀ ਉਹ ਤਾਂ ਆ ਸੁੰਨ ਦਾ ਸ਼ਬਦ ਜਿਹੜਾ ਹੈਗਾ, ਸੁੰਨ ਦੀ ਸਿੰਘੀ ਮੇਰੀ ਖੰਡਾਂ ਬ੍ਰਹਮੰਡਾਂ 'ਚ ਹਰੇਕ ਜਗ੍ਹਾ 'ਤੇ ਵੱਜ ਰਹੀ ਹੈ ਭਾਈ। ਉਹ ਮਾਲਕ ਪਰਮਾਤਮਾ ਦੀ ਆਵਾਜ਼ ਹਰੇਕ ਜਗ੍ਹਾ 'ਤੇ ਆ ਰਹੀ ਹੈ। ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਔਰ ਜੋਗੀਆਂ ਦੇ ਇੱਕ ਸੁਆਹ ਮਾਰਦੇ ਸੀਗੇ, ਬਟੂਆ ਰੱਖਦੇ, ਸੁਆਹ ਰੱਖਦੇ ਸੀ, ਮਸਾਨ ਦੀ ਸੁਆਹ। ਕਹਿੰਦੇ ਬਈ ਮੇਰਾ ਸਰੀਰ ਜਿਹੜਾ ਹੈ ਭਸਮ ਹੈਗਾ, ਹਮੇਸ਼ਾ ਯਾਦ ਰਹੇ ਵੀ ਇਹ ਸਰੀਰ ਭਸਮ ਜਾਂ ਸੁਆਹ ਮਲੀ ਹੋਈ ਹੈ। ਕਹਿੰਦੇ ਤੂੰ ਜੋਗੀਆ, ਤੂੰ ਸਿਰਫ ਸਰੀਰ ਨੂੰ ਭਸਮ ਸਮਝਦਾ। ਮੈਂ ਤਾਂ ਕਹਿੰਦਾ ਸਾਰਾ ਜੱਗ ਹੀ ਭਸਮ ਹੈਗਾ। ਮੈਂ ਤਾਂ ਕਹਿੰਦਾ ਸਾਰਾ ਜੱਗ ਹੀ ਭਸਮ ਹੈ ਭਾਈ। ਖੰਡ ਬ੍ਰਹਮੰਡ, ਕਿਉਂਕਿ ਇਹ ਜੱਗ ਜੋ ਦਿਸ ਰਿਹਾ ਆਪਾਂ ਨੂੰ, ਇਹ ਤਾਂ ਛਲ ਹੈਗਾ ਭਾਈ, ਮ੍ਰਿਗ ਤ੍ਰਿਸ਼ਨਾ ਹੈਗੀ। ਇਹ ਤਾਂ ਗੰਧਰਵ ਨਗਰੀ ਹੈਗੀ ਆ। ਖੰਡ ਬ੍ਰਹਮੰਡ ਮੈਂ ਸਿੰਘੀ, ਮੇਰਾ ਬਟੂਆ ਸਭ ਜਗ ਭਸਮਾ ਧਾਰੀ। ਤਾੜੀ ਲਾਗੀ ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ।
ਬਸ ਜਿਹਨੇ ਆ ਜੋਗ ਕਮਾ ਲਿਆ ਤੇ ਧਿਆਨ ਹੋ ਗਿਆ, ਲੱਗ ਗਿਆ ਧਿਆਨ, ਤਾੜੀ ਲੱਗ ਗਈ ਉਹਦੀ, ਵਿਚਾਰ ਖਤਮ। ਤਿਰਪਲ ਕਹਿੰਦੇ ਆ ਇਹ ਤਮੋ ਰਜ ਸਤੋ 3 ਗੁਣੀ ਮਾਇਆ, ਕਹਿੰਦੇ ਇਸ ਤੋਂ ਪਲਟ ਗਿਆ ਭਾਈ, ਆਕਾਰ ਤੋਂ ਪਦਾਰਥਾਂ ਤੋਂ। ਛੂਟੇ ਹੋਏ ਪਸਾਰੀ, ਕਹਿੰਦੇ ਪਸਾਰੀ ਪਸਾਰਾ ਹੈਗਾ ਸਾਰਾ ਦਾ ਸਾਰਾ, ਘਰ ਗ੍ਰਸਤੀ ਬਿਜ਼ਨਸ ਸਭ ਕੁਛ ਹੈਗਾ, ਪਰ ਛੁੱਟਿਆ ਹੋਇਆ ਭਾਈ, ਉੱਪਰ ਹੈਗਾ, ਸਾਰਾ ਕੁਝ ਚੱਲ ਰਿਹਾ ਹੈ, ਸਾਰਾ ਕੁਛ ਹੈਗਾ, ਪਰ ਆਪ ਅਲਿਪਤ ਨਹੀਂ ਹੈ, ਛੁੱਟਿਆ ਹੋਇਆ, ਲਿਪਤ ਨਹੀਂ ਹੈ, ਅਲਿਪਤ ਹੈ। ਤਾੜੀ ਲੱਗ ਗਈ, ਤ੍ਰਿਪਲ ਪਲਟੀ ਹੈ, ਛੂਟੇ ਹੋਏ ਪਸਾਰੀ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਕਹਿੰਦੇ ਐਸੀ ਜਿਹੜੀ ਹੈਗੀ ਮੈਂ ਵੀਣਾ, ਐਸੀ ਵੀਣਾ ਮੇਰੇ ਅੰਦਰ ਵੱਜ ਰਹੀ ਹੈ, ਮੈਂ ਮਨ ਔਰ ਪਵਨ, ਪਵਨ ਹੈਗੇ ਸਵਾਸ, ਮਨ ਔਰ ਪਵਨ ਦੋਨਾਂ ਨੂੰ ਮੈਂ ਤੁੰਬਾ ਬਣਾ ਲਈਆਂ, ਤੁੰਬੀਆਂ ਬਣਾ ਲਈਆਂ ਦੋਨਾਂ ਦੀ। ਜਿਹੜੀ ਉਹ ਬਣਾਉਣੀ ਹੈ ਤੁੰਬੀ ਬਣਦੀ ਹੈ, ਜਿਹਦੇ ਨਾਲ ਉਹ ਕੱਦੂ ਜਿਹੜੇ ਹੁੰਦੇ ਆ ਗੋਲ ਗੋਲ। ਮਨ ਪਵਨ ਦੋਏ ਤੁੰਬਾ ਕਰੀਏ ਦੋ, ਜੁਗ ਜੁਗ ਸਾਰਦ ਸਾਜੀ। ਮੈਂ ਐਸੀ ਸਾਰਦ, ਐਸੀ ਵੀਣਾ ਬਣਾ ਲਈ ਕਿ ਜੁਗਾਂ ਜੁਗਾਂ ਤੋਂ ਰਹੋਗੇ, ਜੁਗਾਂ ਜੁਗਾਂ ਤੋਂ ਰਹੋਗੇ, ਤੱਕ ਰਹੋਗੇ, ਹਮੇਸ਼ਾ ਵਾਸਤੇ। ਮਨ ਪਵਨ ਦੋਏ ਤੁੰਬਾ ਕਰੀ ਹੈ, ਜੁਗ ਜੁਗ ਸਾਰਦ ਸਾਜੀ। ਉਹ ਮਾਲਕ ਪਰਮਾਤਮਾ ਜਿਹੜਾ ਹਮੇਸ਼ਾ ਹੈਗਾ, ਉਹਦੇ ਨਾਲ ਜਿਹੜੀ ਹੈਗੀ, ਉਹਦੇ ਨਾਲ ਮੇਰੀ ਜੋੜ ਹੋ ਗਿਆ, ਉਹਦੇ ਮਾਲਕ ਪਰਮਾਤਮਾ ਦੇ ਨਾਲ। ਆਹ ਵੀਣਾ ਐਸੀ ਵੱਜ ਗਈ। ਥਿਰ ਪਈ ਤੰਤੀ ਟੂਟਸ ਨਾਹੀ, ਅਨਹਦ ਕਿੰਗਰੀ ਬਾਜੀ। ਔਰ ਮੇਰੀ ਤੰਤੀ ਜਿਹੜੀ ਹੈਗੀ, ਮੇਰੀ ਜਿਹੜੀ ਹੈ ਸੁਰਤ ਜਿਹੜੀ ਹੈਗੀ ਆ, ਉਹ ਥਿਰ ਹੋ ਗਈ, ਕੋਈ ਵਿਚਾਰ ਨਹੀਂ ਹੈਗਾ ਪਟਲ ਦੇ ਉੱਤੇ। ਹੁਣ ਨਹੀਂ ਟੁੱਟਦੀ ਮੇਰੀ ਡੋਰ ਜਿਹੜੀ ਹੈਗੀ, ਜੁੜ ਗਈ ਮਾਲਕ ਪਰਮਾਤਮਾ ਦੇ ਨਾਲ, ਮੇਰੀ ਲਿਵ। ਅਨਹਦ ਕਿੰਗਰੀ ਬਾਜੀ, ਐਸੀ ਅਨਹਦ ਕਿੰਗਰੀ ਮੇਰੇ ਅੰਦਰ ਵੱਜਣ ਲੱਗ ਪਈ ਭਾਈ। ਹੁਣ ਉਹ ਸੁਣਨਾ ਹੈ, ਉਹਨੂੰ ਸੁਨੇ ਮਨ ਮਗਨ ਭਏ ਹੈ ਪੂਰੇ, ਮਾਇਆ ਡੋਲ ਨਾ ਲੱਗੀ। ਬਸ ਉਹ ਅੰਦਰ ਜਿਹੜੀ ਚੱਲਦੀ ਹੈ ਫਿਰ ਜਿਹੜੀ ਹੈ ਕਿੰਗਰੀ, ਉਹਦੇ ਨਾਲ ਕਹਿੰਦੇ ਸੁਣ ਕੇ ਮਨ ਮਗਨ ਹੋ ਜਾਂਦਾ ਪੂਰਾ ਦਾ ਪੂਰਾ, ਟਰੈਪ ਹੋ ਜਾਂਦਾ ਮਨ ਪੂਰਾ ਦਾ ਪੂਰਾ। ਮਾਇਆ ਜਿਹੜੀ ਹੈ ਹੁਣ ਨਹੀਂ ਡੁਲਾ ਸਕਦੀ। ਮਾਇਆ ਜਿਹੇ ਜੇ ਮਰਜ਼ੀ ਹੈ, ਜੋ ਰੂਪ ਰੰਗ ਜੋ ਵੀ ਉਹਦੇ ਸਵਾਦ ਚੋਗੇ ਜੋ ਵੀ ਹੈਗੇ, ਨਹੀਂ ਹੈ ਅਭਿਆਸੀ ਡੋਲਦਾ। ਸੁਨ ਮਨ ਮਗਨ ਪਏ ਹੈ ਪੂਰੇ, ਮਾਇਆ ਡੋਲ ਨਾ ਲਾਗੀ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਖੇਲ ਗਇਓ ਬੈਰਾਗੀ। ਜਿਹੜਾ ਆ ਖੇਲ ਕਰ ਗਿਆ ਭਾਈ, ਆ ਬੈਰਾਗ ਵਾਲੀ ਖੇਲ, ਆ ਸੁੰਨ ਗੁਫਾ ਮੇ ਆਸਣ ਬੈਸਣ ਵਾਲੀ ਖੇਲ, ਕਹਿੰਦੇ ਭਾਈ ਦੁਬਾਰਾ ਜਨਮ ਮਰਨ ਹੈ ਨਹੀਂ ਗਾ ਉਹਨੂੰ। ਕਹੋ ਕਬੀਰ ਤਾਕੋ ਪੁਨਰਪ ਜਨਮ ਨਹੀਂ, ਦੁਬਾਰਾ ਜਨਮ ਨਹੀਂ, ਜਨਮ ਮਰਨ ਦਾ ਗੇੜੇ 'ਚ ਨਹੀਂ ਆਏਗਾ ਭਾਈ। ਜਿਹੜਾ ਆ ਬੈਰਾਗ ਵਾਲੀ, ਆ ਪਰਮਾਤਮਾ ਦੇ ਪਿਆਰ ਵਾਲੀ, ਆ ਧਿਆਨ ਸਿਮਰਨ ਵਾਲੀ ਗੇਮ ਖੇਡ ਕੇ ਚਲਾ ਗਿਆ। ਆਇਆ ਭਗਤੀ ਪਾਈ। ਅੱਜ ਮਾਲਕ ਨੇ ਮਿਹਰ ਕੀਤੀ ਹੈ ਜੀ। ਕੋਸ਼ਿਸ਼ ਤਾਂ ਇਹੀ ਵੀ ਅੱਗੇ ਮਾਲਕ ਜਾਣਦਾ ਹੈ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆ ਭਗਤੀ ਹੈ ਭਾਈ, ਬਸ ਆਹੀ ਭਗਤੀ ਹੈ। ਇਸੇ ਤਰੀਕੇ ਦੇ ਨਾਲ ਕਰਨੀ ਹੈ। ਇਹਦੇ ਵਿੱਚ ਹੁਣ ਹਰ ਚੀਜ਼ ਜਿਹੜੀ ਹੈ ਕ੍ਰਿਸਟਲ ਕਲੀਅਰ ਹੈਗੀ, ਕਿਸੇ ਪਾਸਿਓਂ ਕੋਈ ਜਿਹੜੀ ਹੈਗੀ ਆ ਉਹ ਜਿਹੜਾ ਹੈ ਡਾਊਟਫੁਲ ਨਹੀਂ ਹੈਗਾ ਭਾਈ ਕਿਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਇੱਕ ਗੱਲ ਦੱਸੋ, ਇਹ ਸਿਰਫ ਆਪਾਂ ਸਮਾਧੀ ਲਾਉਣ ਵਾਸਤੇ ਵਾਹਿਗੁਰੂ ਹੀ ਬੋਲਣਾ? ਨਹੀਂ ਦੇਖ, ਪਾਠ ਤਾਂ ਜਿਹੜਾ ਹੈਗਾ, ਪਾਠ ਜਿਹੜਾ ਆਪਾਂ ਇਹ ਕਰ ਰਹੇ ਹਾਂ, ਆਪਾਂ ਵੀ ਤਾਂ ਪਾਠ ਹੀ ਕਰ ਰਹੇ ਹਾਂ ਨਾ। ਆਪਾਂ ਨੇ ਹੁਣ ਕੀ ਕੀਤਾ ਹੈ, ਆਪਾਂ ਨੇ ਵੀ ਤਾਂ ਹਾਂ ਇਹ ਬਾਣੀ ਪੜ੍ਹੀ ਹੈ ਆਪਾਂ ਨੇ।
ਇਹ ਤਾਂ ਕਰਨੀ ਹੈ, ਇਹਦੇ ਬਗੈਰ ਇਹ ਤਾਂ ਗੁਰੂ ਹੈ ਆਪਣਾ, ਗੁਰੂ ਤੋਂ ਤਾਂ ਮੱਤ ਲੈਣੀ ਗੁਰੂ ਦੇ ਕੋਲ ਬੈਠਾਂਗੇ ਤਾਂ ਹੀ ਤਾਂ ਜਿਹੜਾ ਹੈਗਾ ਪਰਮਾਤਮਾ ਦੇ ਬਾਰੇ ਜਾਣਕਾਰੀ ਮਿਲੂਗੀ ਤੇ ਪਿਆਰ ਮਿਲੂਗਾ, ਪਰਮਾਤਮਾ ਦੇ ਨਾਲ ਪਿਆਰ ਪਊਗਾ। ਠੀਕ ਹੈ ਜੀ। ਹਾਂਜੀ ਦੂਸਰਾ ਕੰਮ ਹੈਗਾ ਬਈ ਜੋ ਇਹ ਬਾਣੀ ਕਹਿ ਰਹੀ ਆ ਉਹ ਕੰਮ ਕਰਨਾ ਹੈ। ਹੁਣ ਉਹ ਕੰਮ ਜਿਹੜਾ ਹੈਗਾ ਉਹਦੇ ਵਾਸਤੇ ਜਿਹੜਾ ਹੈਗਾ ਯਾਤਰਾ ਦੇਖੋ ਜੇ ਤਾਂ ਦੇਖੋ ਜਿਹੜੇ ਅਭਿਆਸੀ ਹੁੰਦੇ ਆ ਉਹ ਤਾਂ ਡਾਇਰੈਕਟ ਸੁਣਨ ਦੇ ਵਿੱਚ ਬੈਠ ਜਾਂਦੇ ਆ, ਸਿੱਧੇ ਬੈਠ ਗਏ, ਵਿਚਾਰ ਬੰਦ ਕਰ ਲਏ ਉਹਨਾਂ ਨੇ, ਬਸ ਕੋਈ ਵਿਚਾਰ ਜਿਹੜਾ ਵਿਚਾਰਾਂ ਤੇ ਹਾਂ ਸਾਵਧਾਨ ਇਕਾਗਰ ਵਿਚਾਰਾਂ ਨੂੰ ਦੇਖਦੇ ਨਹੀਂ। ਜਿਹਨਾਂ ਨੇ ਨਵੀਂ ਹੁਣ ਸ਼ੁਰੂ ਕਰਨਾ, ਜਿਨ੍ਹਾਂ ਨੇ ਉਹ ਕੋਈ ਜੇ ਹਿੰਦੂ ਹੈਗਾ ਤੇ ਅੱਲਾਹੂ ਆਪਣੇ ਜਿਹੜਾ ਹੈਗਾ ਹਰੀਓਮ ਕਹਿ ਲੈ, ਮੁਸਲਮਾਨ ਹੈਗਾ ਤੇ ਅੱਲਾਹੂ ਕਹਿ ਲੈ, ਸਿੱਖ ਹੈਗਾ ਵਾਹਿਗੁਰੂ ਕਹਿ ਲੈ। ਬਈ ਇਹ ਪਰਮਾਤਮਾ ਨੂੰ ਆਪਾਂ ਨੇ ਜਿਹੜਾ ਹੈਗਾ ਉਹਦਾ ਨਾਮ ਜਿਹੜਾ ਉਹਨੂੰ ਪੁਕਾਰਨਾ ਹੈ ਪਰਮਾਤਮਾ ਨੂੰ, ਕਿ ਮਨ ਜਿਹੜਾ ਹੈਗਾ ਆਪਣਾ ਪੁਕਾਰਨ ਲੱਗ ਜਾਏ, ਮਨ ਜਿਹੜਾ ਹੈਗਾ ਉਹ ਟਰੈਪ ਹੋ ਜਾਏ। ਤੇ ਉਸ ਤੋਂ ਕਿਉਂਕਿ ਕਦ ਤੱਕ ਕਰਨਾ ਹੈ, ਬਸ ਉਸ ਤੋਂ ਬਾਅਦ ਫਿਰ ਚੁੱਪ ਬੈਠ ਜਾਓ ਸੁਣਨ ਦੇ ਵਿੱਚ, ਚੁੱਪ ਬੈਠ ਕੇ ਜਿਹੜਾ ਹੈਗਾ ਆਹੀ ਚੁੱਪ ਹੀ ਬੈਠਣਾ ਹੈ ਬਸ। ਥਿਰ ਕਰ ਬੈਸੋ ਹਰ ਜਨ ਪਿਆਰੇ, ਸਤਿਗੁਰ ਤੁਮਰੇ ਕਾਜ ਸਵਾਰੇ। ਬਸ ਆਹ ਭਗਤੀ ਹੈਗੀ ਭਾਈ। ਸਮਾਂ ਨਹੀਂ ਪਤਾ ਲੱਗੇਗਾ, ਸਮਾਂ ਨਹੀਂ ਪਤਾ ਲੱਗੇਗਾ। ਹਾਂਜੀ ਜਿਵੇਂ ਨਿਤਨੇਮ ਕਰਦੇ ਆ ਫਿਰ ਉਹ ਨਿਤਨੇਮ ਦੇਖੋ ਪਹਿਲਾ ਨਿਤਨੇਮ ਤਾਂ ਆ ਹੈਗਾ ਭਾਈ, ਪਹਿਲਾ ਨਿਤਨੇਮ ਗੁਰ ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲ ਕੇ ਉਠੇ ਹਰ ਨਾਮ ਧਿਆਵੈ। ਸਭ ਤੋਂ ਪਹਿਲਾ ਨਿਤਨੇਮ ਤਾਂ ਆ ਹੈਗਾ। ਇਹਦੇ ਬਾਅਦ ਜਿਹੜਾ ਹੈਗਾ ਭਾਈ ਜਿਹੇ ਜੇ ਮਰਜ਼ੀ ਨਿਤਨੇਮ ਕਰਨੀ ਹੈ, ਦਿਨੇ ਆਪਣੇ ਜਿਹੇ ਜੇ ਮਰਜ਼ੀ ਨਿਤਨੇਮ ਕਰ ਲਓ। ਇਹ ਨਿਤਨੇਮ ਤਾਂ ਯਾਦ ਹੀ ਹੁੰਦਾ ਆਪਾਂ ਨੂੰ, ਤੁਰਦੇ ਫਿਰਦੇ ਵੀ ਕਰ ਸਕਦੇ ਹਾਂ। ਪਰ ਇਹ ਜਿਹੜਾ ਹੈਗਾ ਆਹ ਕੰਮ ਜਿਹੜਾ ਹੈਗਾ ਧਿਆਨ ਵਾਲਾ ਕੰਮ ਜਿਹੜਾ ਹੈਗਾ ਇਹ ਬੈਠ ਕੇ ਅੱਖਾਂ ਬੰਦ ਕਰਕੇ ਹੀ ਹੋਣਾ ਹੈ ਭਾਈ, ਇਹ ਤੁਰਦੇ ਫਿਰਦੇ ਨਹੀਂ ਹੋ ਸਕਦਾ। ਹਾਂ ਔਰ ਆਪਾਂ ਦੇਖੋ ਫਿਰ ਹੁਣ ਜਿਹੜਾ ਥੋੜਾ ਸਮਾਂ ਜ਼ਿਆਦਾ ਹੋ ਜਾਏਗਾ, 2 ਮਿੰਟ ਫਿਰ ਮੈਂ ਲੈ ਦੇਣਾ ਕਿ ਬਾਣੀ ਕਹਿੰਦੀ ਕਿ ਭਾਈ ਸਾਂਝ ਸਵੇਰੇ ਜਿਹੜਾ ਹੈਗਾ ਤੂੰ ਜਿਹੜਾ 2 ਟਾਈਮ ਦੇਖ, ਜਦ ਤੂੰ ਸੌਣ ਲੱਗਦਾ ਹੈ ਉਸ ਵੇਲੇ ਭਗਤੀ ਕਰ। ਉਹ ਸਮਾਂ ਬਹੁਤ ਵਧੀਆ, ਕਿਉਂਕਿ ਉਸ ਵੇਲੇ ਤੂੰ ਦੁਨੀਆ ਤੋਂ ਪਾਸੇ ਹੋ ਕੇ ਜਿਹੜਾ ਹੈਗਾ ਨੀਂਦ ਆਊਗੀ ਤਾਂ ਹੀ ਜੇ ਵਿਚਾਰ ਬੰਦ ਹੋਣਗੇ ਆਪਣੇ ਤੇ ਜਦ ਉਹ ਵਿਚਾਰ ਆਪਾਂ ਬੰਦ ਕਰ ਰਹੇ ਹਾਂ ਤੇ ਉਸ ਟਾਈਮ ਧਿਆਨ ਕਰੀਏ ਮਾਲਕ ਪਰਮਾਤਮਾ ਦਾ, ਉਸ ਵੇਲੇ ਸੁਣਨ ਦੇ ਵਿੱਚ ਜਾਈਏ, ਜਾਗਦੇ ਹੋਏ ਸੁਣਨ ਦੇ ਵਿੱਚ ਜਾਈਏ। ਇੱਕ ਉਹ ਟਾਈਮ ਹੈਗਾ। ਦੂਸਰਾ ਟਾਈਮ ਹੈਗਾ ਜਦ ਆਪਾਂ ਸੌਂ ਕੇ ਉੱਠਦੇ ਹਾਂ। ਆਪਾਂ ਸੁਣਨ ਦੇ ਵਿੱਚ ਤਾਂ ਜਾਂਦੇ ਹਾਂ ਰੋਜ਼, ਨਹੀਂ ਜਾਵਾਂਗੇ ਸੁਣ 'ਚ ਆਪਾਂ ਤਾਂ ਪਾਗਲ ਹੋ ਜਾਵਾਂਗੇ 2-3 ਦਿਨਾਂ ਬਾਅਦ। ਨਾ ਨੀਂਦ ਲਓ ਤੁਸੀਂ ਤੇ ਪਾਗਲ ਹੋ ਜਾਵਾਂਗੇ। ਤੇ ਸੈਕਿੰਡ ਜਿਹੜਾ ਹੈਗਾ ਜਦ ਆਪਾਂ ਉੱਠਦੇ ਹਾਂ, ਨੀਂਦ 'ਚੋਂ ਉੱਠਦੇ ਹਾਂ ਆਪਾਂ, ਉਸ ਵੇਲੇ ਜਿਹੜਾ ਹੈਗਾ ਉਸ ਵੇਲੇ ਵਿਚਾਰ ਬੰਦ ਆ। ਆਪਾਂ ਤਾਂ ਆਤਮਾ ਤੋਂ ਆ ਰਹੇ ਹਾਂ, ਨੇੜੇ ਆਤਮਾ ਦੇ ਨੇੜਿਓਂ ਆ ਰਹੇ, ਵਿਚਾਰ ਤਾਂ ਆਪਾਂ ਸ਼ੁਰੂ ਹੁੰਦੇ ਹਾਂ ਸਰਾਣੇ ਦੇ ਉੱਤੇ ਵਿਚਾਰ ਲੈਣੇ ਸ਼ੁਰੂ ਕਰ ਦਿੰਦੇ ਹਾਂ। ਉਸ ਵੇਲੇ ਫਟਾਫਟ ਜਿਹੜਾ ਹੈਗਾ ਆਪਣਾ ਜੋ ਵੀ ਜੰਗਲ ਪਾਣੀ ਜਾਣਾ ਹੈ ਕਰਕੇ ਮੂੰਹ ਹੱਥ ਧੋ ਕੇ ਬੈਠ ਜਾਓ ਬਸ। ਉਸ ਤੋਂ ਬਾਅਦ ਨਹਾਉਣਾ ਧੋਣਾ ਜੋ ਕੁਛ ਵੀ ਕਰਨਾ ਹੈ ਨਿਤਨੇਮ ਸਾਰਾ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ 2 ਟਾਈਮ ਸਾਂਭ ਲਈਏ। ਦੇਖੋ ਮੈਂ ਕਹਿੰਦਾ ਪਹਿਲੇ ਦਿਨ ਤੋਂ ਨਾ ਪਰਿਵਰਤਨ ਆਏ ਤੇ ਮੈਨੂੰ ਫੜ ਲਿਓ ਭਾਈ, ਬਾਣੀ ਜਿਹੜੀ ਹੈਗੀ ਸਰਟੀਫਾਈ ਕਰਦੀ। ਬੈਠੀਏ ਤਾਂ ਸਹੀ ਨਾ, 1 ਮਿੰਟ ਦੀ ਸੁਣ ਕਦੀ ਬੈਠ ਕੇ ਦੇਖੋ ਨਾ, ਕਦੀ ਕਰਕੇ ਦੇਖੀਏ ਤੇ ਕੈਸਾ ਜਿਹੜਾ ਹੈਗਾ ਆਪਾਂ ਰਾਜਾ ਹੋ ਜਾਂਦੇ ਹਾਂ। ਮਸਤੀ ਕੈਸੀ ਆ ਜਾਂਦੀ ਹੈ, ਕਿਸ ਤਰ੍ਹਾਂ ਝੂਮਣ ਲੱਗ ਜਾਂਦੇ ਹਾਂ, ਸਾਰਾ ਦਿਨ ਕਿਸ ਤਰ੍ਹਾਂ ਖੁਸ਼ੀ 'ਚ ਜਾਂਦਾ ਹੈ। ਪ੍ਰੈਕਟੀਕਲ ਹੈ ਭਾਈ, ਪ੍ਰੈਕਟੀਕਲ ਬਸ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵਾਹਿਗੁਰੂ ਆਹ ਧੁਨ ਜਿਹੜੀ ਹੈਗੀ ਗੁਰੂ ਹਰਿਓਮ ਅੱਲਾਹੂ, ਆਹ ਧੁਨ ਜਿਹੜੀ ਹੈਗੀ ਇਹ ਧੁਨ ਅੰਦਰ ਦੀ ਧੁਨ ਦੇ ਨਾਲ ਮੈਚ ਕਰਦੀ ਹੈ, ਜਿਹੜੀ ਅੰਦਰ ਆਟੋਮੈਟਿਕਲੀ ਚੱਲਣੀ ਹੈ, ਜਿਹੜੀ ਚੱਲ ਰਹੀ ਹੈ ਸ੍ਰਿਸ਼ਟੀ ਦੇ ਵਿੱਚ। ਬਸ ਇਹਦੇ ਪਿਆਰ ਦੇ ਨਾਲ ਉਸ ਧੁਨ ਦੇ ਨਾਲ ਉੱਥੇ ਤੱਕ ਪਹੁੰਚ ਕੇ ਚੁੱਪ ਹੋ ਜਾਓ। ਵਾਹਿਗੁਰੂ